ਰੈਡ FM ਸੁਣ ਰਹੇ ਤੁਸੀਂ 89.1 ਤੇ 93.1 CKYE। ਇਸ ਵੇਲੇ ਸਾਡੇ ਸਟੂਡੀਓਜ਼ ਘੜੀਆਂ ਤੇ 9:38 ਹੋਏ ਨੇ ਤੇ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਸਾਡੇ ਸਟੂਡੀਓਜ਼ ਦੇ ਵਿੱਚ ਪਹੁੰਚ ਚੁੱਕੇ ਨੇ। ਅੱਜ ਦੀ ਜਿਹੜੀ ਗੱਲਬਾਤ ਚੱਲੇਗੀ ਉਹ ਦੰਪਤੀ ਜੋੜਿਆਂ ਬਾਰੇ, ਪਰਟੀਕੂਲਰਲੀ ਸਾਡੇ ਸਮਾਜ ਦੀ ਜਿਹੜੀ ਸਟਰਕਚਰ ਹੈ ਔਰ ਉਸ ਦੇ ਵਿੱਚ ਸਭ ਤੋਂ ਛੋਟਾ ਜਿਹੜਾ ਯੂਨਿਟ ਹੈ ਹਸਬੈਂਡ ਵਾਈਫ ਦਾ, ਤੇ ਪਰਟੀਕੂਲਰਲੀ ਮਰਦ ਅਤੇ ਔਰਤ ਦੇ ਸੰਬੰਧਾਂ ਦੇ ਵਿੱਚ ਸ਼ਾਦੀ ਦੇ ਬੰਧਨ ਤੋਂ ਪਹਿਲਾਂ ਕਿਸ ਕਿਸਮ ਦਾ ਅਰੇਂਜਮੈਂਟ ਰਿਹਾ ਹਿਸਟੋਰੀਕਲੀ, ਔਰ ਇਹ ਸ਼ਾਦੀ ਦੀ ਜਿਹੜੀ ਪ੍ਰਥਾ ਸਮਾਜਿਕ ਤੌਰ 'ਤੇ ਕਿਸ ਤਰੀਕੇ ਨਾਲ ਸਥਾਪਿਤ ਹੋਈ, ਸਮਾਜ ਦੇ ਵਿੱਚ ਸਤਿਕਾਰ ਨੂੰ ਐਸਟੈਬਲਿਸ਼ ਕਰਨ ਲਈ ਅਤੇ ਤਾਂ ਕਿ ਸੁਸਾਇਟੀ ਸਵੀਕਾਰ ਕਰ ਸਕੇ, ਉਸ ਦੇ ਲਈ ਇੱਕ ਖਾਸ ਸਿਸਟਮ ਬਣਾਇਆ ਗਿਆ। ਔਰ ਉਹ ਸਿਸਟਮ ਦੇ ਵਿੱਚ ਕਈ ਨੁਕਸ ਹੋ ਸਕਦੇ ਨੇ, ਲੇਕਿਨ ਹਾਲੇ ਇਸ ਤੋਂ ਬਿਹਤਰ ਕੋਈ ਸਿਸਟਮ ਮਿਲਿਆ ਨਹੀਂ। ਹੁਣ ਲੇਟਲੀ ਪਿਛਲੇ ਦਹਾਕਿਆਂ ਦੇ ਵਿੱਚ ਕੁਛ ਕੁ ਹੋਰ ਨਵੇਂ ਸਿਸਟਮ ਵੀ ਚੱਲੇ ਨੇ, ਉਹਨਾਂ ਦੀ ਵੀ ਅੱਜ ਉਹ ਗੱਲਬਾਤ ਕਰਨਗੇ। ਸਮੁੱਚੇ ਤੌਰ ਦੇ ਉੱਤੇ ਔਰਤ ਅਤੇ ਮਰਦ ਦੇ ਸੰਬੰਧਾਂ ਦੇ ਵਿੱਚ ਸ਼ਾਦੀ ਦੇ ਬੰਧਨ ਦਾ ਰੋਲ ਕੀ ਆ ਅਤੇ ਸ਼ਾਦੀ ਦਾ ਬੰਧਨ ਕਿਵੇਂ ਤਬਦੀਲ ਹੁੰਦਾ ਚਲਿਆ ਆਇਆ, ਹੁਣ ਲੇਟੈਸਟ ਕੀ ਤਬਦੀਲੀਆਂ ਨੇ, ਅਤੇ ਇਸ ਦੇ ਵਿੱਚ ਜਿਹੜਾ ਐਟੀਕੇਟ ਹੈ ਉਹ ਕੀ ਭਾਰੂ ਰਿਹਾ ਪਹਿਲਾਂ ਤੋਂ ਹੀ। ਸੋ ਪ੍ਰਸਵ ਕਈ ਅੱਜ ਦੀਆਂ ਜਿਹੜੀਆਂ ਮਾਡਰਨ ਗੱਲਾਂ ਨੇ ਉਸ ਦੇ ਬਾਰੇ ਵੀ ਸਾਨੂੰ ਦੱਸਣਗੇ ਅਤੇ ਪੁਰਾਣੀਆਂ ਐਂਸ਼ੀਅੰਟ ਟਾਈਮ ਦੀਆਂ ਹਿਸਟੋਰੀਕਲ ਫੈਕਟਰਸ ਉਹ ਕੀ ਰਹੇ ਉਸ ਦੇ ਬਾਰੇ ਵੀ ਸਮਝਾਉਣਗੇ। ਪ੍ਰਸਵ ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਥੈਂਕ ਯੂ ਥੈਂਕ ਸਾਹਿਬ, ਥੈਂਕ ਯੂ ਥੈਂਕ ਸਾਹਿਬ। ਇੱਕ ਤਾਂ ਤੁਹਾਡੀ ਪਰਮਿਸ਼ਨ ਨਾਲ ਇੱਕ ਦੋ ਗੱਲਾਂ ਮੈਂ ਪਹਿਲਾਂ ਕਰਨੀਆਂ ਚਾਹੁੰਦਾ ਸੀ ਜੀ। ਮੈਂ ਅੱਗੇ ਵੀ ਕੀਤੀਆਂ ਇਹ ਗੱਲਾਂ, ਪਰ ਮੈਨੂੰ ਇਹ ਬਹੁਤ ਇੰਪੋਰਟੈਂਟ ਲੱਗਦੀਆਂ ਕਰਕੇ ਫਿਰ ਮੈਂ ਬਾਰ-ਬਾਰ ਕਰਦਾ ਰਹਿੰਦਾ। ਇੱਕ ਤਾਂ ਇਹ ਗੱਲ ਬਹੁਤ ਜ਼ਰੂਰੀ ਆ ਵੀ ਜਿੰਨੇ ਵੀ ਸਾਡੇ ਜਿਹੜੇ ਸੁਣਨ ਵਾਲੇ ਹੈਗੇ ਆ ਨਾ ਜੀ, ਉਹ ਥਿੰਕ ਕਰਕੇ ਗੱਲ ਨੂੰ ਮੰਨਣ ਜੀ। ਚਾਹੇ ਉਹ ਗੱਲ ਜਿਹੜੀ ਹੈਗੀ ਕਿੱਡੇ ਵੀ ਮਹਾਨ ਵਿਅਕਤੀ ਨੇ ਕਹੀ ਹੋਵੇ, ਜੇ ਉਹ ਤੁਹਾਡੇ ਦਿਮਾਗ ਨੂੰ ਨਹੀਂ ਲੱਗਦੀ ਹੈ ਤਾਂ ਫਿਰ ਉਹਨੂੰ ਐਕਸੈਪਟ ਨਾ ਕਰੋ। ਇਹ ਸਾਡੇ ਆਮ ਰਿਵਾਜ ਪਿਆ ਜੀ, ਫਲਾਣੇ ਨੇ ਕਹੀ ਹੈ ਗੱਲ ਇਸ ਕਰਕੇ ਮੈਂ ਮੰਨ ਲੈਂਦਾ। ਇੱਦਾਂ ਨਹੀਂ ਮੰਨਣ ਵਾਲੀ ਗੱਲ ਹੈਗੀ ਹੈ। ਜੇ ਉਹ ਤੁਹਾਡਾ ਦਿਮਾਗ ਕਹਿੰਦਾ ਵੀ ਗੱਲ ਹੋ ਸਕਦੀ ਹੈ ਫਿਰ ਤਾਂ ਤੁਸੀਂ ਉਹਨੂੰ ਐਕਸੈਪਟ ਕਰੋ ਜੀ। ਜੇ ਉਹ ਨਹੀਂ ਕਹਿੰਦਾ ਤਾਂ ਚਾਹੇ ਮਹਾਤਮਾ ਬੁੱਧ ਤੋਂ ਵੀ ਬੜੇ ਬੰਦੇ ਨੇ ਕਹੀ ਜਾਵੇ, ਫਿਰ ਉਹਨੂੰ ਐਕਸੈਪਟ ਨਾ ਕਰੋ ਹੈ। ਕਿਉਂਕਿ ਸਮੇਂ ਦੇ ਮੁਤਾਬਕ ਔਰ ਤੁਹਾਡੀਆਂ ਪਰਿਸਥਿਤੀਆਂ ਦੇ ਮੁਤਾਬਕ ਉਹ ਗੱਲ ਫਿੱਟ ਆਉਂਦੀ ਹੈ ਕਿ ਨਹੀਂ ਆਉਂਦੀ, ਇਹ ਤੁਸੀਂ ਡਿਸਾਈਡ ਕਰਨਾ। ਤੁਸੀਂ ਸਾਨੂੰ ਹਮੇਸ਼ਾ ਬਰਨਾਰਡ ਸ਼ਾਹ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਹੋ। ਹਾਂਜੀ, ਮੈਂ ਉਹ ਠੀਕ ਨੇ। ਉਹ ਮੈਂ ਕਹਿੰਦਾ ਜੇ ਤੁਹਾਡਾ ਦਿਮਾਗ ਮੰਨਦਾ ਉਹਨਾਂ ਗੱਲਾਂ ਨੂੰ ਜਾ ਕੇ ਫਿੱਟ ਆ, ਫਿਰ ਤਾਂ ਉਹਨੂੰ ਐਕਸੈਪਟ ਕਰ ਲਓ। ਜੇ ਤੁਹਾਨੂੰ ਲੱਗਦਾ ਵੀ ਨਹੀਂ ਵੀ ਮੇਰੀ ਸਥਿਤੀ ਵਿੱਚ ਇਹ ਗੱਲਾਂ ਠੀਕ ਨਹੀਂ ਆ, ਫਿਰ ਐਕਸੈਪਟ ਨਾ ਕਰੋ, ਚਾਹੇ ਕਿਸੇ ਨੇ ਵੀ ਕਹੀ ਹੋਈ ਹੈ ਜਾ ਕੇ। ਸੋ ਇਹ ਗੱਲ ਜਿਹੜੀ ਹੈਗੀ ਪਰਪਸ ਮੇਰਾ ਇਹ ਦਾ ਟੂ ਮੇਕ ਦੀ ਪੀਪਲ ਥਿੰਕ ਵੀ ਸੋਚੋ। ਸੋਚਣ 'ਤੇ ਗੱਲ ਜਿਹੜੀ ਹੈ ਬਹੁਤ ਆਪਣੀ ਜਿਹੜੀ ਸੋਚ ਆ ਥਿੰਨ ਸਾਹਿਬ, ਇਹ ਕਿਸੇ ਹੋਰ ਦੇ ਹੱਥ ਨਾ ਦਿਓ ਵੀ ਤੂੰ ਮੇਰੇ ਲਈ ਸੋਚ, ਵੀ ਤੂੰ ਜੋ ਕਹੇਗਾ ਮੈਂ ਉਹ ਕਰੂੰਗਾ। ਇੱਦਾਂ ਨਹੀਂ ਹੈ ਜਾ ਕੇ ਆਪ ਫੈਸਲਾ ਇੱਕ ਕਰਨੀ। ਇੱਕ ਇਹ ਜ਼ਰੂਰੀ ਹੈ, ਇੱਕ ਮੈਂ ਇਹ ਜ਼ਰੂਰੀ ਸਮਝਦਾ ਵੀ ਕੋਈ ਬੰਦਾ ਵੀ ਇਸ ਅਹਿਸਾਸੇ ਕਮਤਰੀ ਜਿਹਨੂੰ ਆਪਾਂ ਕਹਿੰਦੇ ਹਾਂ ਇਨਫੀਰੀਅਰਟੀ ਕੰਪਲੈਕਸ ਵਿੱਚ ਨਾ ਰਹੇ ਜਾ ਕੇ ਵੀ ਮੈਂ ਸਮਾਜ ਲਈ ਕੁਛ ਨਹੀਂ ਕਰ ਰਿਹਾ। ਇਹ ਜਿਹੜਾ ਸਮਾਜ ਆ ਇਹਦੇ 'ਚ ਆਪਾਂ ਸਾਰੇ ਹੀ ਕੁਛ ਨਾ ਕੁਛ ਕਰ ਰਹੇ ਹਾਂ, ਸਾਰੇ ਹੀ ਯੋਗਦਾਨ ਪਾ ਰਹੇ ਹਾਂ, ਸਾਰੇ ਹੀ ਹਿੱਸਾ ਪਾ ਰਹੇ ਆ। ਜਿਹੜਾ ਇੱਥੇ ਤੱਕ ਸਮਾਜ ਪਹੁੰਚਿਆ ਆ ਇਹ ਇੱਕ ਦੀ ਇਹਦੇ 'ਚ ਯੋਗਦਾਨ ਨਹੀਂ ਹੈ, ਇਹ ਸਾਰਿਆਂ ਦਾ ਹੀ ਯੋਗਦਾਨ ਆ। ਕਿਸਾਨਾਂ ਦਾ ਵੀ ਆ, ਮਜ਼ਦੂਰਾਂ ਦਾ ਵੀ ਆ, ਬਾਦਸ਼ਾਹਾਂ ਦਾ ਵੀ, ਸੋਲਜਰਾਂ ਦਾ ਵੀ ਆ, ਕੁੱਕ ਦਾ ਵੀ ਆ, ਸਾਰਿਆਂ ਦਾ। ਹਰ ਬੰਦੇ ਨੇ ਹਿੱਸਾ ਪਾਇਆ ਔਰ ਆਪਾਂ ਵੀ ਹਿੱਸਾ ਪਾ ਰਹੇ ਹਾਂ। ਇਹਦੇ ਵਿੱਚ ਆਪਾਂ ਰਹੀਏ, ਆਪਾਂ ਨੂੰ ਕੌਨਫੀਡੈਂਸ ਹੋਣਾ ਚਾਹੀਦਾ ਵੀ ਮੈਂ ਕੰਟਰੀਬਿਊਟ ਕਰ ਰਿਹਾ। ਜਿੱਦਾਂ ਮੈਂ ਅੱਗੇ ਵੀ ਇੱਕ ਵਾਰ ਕੋਟ ਕੀਤਾ ਸੀ, ਉਹ ਜਿਊਲਿਕਸ ਫਿਊਚਿਕ ਹੋਏ ਆ ਜੀ, ਇੱਕ ਚੈਕੋਸਲੋਵਾਕੀਆ ਦੇ ਉਹ ਨਾਜ਼ੀਆਂ ਨਾਲ ਮਾਰੇ ਗਏ, ਨਾਜ਼ੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਸੀ ਕੁੱਟ ਕੇ ਜੀ। ਉਹਨਾਂ ਦੀ ਕਿਤਾਬ ਛਪੀ ਸੀ ਜੀ, ਨੋਟਸ ਫਰੋਮ ਦੀ ਗੈਲੋਜ਼। ਉਹ ਜੇਲ੍ਹ ਦੇ ਵਿੱਚੋਂ ਨੋਟ ਲਿਖ ਕੇ ਬਾਹਰ ਭੇਜਦੇ ਰਹਿੰਦੇ ਸੀ। ਉਹ ਜਦ ਫਿਰ ਉਹਨਾਂ ਨੂੰ ਮਾਰਤਾ, ਉਹ ਤੋਂ ਬਾਅਦ ਉਹ ਕਿਤਾਬ ਛਪੀ, ਪੰਜਾਬੀ ਵਿੱਚ ਵੀ ਛਪੀ ਆ, ਫਾਂਸੀ ਦੇ ਤਖਤੇ ਤੋਂ ਸ਼ਾਇਦ ਇੱਦਾਂ ਦਾ ਕੁਛ ਨਾ ਸੀ ਉਹਦਾ। ਅਜੇ ਤੱਕ ਮੈਨੂੰ ਆਖਰੀ ਪਹਿਰਾ ਚੇਤੇ ਆ ਜੀ। ਆਖਰੀ ਪਹਿਰੇ 'ਚ ਉਹ ਲਿਖਦੇ ਆ, ਉਹ ਕਹਿੰਦੇ ਇਸ ਦੁਨੀਆ ਦੇ ਵਿੱਚ ਕੋਈ ਵੀ ਦਰਸ਼ਕ ਨਹੀਂ ਹੈ, ਸਾਰੇ ਐਕਟਰ ਆ, ਸਾਰੇ ਐਕਟ ਕਰਦੇ ਆ, ਦਰਸ਼ਕ ਕੋਈ ਨਹੀਂ ਹੈ। ਇਸ ਕਰਕੇ ਜਿਹੜੇ ਹੈਗੇ ਆ ਅਸੀਂ ਸਾਰੇ ਹੀ ਕੁਛ ਨਾ ਕੁਛ ਕਰ ਰਹੇ ਹਾਂ ਜਾ ਕੇ, ਸਪੈਕਟੇਟਰ ਕੋਈ ਨਹੀਂ ਹੈ, ਦੇਖਣ ਵਾਲਾ ਕੋਈ ਨਹੀਂ, ਅਸੀਂ ਤਾਂ ਕੰਮ ਕਰਦੇ ਹਾਂ। ਇਸ ਕਰਕੇ ਇਸ ਰਹਿਣਾ ਚਾਹੀਦਾ ਵੀ ਵੀ ਆਰ ਕੰਟਰੀਬਿਊਟਿੰਗ ਸਮਥਿੰਗ ਇਹਦੇ ਵਿੱਚ। ਅੱਛਾ, ਹੁਣ ਆਪਾਂ ਇਹਦੇ 'ਤੇ ਆਉਂਦੇ, ਜਿਹੜਾ ਮੁੱਖ ਮਸਲਾ ਹੋਇਆ ਤਿੰਨ ਸਾਹਿਬ। ਦੇਖੋ ਪਹਿਲਾਂ ਤਾਂ ਦੇਖੋ ਇਹ ਗੱਲ ਹੈਗੀ ਆ ਵੀ ਇਹ ਸਾਰੇ ਮਸਲੇ ਵਿੱਚ ਮੈਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਠੀਕ ਹੈ ਨਾ ਜੀ। ਮੇਰੀ ਬਾਰੇ ਦਿਲੀ ਤਮੰਨਾ ਹੈਗੀ ਆ ਵੀ ਤਿੰਨ ਸਾਹਿਬ ਘਰਾਂ ਦੇ ਵਿੱਚ ਕਲੇਸ਼ ਬਹੁਤ ਆ ਜੀ,
ਬਹੁਤ ਜ਼ਿਆਦਾ ਕਲੇਸ਼ ਹੈ ਘਰਾਂ ਦੇ ਵਿੱਚ। ਇੰਨਾ ਆ ਤੁਸੀਂ ਅੰਦਾਜ਼ਾ ਲਾ ਨਹੀਂ ਸਕਦੇ। ਫਿਰ ਮੈਂ ਇੱਕ ਹੁਣ ਫਿਰ ਦੱਸ ਦਿਆਂ ਵੀ ਇਹ ਸਾਰਿਆਂ ਘਰਾਂ 'ਤੇ ਅਪਲਾਈ ਨਹੀਂ ਹੁੰਦੀ ਹੈ। ਇਹ ਸਾਰੇ ਨਾ ਸਮਝ ਲਓ ਵੀ ਸਾਰਿਆਂ 'ਤੇ ਹੋਵੇ, ਜਿੱਥੇ ਹੁੰਦੀ ਆ ਉਹ ਦੇਖ ਲੈਣ ਜਾ ਕੇ, ਠੀਕ ਹੈ ਨਾ। ਬੜੇ ਖੁਸ਼ਹਾਲ ਹਾਂ, ਕਈ ਗੁੱਡ ਫੈਮਲੀਜ਼ ਵੀ ਆ ਚੱਲੇ ਹੁੰਦੇ ਆ, ਪਰ ਉਹ ਮੇਰੀ ਦਿਲੀ ਤਮੰਨਾ ਇਹ ਆ ਵੀ ਇਹ ਘਰਾਂ ਦੇ ਵਿੱਚੋਂ ਕਲੇਸ਼ ਜਿਹੜਾ ਥੋੜ੍ਹਾ ਜਿਹਾ ਘੱਟ ਜਾਵੇ ਜਾ ਕੇ, ਕਿਉਂਕਿ ਇਸ ਮੁਲਕ ਦੇ ਵਿੱਚ ਇੰਜੋਏ ਕਰਨ ਲਈ ਬਹੁਤ ਕੁਛ ਹੈ। ਇਸ ਮੁਲਕ ਦੇ ਵਿੱਚ ਦੁਖੀ ਰਹਿਣ ਵਾਲੀਆਂ ਗੱਲਾਂ ਬਹੁਤ ਥੋੜ੍ਹੀਆਂ ਆ। ਜੇ ਦੁਖੀ ਰਹਿੰਦੇ ਆ ਤਾਂ ਅਸੀਂ ਖੁਦ ਆਪਣੇ ਆਪ ਦੁਖੀ ਰਹਿੰਦੇ ਹਾਂ ਜਾ ਕੇ। ਕੋਈ ਆਪਣੇ ਪੈਦਾ ਕੀਤੀਆਂ ਪਰਿਸਥਿਤੀਆਂ, ਪੈਦਾ ਕੀਤੇ ਖਿਆਲ, ਉਹ ਪੈਦਾ ਕੀਤੀਆਂ ਲੜਾਈਆਂ ਉਹ ਜੇ ਕਿਸੇ ਤਰ੍ਹਾਂ ਘੱਟ ਜਾਣ ਤੇ ਉਹਦੇ ਲਈ ਥੈਂਕ ਯੂ ਵੈਰੀ ਮਚ। ਤੁਸੀਂ ਮੈਨੂੰ ਮੌਕਾ ਦੇ ਦਿੰਦੇ ਆ, ਜਦੋਂ ਮੇਰਾ ਦਿਲ ਕਰਦਾ ਮੈਂ ਆ ਜਾਂਦਾ ਜੀ। ਪ੍ਰੋਫੈਸਰ, ਬਹੁਤੀਆਂ ਜਿਹੜੀਆਂ ਘਰੇਲੂ ਲੜਾਈਆਂ ਦੀ ਜੜ ਹੈ ਇਕਨੋਮਿਕ ਤੰਗੀ ਤੁਰਸ਼ੀ ਰਹੀ। ਹੁਣ ਤਾਂ ਸਾਹਿਬ ਆਪਾਂ ਇੱਦਾਂ ਹੁਣ ਬਦਲ ਗਿਆ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਜੀ। ਹੁਣ ਪਹਿਲਾਂ ਆਪਾਂ ਜਿਸ ਵੇਲੇ ਲਈਏ ਜੀ, ਆਪਾਂ ਬਹੁਤ ਪਿੱਛੇ ਤਾਂ ਨਹੀਂ ਜਾਂਦੇ ਹੈ, ਆਪਾਂ ਉੱਥੇ ਕੁ ਜਾਂਦੇ ਹਾਂ ਜਿੱਥੋਂ ਕੋ ਐਗਰੀਕਲਚਰ ਸਮਾਜ ਸ਼ੁਰੂ ਹੁੰਦਾ, ਬਹੁਤ ਪਿੱਛੇ ਨਹੀਂ ਜਾਂਦੇ ਹੈ। ਹੁਣ ਐਗਰੀਕਲਚਰ ਸਮਾਜ ਜਿਹਨੂੰ ਆਪਾਂ ਐਗਰੀਕਲਚਰ ਸਮਾਜ ਖੇਤੀ ਪ੍ਰਧਾਨ ਸਮਾਜ ਕਹਿ ਲਓ, ਜਾਂ ਆਪਾਂ ਉਹਨੂੰ ਫਿਊਡਲਿਜ਼ਮ ਕਹਿ ਲਓ, ਕੁਛ ਵੀ ਕਹਿ ਲਓ ਜਾ ਕੇ, ਉੱਥੋਂ ਜਿਹੜੀ ਪੋਜੀਸ਼ਨ ਸੀ, ਉੱਥੇ ਜਿਹੜੀ ਔਰਤ ਦੀ ਪੋਜੀਸ਼ਨ ਜਿਹੜੀ ਸੀ, ਉੱਥੇ ਆ ਕੇ ਉਹਦੇ 'ਚ ਬਹੁਤ ਘੱਟ ਗਈ, ਬਹੁਤ ਡਿੱਗ ਗਈ ਹੇਠ। ਜਿੱਦਾਂ ਪਹਿਲਾਂ ਕਿਸੇ ਸਮੇਂ ਮੈਟਰੀਆਰਕਲ ਫੈਮਿਲੀ ਹੁੰਦੀ ਸੀ, ਔਰਤ ਪ੍ਰਧਾਨ ਹੁੰਦੀ ਸੀ, ਉਹ ਨਹੀਂ ਹੈ। ਇੱਥੇ ਆ ਕੇ ਬਹੁਤ ਉਹਦੀ ਪੋਜੀਸ਼ਨ ਡਿੱਗ ਗਈ ਆ ਕੇ ਜਾ ਕੇ। ਪਰ ਔਰਤ ਫੈਮਿਲੀ ਦਾ ਹੈੱਡ ਵੀ ਰਹੀ, ਔਰਤ ਤੋਂ ਬਾਅਦ ਦੀ ਗੱਲ, ਉਹ ਪਹਿਲਾਂ ਦੀ ਗੱਲ, ਇਹ ਤੋਂ ਪਹਿਲਾਂ ਦੀ ਗੱਲ ਹੈ। ਜਿਸ ਵੇਲੇ ਔਰਤ ਹੈੱਡ ਰਹੀ ਆ, ਔਰਤ ਕਰਦੀ ਸੀ ਉਸ ਵੇਲੇ ਤਾਂ ਇਹ ਵੀ ਸੀਗਾ ਜਾ ਕੇ ਵੀ ਔਰਤ ਦੇ ਉਹ ਕਈ ਹਸਬੈਂਡ ਵੀ ਰੱਖਦੀ ਸੀਗੀ ਜਾ ਕੇ। ਪਰ ਇਹ ਫਿਊਡਲਿਜ਼ਮ 'ਚ ਹਟ ਗਿਆ। ਇਹ ਫਿਊਡਲਿਜ਼ਮ ਦੇ ਵਿੱਚ ਇੱਦਾਂ ਹਟ ਗਿਆ ਤੇ ਕਈ ਹਸਬੈਂਡ ਸੀਗੇ। ਇੱਦਾਂ ਜ਼ਰੂਰ ਰਿਹਾ ਜਾ ਕੇ ਵੀ ਜੇ 4 ਭਰਾ ਆ ਤੇ ਇੱਕ ਦੀ ਸ਼ਾਦੀ ਹੋ ਗਈ ਆ ਤੇ ਦੂਜੇ ਜਿਹੜੇ ਹੈਗੇ ਫਿਜ਼ੀਕਲ ਰਿਲੇਸ਼ਨ ਰੱਖ ਲੈਂਦੇ ਸੀ, ਦੂਜਿਆਂ ਦੀ ਸ਼ਾਦੀ ਨਹੀਂ ਹੁੰਦੀ ਹੈ। ਮਹਾਭਾਰਤ ਦੇ ਵਿੱਚ ਵੀ ਇਹ ਜ਼ਿਕਰ, ਮਹਾਭਾਰਤ 'ਚ ਦੱਸੇਗਾ ਹੀ ਜਾ ਕੇ, ਠੀਕ ਹੈ ਨਾ ਜੀ। ਉਹਦੇ ਵਿੱਚ ਇੱਕ ਤਾਂ ਜ਼ਮੀਨ ਦੀ ਫਰੈਗਮੈਂਟੇਸ਼ਨ ਤੋਂ ਡਰਦੇ ਉਸ ਵੇਲੇ ਟੁਕੜੇ ਨਾ ਹੋ ਜਾਣ, ਦੂਜੇ ਲੜਕੀਆਂ ਦੀ ਘਾਟ ਕਰਕੇ, ਕਿਉਂਕਿ ਲੜਕੀਆਂ ਨੂੰ ਮਾਰਨ ਦਾ ਜਿਹੜਾ ਸੀਗਾ ਉਹ ਕਾਫੀ ਰੁਝਾਨ ਸੀਗਾ। ਉਹਨਾਂ ਦੀ ਗਿਣਤੀ ਸਦਾ ਹੀ ਘੱਟ ਰਹੀ ਆ ਆਦਮੀਆਂ ਨਾਲੋਂ। ਮੇਰਾ ਖਿਆਲ ਬਹੁਤਿਆਂ ਮੁਲਕਾਂ 'ਚ ਅਜੇ ਤਾਈਂ ਵੀ ਘੱਟ ਹੈਗੀ ਆ, ਪਰ ਉਹਦੇ ਰੀਜ਼ਨ ਕੋਈ ਹੋਰ ਵੀ ਹੋ ਸਕਦੇ ਆ, ਠੀਕ ਹੈ ਨਾ। ਹੁਣ ਜਿਹੜਾ ਇਹ ਖੇਤੀਬਾੜੀ ਸਮਾਜ ਆ ਥਿੰਨ ਸਾਹਿਬ, ਇਹਦੇ ਵਿੱਚ ਹਸਬੈਂਡ ਬ੍ਰੈਡ ਵਿਨਰ ਆ। ਹਸਬੈਂਡ ਕਮਾਉਂਦਾ, ਉਹ ਪੈਸੇ ਲਿਆਉਂਦਾ, ਔਰ ਉਹ ਔਰਤ ਜਿਹੜੀ ਆ ਉਹ ਪੈਸੇ ਕਮਾਉਣ ਵਾਲਾ ਕੰਮ ਨਹੀਂ ਕਰਦੀ, ਕੋਈ ਹੋਰ ਕੰਮ ਕਰਦੀ ਆ। ਫਿਊਡਲ ਸਿਸਟਮ ਐਗਰੀਕਲਚਰ ਜਿਹੜੀ ਸਿਸਟਮ ਹੈਗਾ ਆ। ਔਰ ਉਹਦੇ ਵਿੱਚ ਕਿਉਂਕਿ ਉਹ ਬਾਹਰੋਂ ਕਮਾ ਕੇ ਲਿਆਉਂਦਾ, ਇਸ ਕਰਕੇ ਉਹ ਸਰਦਾਰੀ ਉਹਦੇ ਕੋਲ ਆ। ਔਰ ਫਿਊਡਲ ਸਿਸਟਮ ਦੇ ਵਿੱਚ ਥਿੰਨ ਸਾਹਿਬ ਔਰਤ ਨੂੰ ਕੁੱਟਣ ਦਾ ਜਿਹੜਾ ਸੀ, ਇਹ ਵੈਰੀ ਕਾਮਨ ਸੀ। ਔਰਤ ਨੂੰ ਕੁੱਟਣ ਦੇ ਵਿੱਚ ਕੋਈ ਇੱਦਾਂ ਨਹੀਂ ਸਮਝਿਆ ਜਾਂਦਾ ਹੈਗਾ ਜਾ ਕੇ ਵੀ ਇਹ ਕੋਈ ਬੜਾ ਕੇਸ ਹੋ ਗਿਆ, ਫਲਾਨਾ ਹੋ ਗਿਆ। ਆਵੇਂ ਕੁੱਟਦੇ ਹੁੰਦੇ ਸੀ ਆਵੇਂ, ਠੀਕ ਹੈ ਨਾ। ਔਰ ਮੈਂ ਤੁਹਾਨੂੰ ਇੱਕ ਜ਼ਾਤੀ ਮਿਸਾਲ ਦੱਸ ਦੇਵਾਂ, ਸ਼ਾਇਦ ਮੈਂ ਪਹਿਲਾਂ ਵੀ ਕਿਤੇ ਦੱਸੀ ਹੋਵੇ ਜਾ ਕੇ। ਮੈਂ ਇੱਕ ਵਾਰ ਫਗਵਾੜੇ ਪੁਲਿਸ ਸਟੇਸ਼ਨ ਬੈਠਾ, ਮਰਜ਼ੀ ਨਾਲ ਫੜ ਕੇ ਨਹੀਂ ਲਗਾਏ, ਫੜ ਕੇ ਵੀ ਲਗਾਏ ਸੀ, ਪਰ ਉਹਦੀ ਗੱਲ ਨਹੀਂ। ਅਤੇ ਉੱਥੇ ਇੱਕ ਲੇਡੀ ਆਈ ਜੀ। ਉਹ ਲੇਡੀ ਬੜੀ ਘਬਰਾਈ ਹੋਈ ਆ ਕੇ, ਹੋਰ ਤਰ੍ਹਾਂ ਉਹ ਸਿਰ 'ਤੇ ਚੁੰਨੀ ਵੀ ਨਾ ਉਹਦੇ ਜੀ। ਉਹ ਆ ਕੇ ਕਹਿੰਦੀ ਜੀ ਮੇਰੀ ਰਿਪੋਰਟ ਲਿਖੋ ਜੀ, ਮੈਨੂੰ ਕੁੱਟਿਆ ਜਾ ਕੇ। ਅਤੇ ਉਹ ਥਾਣੇਦਾਰ ਉਹਨੂੰ ਕਹਿੰਦਾ ਵੀ ਅੱਛਾ ਲਿਖ ਲੈਂਦੇ ਹਾਂ, ਅਤੇ ਲਿਖਾ ਤੈਨੂੰ ਕਿਹਨੇ ਕੁੱਟਿਆ? ਉਹ ਕਹਿੰਦੀ ਜੀ ਮੇਰੇ ਆਦਮੀ ਨੇ ਮੈਨੂੰ ਕੁੱਟਿਆ, ਮੇਰੇ ਹਸਬੈਂਡ ਨੇ ਮੈਨੂੰ ਕੁੱਟਿਆ। ਉਹ ਥਾਣੇਦਾਰ ਨੇ ਰਿਪੋਰਟ ਰੱਖ ਦਿੱਤੀ ਜੀ। ਉਹ ਕਹਿੰਦਾ ਬੀਬੀ ਇਹ ਤੁਹਾਡੇ ਘਰ ਦਾ ਮਸਲਾ ਆ, ਤੁਸੀਂ ਜਾ ਕੇ ਘਰ ਵਿੱਚ ਨਜਿੱਠੋ ਜਾ ਕੇ। ਇਹ ਹੁਣ ਅਸੀਂ ਕੀ ਕਰੀਏ, ਤਾਂ ਤੁਹਾਡੇ ਆਪਣੇ ਘਰ ਦਾ ਮਸਲਾ ਆ, ਅਤੇ ਇਹ ਤੁਸੀਂ ਮੁਕਾਓ। ਪਰ ਇਹ ਭਾਈਚਾਰਕ ਤੌਰ 'ਤੇ ਮੁਕਾ ਲਓ, ਜਿੱਦਾਂ ਪਰਿਵਾਰਕ ਤੌਰ 'ਤੇ ਹੁੰਦਾ। ਜੇ ਕਿਸੇ ਹੋਰ ਨੇ ਕੁੱਟਿਆ ਤਾਂ ਮੈਨੂੰ ਦੱਸ, ਮੈਂ ਰਿਪੋਰਟ ਲਿਖ ਲੈਂਦਾ। ਹਾਂਜੀ, ਉਹ ਕਹਿੰਦੀ ਨਹੀਂ, ਹੋਰ ਨੇ ਹਸਬੈਂਡ ਨਹੀਂ ਕੁੱਟਿਆ। ਉਹ ਰਿਪੋਰਟ ਲਿਖੀ ਨਹੀਂ ਜੀ। ਲੁਧਿਆਣੇ ਦੀ ਇੱਕ ਮੈਜਿਸਟਰੇਟ ਦੀ ਔਰਤ ਆ, ਹੁਣ ਪਿਛਲੇ 5-7 ਸਾਲ ਹੀ ਹੋਏ ਆ। ਹਾਂਜੀ, ਉਹ ਦਰ ਗਈ, ਵੱਡੇ ਅਫਸਰਾਂ ਕੋਲੇ ਗਈ, ਪੁਲਿਸ ਅਫਸਰਾਂ ਕੋਲੇ ਗਈ, ਉਹਦੀ ਰਿਪੋਰਟ ਨਹੀਂ ਲਿਖੀ ਕਿਸੇ ਨੇ। ਨਹੀਂ ਲਿਖੀ ਹੋਣੀ, ਨਹੀਂ ਲਿਖੀ ਕਿ ਇਹ ਹੈ ਕਿਉਂਕਿ ਸਿੰਘ ਸਾਹਿਬ ਆਪਾਂ ਜਿਹੜੇ ਹੈਗੇ ਆ, ਅਸੀਂ ਇੱਕ ਫਿਊਡਲ ਸਿਸਟਮ ਤੋਂ ਬਦਲ ਰਹੇ ਹਾਂ ਇਸ ਵੇਲੇ, ਪ੍ਰੋਸੈਸ ਦੇ ਵਿੱਚ ਹੈਗੇ ਆ ਜਾ ਕੇ। ਅੱਛਾ, ਫਿਰ ਤੁਸੀਂ ਉਹਦੇ ਵਿੱਚ ਇਹ ਦੇਖ ਲਓ ਜੀ ਵੀ ਹਸਬੈਂਡ ਵਾਈਫ ਦੇ ਰਿਲੇਸ਼ਨ ਵੀ ਉਨੇ ਕਲੋਜ਼ ਨਹੀਂ ਹੁੰਦੇ ਫਿਊਡਲ ਸਿਸਟਮ ਵਿੱਚ ਜਿੰਨੇ ਕੈਪੀਟਲ ਸਿਸਟਮ 'ਚ ਹੋਏ ਆ, ਇੰਡਸਟਰੀਅਲ ਯੁੱਗ 'ਚ ਹੋਏ। ਮੈਂ ਤਾਂ ਕਿਉਂਕਿ ਜੁਆਇੰਟ ਫੈਮਿਲੀ ਸੀ ਜੀ। ਜੁਆਇੰਟ ਫੈਮਿਲੀ ਦੇ ਵਿੱਚ ਹਸਬੈਂਡ ਵਾਈਫ ਨੂੰ ਇਕੱਠੇ ਰਹਿਣ ਦਾ ਟਾਈਮ ਬਹੁਤ ਘੱਟ ਮਿਲਦਾ ਸੀ। ਇਕੱਠੇ ਰਹਿੰਦੇ ਨਹੀਂ ਜਾ ਕੇ, ਚਾਚੇ ਤਾਏ ਭਤੀਜੇ ਸਾਰੇ ਉੱਥੇ ਰਸ਼ ਬਹੁਤ ਹੁੰਦਾ ਸੀ। ਤਾਂ ਇੰਨੇ ਜੱਟਾਂ ਕੋਲ ਹੁੰਦੇ ਨਹੀਂ ਹੈ ਕਮਰੇ ਜਿੱਥੇ
ਥਿੰਨ ਸਾਹਿਬ ਮੈਂ ਤੁਹਾਨੂੰ ਦੱਸ ਦਿੰਦਾ ਵੀ ਹਸਬੈਂਡ ਵਾਈਫ ਦਾ ਫਿਊਡਲ ਸਿਸਟਮ ਦੇ ਵਿੱਚ ਇੱਕ ਬੈੱਡ 'ਤੇ ਸੌਣਾ ਹੀ ਨਹੀਂ ਸੀ ਹੁੰਦਾ ਜੀ। ਇਹਨੂੰ ਬੇਸ਼ਰਮੀ ਸਮਝਿਆ ਜਾਂਦਾ ਸੀ ਵੀ ਜੇ ਉਹ ਇੱਕ ਬੈੱਡ 'ਤੇ ਸੌਂਦੇ ਇੱਕ ਬੈੱਡ 'ਤੇ ਨਹੀਂ ਸੌਂਦੇ ਹੁੰਦੇ ਜੀ, ਅਲੱਗ ਅਲੱਗ ਗਿਆ। ਆਦਮੀ ਤਾਂ ਕਈ ਵਾਰ ਪਸ਼ੂਆਂ ਵਾਲੇ ਅੰਦਰ ਸੌਂਦੇ ਸੀ ਜਾ ਕੇ ਕਈ ਵਾਰ ਮੈਂ ਤਾਂ ਕੁੱਪ ਵਿੱਚ ਸੌਂਦੇ ਵੀ ਦੇਖੇ ਆ, ਜਦ ਅੱਧਾ ਖਾਲੀ ਹੋ ਜਾਂਦਾ ਹੁੰਦਾ ਸੀ। ਪੰਜਾਬੀ ਦੇ ਲੋਕ ਗੀਤਾਂ ਦੇ ਵਿੱਚ ਵੀ ਆ ਵੀ ਮੰਜੇ ਜੋੜ ਕੇ ਨਹੀਂ ਡਾਹੀਦੇ। ਅੱਛਾ, ਫਿਰ ਤੁਸੀਂ ਦੇਖੋ ਉਸ ਵੇਲੇ 'ਚ ਵੰਡ ਵਡਾਈ ਬਹੁਤ ਹੁੰਦੀ ਸੀ। ਇਹ ਕਾਮਨ ਹੁੰਦਾ ਸੀਗਾ ਵੀ ਤੁਸੀਂ ਕਿਸੇ ਦਿਓ ਦਾਲ ਮੰਗਣ ਚਲੇ ਗਏ ਨਾਲ ਦੇ ਘਰ ਦੇ ਵਿੱਚੋਂ, ਠੀਕ ਹੈ ਨਾ, ਜਾਂ ਤੁਸੀਂ ਈਵਨ ਅੱਗ ਮੰਗਣ ਦਾ ਵੀ ਰਿਵਾਜ ਪਹਿਲਾਂ ਦੇ ਵਿੱਚ ਹੋ ਰਿਹਾ। ਸੋ ਬਿਲਕੁਲ ਡਿਫਰੈਂਟ ਸਿਸਟਮ ਸੀ ਉਹਦੇ ਵਿੱਚ। ਹਸਬੈਂਡ ਵਾਈਫ ਦੇ ਇੱਦਾਂ ਦੇ ਰਿਲੇਸ਼ਨ ਨਹੀਂ ਹੈ ਜਿੱਦਾਂ ਦੇ ਸੇ ਵੀ ਜਿੱਦਾਂ ਕੋਈ ਲਾ ਪ੍ਰੋਟੈਕਟ ਕਰਨ ਵਾਲਾ ਨਹੀਂ ਹੈ। ਜਿੱਦਾਂ ਕਹਿ ਲਓ ਵਾਈਫ ਨੂੰ ਜੇ ਕੋਈ ਮਾਰਦਾ ਕੋਈ ਲਾ ਨਹੀਂ ਪ੍ਰੋਟੈਕਟ ਕਰਦਾ ਜਿੱਦਾਂ ਹੁਣ ਇੱਥੇ ਕਰਦਾ ਹੈ। ਇੱਥੇ ਡਿਫਰੈਂਟ ਹੈ, ਤੁਹਾਨੂੰ ਪਤਾ ਸਾਰਿਆਂ ਨੂੰ। ਇੱਥੇ ਤੁਸੀਂ ਮਰਜ਼ੀ ਤੋਂ ਬਿਨਾਂ ਟੱਚ ਨਹੀਂ ਕਰ ਸਕਦੇ। ਹੁਣ ਤਾਂ ਇੰਡੀਆ ਦੇ ਵਿੱਚ ਵੀ ਮੇਰਾ ਖਿਆਲ ਲਾ ਉਹ ਕਾਫੀ ਇਫੈਕਟਿਵ ਆ। ਇੰਡੀਆ ਦੇ ਵਿੱਚ ਹੁਣ ਸਿਸਟਮ ਬਦਲ ਰਿਹਾ ਜੀ, ਕਾਫੀ ਸਿਸਟਮ ਜਿਹੜਾ ਬਦਲ ਰਿਹਾ ਸਾਰੇ। ਅੱਛਾ, ਉਹਦੇ ਵਿੱਚ ਤੁਸੀਂ ਦੇਖੋ ਈਵਨ ਸਾਨੂੰ ਆਮ ਕਿਹਾ ਜਾਂਦਾ ਸੀ, ਇੱਦਾਂ ਦੇ ਸ਼ੇਰ ਤੁਲਸੀਦਾਸ ਦਾ ਮੇਰਾ ਖਿਆਲ ਸ਼ੇਰ ਆ, ਢੋਰ ਗੰਵਾਰ ਸ਼ੂਦਰ ਔਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਮਤਲਬ ਚੰਗੇ ਜਿਹੜੇ ਕਵੀ ਵਧੀਆ ਲਿਖੇ ਜਾਂਦੇ ਆ, ਜਿਹਨੇ ਰਾਮਾਇਣ ਵਰਗੇ ਲਿਖੇ ਆ ਜਾ ਕੇ, ਉਹ ਕਹਿੰਦਾ ਢੋਰ ਪਸ਼ੂ ਨੂੰ ਕਹਿੰਦੇ ਮੇਰਾ ਖਿਆਲ, ਢੋਰ ਗੰਵਾਰ ਸ਼ੂਦਰ ਔਰ ਨਾਰੀ ਜੇ ਸਭ ਤਾੜੇ ਸਾਰੇ ਕੁੱਟਣ ਦੇ ਲੈ ਕੇ ਆਏ, ਇਹਨਾਂ ਨੂੰ ਕੁੱਟਣਾ ਹੀ ਚਾਹੀਦਾ। ਇੱਦਾਂ ਦੀ ਪਰਿਸਥਿਤੀ ਸੀਗੀ ਜਾ ਕੇ। ਅੱਛਾ, ਹੁਣ ਇਹ ਸਾਰੀ ਮੈਂ ਕਿਉਂ ਦੱਸ ਰਿਹਾ ਜੀ? ਇਹ ਮੈਂ ਇਸ ਕਰਕੇ ਦੱਸ ਰਿਹਾ ਜਾ ਕੇ ਵੀ ਜਿਹੜੇ ਅਸੀਂ ਆ, ਅਸੀਂ ਇਸ ਸਿਸਟਮ ਦੀ ਪ੍ਰੋਡਕਟ ਹਾਂ। ਅਸੀਂ ਜਿਹੜੇ ਉੱਥੋਂ ਇੰਡੀਆ 'ਚੋਂ ਰੇਜ਼ ਹੋ ਕੇ ਆਏ ਆ, ਉਹ ਇਸ ਸਿਸਟਮ 'ਚੋਂ ਰੇਜ਼ ਹੋ ਕੇ ਆਏ ਆ। ਅਸੀਂ ਛੋਟੇ ਹੁੰਦੇ ਇਹ ਚੀਜ਼ਾਂ ਦੇਖੀਆਂ ਆ। ਛੋਟੇ ਹੁੰਦੇ ਵਿੱਚ ਆਹ ਕੁਛ ਹੁੰਦਾ ਸੀ ਪਿੰਡਾਂ ਦੇ ਵਿੱਚ ਜਾ ਕੇ, ਜਿਹੜੀਆਂ ਮੈਂ ਗੱਲਾਂ ਸਾਰੀਆਂ ਦੱਸੀਆਂ, ਕਿਉਂਕਿ ਉਹ ਐਗਰੀਕਲਚਰ ਪ੍ਰਧਾਨ ਸਮਾਜ ਸੀ। ਹੁਣ ਐਗਰੀਕਲਚਰ ਤੋਂ ਜਿਸ ਵੇਲੇ ਇੱਧਰ ਆਉਂਦੇ ਆ, ਇਹ ਸਮਝੋ ਹਜ਼ਾਰਾਂ ਸਾਲਾਂ ਦਾ ਸਮਾਂ ਲੱਗਦਾ ਇਹਦੇ ਵਿੱਚ। ਆਪਾਂ ਇੱਕ ਦੋ ਉਦੋਂ ਵੀ ਕੀਤੇ ਸੀ, ਸਿੱਖ ਮੂਵਮੈਂਟ ਵੀ ਲੜੀ ਸੀਗੀ ਫਿਊਡਲਿਜ਼ਮ ਨੂੰ ਖਤਮ ਕਰਨ ਦੇ ਲਈ, ਉਹਨੇ ਆਪਣਾ ਯੋਗਦਾਨ ਪਾਇਆ ਉਹਦੇ ਵਿੱਚ, ਮਜ਼ਾਰਿਆਂ ਨੂੰ ਜ਼ਮੀਨਾਂ ਦਵਾਈਆਂ, ਉਹ ਮੁੜ ਕੇ ਫਿਰ ਫਿਊਡਲਿਜ਼ਮ ਆ ਗਿਆ। ਕਿਉਂਕਿ ਜਿਸ ਵੇਲੇ ਇੱਕ ਸਿਸਟਮ ਬਦਲਦਾ, ਜਿਸ ਵੇਲੇ ਦੇਖੋ ਜਿਸ ਵੇਲੇ ਸਲੇਵਰੀ ਤੋਂ ਫਿਊਡਲਿਜ਼ਮ ਆਇਆ ਕਈ ਹਜ਼ਾਰ ਸਾਲ ਲੱਗੇ, ਔਰ ਅਜੇ ਵੀ ਹੌਲੀ ਹੌਲੀ ਚੱਲਦਾ ਰਿਹਾ, ਠੀਕ ਹੈ ਨਾ। ਹੁਣ ਜੇ ਫਿਊਡਲਿਜ਼ਮ ਤੋਂ ਕੈਪੀਟਲਿਜ਼ਮ ਆਉਂਦਾ, ਉਹ ਵੀ ਸਡਨ ਨਹੀਂ ਆਉਂਦਾ ਹੈ ਜੀ, ਉਹਦੇ ਵਿੱਚ ਇੱਕਦਮ ਆਉਂਦਾ ਹੈ, ਇੱਕਦਮ ਨਹੀਂ ਆਉਂਦਾ ਹੈ ਜਾ ਕੇ। ਹਜ਼ਾਰਾਂ ਸਾਲ ਲੱਗ ਜਾਂਦੇ ਆ ਉਸ ਸਿਸਟਮ ਨੂੰ। ਹੁਣ ਇਹ ਇੰਡਸਟਰੀਅਲ ਯੁੱਗ ਜਿਹਨੂੰ ਆਪਾਂ ਕੈਪੀਟਲਿਜ਼ਮ ਕਹਿ ਸਕਦੇ, ਇੰਡਸਟਰੀਅਲ ਯੁੱਗ ਕਹਿ ਸਕਦੇ ਹਾਂ, ਜਿਸ ਵੇਲੇ ਇੰਡਸਟਰੀ ਆਈ। ਥਿੰਨ ਸਾਹਿਬ ਦੇਖੋ, ਇਨਸਾਨ ਦੇ ਜਿਹੜਾ ਸੁਭਾਅ ਆ ਉਹਦੇ ਕਿੱਤੇ ਨਾਲ ਬਹੁਤ ਸੰਬੰਧ ਆ। ਉਹ ਕਿੱਤਾ ਉਹਦੇ ਸੁਭਾਅ ਨੂੰ ਬਦਲਦਾ ਜਿੱਦਾਂ ਦਾ ਉਹਦਾ। ਹੁਣ ਜਿਹੜਾ ਜੱਟ ਦਾ ਸੁਭਾਅ ਦਾ ਜਿਹੜਾ ਆ, ਉਹਦੇ ਕਿੱਤੇ ਦਾ ਅਸਰ ਆ, ਠੀਕ ਹੈ। ਟਰੇਡਰ ਦਾ ਜਿਹੜੇ ਸੁਭਾਅ ਦੇ ਉੱਤੇ ਉਹਦੇ ਕਿੱਤੇ ਦਾ ਅਸਰ ਆ, ਉਹ ਕੀ ਕਰਦਾ, ਉਹਦੇ ਕਰਤੇ ਕੀ ਆ। ਇਹ ਨਹੀਂ ਆ ਵੀ ਸਾਰੇ ਇੱਦਾਂ ਦੇ ਆ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਜੀ। ਇੱਕ ਵਾਰ ਉੱਥੇ ਫੁਆੜੇ ਸਾਡੇ ਅਖਾੜੇ ਦੇ ਵਿੱਚ ਇੱਦਾਂ ਜ਼ੋਰ ਕਰਕੇ ਹਟੇ ਜੀ, ਅਤੇ ਇੱਕ ਸਾਡੇ ਭਲਵਾਨ ਸੀ ਮਾਝੇ ਤੋਂ ਜੀ, ਉਹਦੇ ਪਿੰਡ ਦੇ 3 ਬੰਦੇ ਆਏ ਜੀ। ਉਹ 3 ਬੰਦਿਆਂ ਦੀ ਐਂ ਮੁੱਛਾਂ ਜੀ ਐਂ ਕੀਤੀਆਂ, ਚਾਦਰਾਂ ਲਾਈਆਂ, ਹੱਥ ਵਿੱਚ ਬੜੇ ਖੁੰਡੇ ਜਿਹੇ ਜੀ, ਪੱਗਾਂ ਬੰਨੀਆਂ ਜਾ ਕੇ, ਅਤੇ ਉਹ ਆ ਕੇ ਬਹਿ ਗਿਆ ਜੀ। ਅਤੇ ਬਹਿ ਕੇ ਉਹਨੂੰ ਕਹਿੰਦੇ ਭਲਵਾਨ ਛੇਤੀ ਨਹਾ ਕੇ ਕੱਪੜੇ ਪਾ ਲਾ, ਛੇਤੀ ਨਹਾ ਕੇ ਕੱਪੜੇ ਪਾ ਲਾ, ਅਤੇ ਹੁਣ ਪਿੰਡ ਚੱਲਣਾ, ਹੁਣ ਇੱਦਾਂ ਗੱਲ ਬਣਨੀ ਨਹੀਂ। ਉਹ ਕਹਿੰਦਾ ਗੱਲ ਕੀ ਹੋਈ? ਗੱਲ ਤੈਨੂੰ ਫਿਰ ਦੱਸਾਂਗੇ, ਪਰ ਹੁਣ ਤੂੰ ਇੱਕ ਵਾਰ ਤਗੜਾ ਹੈ, ਇਹਨਾਂ ਨਾਲ ਇੱਦਾਂ ਹੀ ਸਿੱਝਣਾ ਪੈਣਾ। ਇਹ ਜਿਹੜੇ ਹੈਗੇ ਬੰਦੇ ਇੱਦਾਂ ਗੱਲਾਂ ਬਾਤਾਂ ਨਾਲ ਰਾਸ ਆਉਣ ਵਾਲੇ ਨਹੀਂ ਹੈ। ਅਤੇ ਉਹ ਕਹਿੰਦਾ ਨਹੀਂ, ਥੋੜ੍ਹਾ ਜਿਹਾ ਸਰਪੰਚ ਸਾਹਿਬ ਤੁਸੀਂ ਠੰਡੇ ਹੋਵੋ, ਇੱਦਾਂ ਬਹਿ ਕੇ ਗੱਲ ਕਰ ਰਹੇ। ਨਹੀਂ, ਬਹਿ ਕੇ ਗੱਲ ਕਰਨ ਵਾਲਾ ਟਾਈਮ ਲੰਘ ਗਿਆ। ਕਹਿੰਦਾ ਜੀ ਬਹਿ ਕੇ ਗੱਲ ਕਰਨਾ, ਤੂੰ ਹੁਣ ਬਸ ਆ ਜਾ, ਪਿੰਡ ਚੱਲੀਏ ਤਾਂ ਚੱਲ ਕੇ ਇੱਕ ਪਾਸੇ ਗੱਲ ਕਰ ਦਈਏ। ਅੱਛਾ, ਖੈਰ ਨਾਤੇ ਦੇ ਉੱਤੇ ਤਾਂ ਮੈਂ ਉਹ ਭਲਵਾਨ ਨੂੰ ਪੁੱਛਿਆ, ਫਿਰ ਮੈਂ ਕਿਹਾ ਭਲਵਾਨ ਇਹ ਕੌਣ ਸੀਗੇ? ਉਹ ਮੈਨੂੰ ਕਹਿੰਦਾ ਇਹ ਸਾਡੇ ਪਿੰਡ ਦੇ ਪੰਡਿਤ ਸੀ। ਮੈਂ ਕਿਹਾ ਪੰਡਿਤ ਸੀ? ਪੰਡਿਤ ਬੜੇ ਗਰਮ ਹੋ ਗਏ ਕਿ। ਅਤੇ ਉਹ ਮੈਂ ਕਿਹਾ ਕੀ ਕਰਦੇ? ਉਹ ਕਹਿੰਦਾ ਜੀ ਪੰਡਿਤ ਤਾਂ ਹੈਗੇ, ਪਰ ਕਈਆਂ ਸਦੀਆਂ ਤੋਂ ਖੇਤੀ ਕਰਦੇ ਆ। ਹਾਂ, ਠੀਕ ਹੈ ਨਾ। ਉਹ ਹੁਣ ਉਹਨਾਂ ਦਾ ਸੁਭਾਅ ਦੂਜਿਆਂ ਪੰਡਤਾਂ ਵਰਗਾ ਨਹੀਂ ਰਿਹਾ, ਕਿਉਂਕਿ ਦੂਆ ਬਦਲ ਗਿਆ ਜੀ। ਅੱਛਾ, ਇੱਕ ਉਹ ਸਾਡੇ ਇੱਕ ਬੰਦੇ ਨੇ ਫਗਵਾੜੇ ਵਿੱਚ ਆ ਕੇ ਜੀ, ਉਹਨੂੰ ਕੱਪੜੇ ਦੀ ਦੁਕਾਨ ਪਾ ਲਈ ਜੱਟ ਨੇ। ਅੱਛਾ, ਉਹ ਕੱਪੜੇ ਦੀ ਦੁਕਾਨ ਪਾ, ਉਹ ਜਿਹੜਾ ਆਇਆ ਕਰੇ ਹੱਥ ਜੋੜੇ, ਆਓ ਭੈਣ ਜੀ ਬੈਠੋ ਜੀ, ਆਓ ਭੈਣ ਜੀ ਬੈਠੋ ਜੀ। ਹੁਣ ਉਹਦੇ ਕਿੱਤੇ ਨੇ ਉੱਤੇ ਅਸਰ ਪਾਤਾ, ਕਿਉਂਕਿ ਹੁਣ ਜੇ ਉਹੀ ਦੇਖਾਂਗੇ ਉਹ ਦੁਕਾਨ 'ਤੇ ਅਪਲਾਈ ਕਰਦਾ ਤਾਂ ਉਹ ਕਾਮਯਾਬ ਨਹੀਂ ਹੋਣਾ ਜਾ ਕੇ। ਸੋ ਕਿੱਤੇ ਦਾ ਜਿਹੜਾ ਅਸਰ ਆ ਉਹ ਆਦਮੀ ਦੇ ਸੁਭਾਅ ਦੇ ਉੱਤੇ ਬਹੁਤ ਹੁੰਦਾ। ਹੁਣ ਮੈਂ ਇਹ ਗੱਲ ਤਾਂ ਕਹੀ ਆ ਕਿਉਂਕਿ ਆਪਾਂ ਜਿਹੜੇ ਸੁਣਨ ਵਾਲੇ ਮੋਸਟਲੀ ਉਹੀ ਆ ਜਿਹੜੇ ਆਪਣਾ ਪ੍ਰੋਗਰਾਮ ਸੁਣਦੇ ਆ, ਜਿਹਨਾਂ ਆਪਾਂ ਮੋਸਟਲੀ ਉੱਥੋਂ ਰੇਜ਼ ਹੋ ਕੇ ਆਏ ਹਾਂ ਜਿੱਥੇ ਇਹ ਵੈਲਿਊਜ਼ ਕੰਮ ਕਰਦੀਆਂ ਸੀਗੀਆਂ।
ए वैल्यूज ਜਿਹੜੀਆਂ ਕਰਦੀਆਂ ਸੀ ਇਹ ਕਹਿੰਦੀਆਂ ਜਾ ਕੇ ਵੀ ਤੇਰੀ ਬਰਤਰੀ ਆ ਔਰ ਜਿਹੜੀ ਹੈਗੀ ਆ ਔਰਤ ਦੇ ਉੱਤੇ ਤੇਰਾ ਜਿਹੜਾ ਹੈਗਾ ਆ ਤੇਰਾ ਹੱਕ ਹੈ ਉੱਤੇ ਜਿੱਦਾਂ ਮਰਜ਼ੀ ਕਰ ਜੋ ਮਰਜ਼ੀ ਕੁੱਟ ਉਹਦਾ ਕੋਈ ਹੱਕ ਨਹੀਂ ਹੈ ਕਿਉਂਕਿ ਤੂੰ ਕਮਾਉਣਾ ਹੈਗਾ ਤੂੰ ਜਾ ਕੇ ਤੇਰੇ ਹੱਥ ਵਿੱਚ ਸਭ ਕੁਝ ਹੈਗਾ ਜਾ ਕੇ। ਹੁਣ ਉੱਥੋਂ ਜਿਸ ਵੇਲੇ ਇਹ ਹੈ ਪ੍ਰੋਬਲਮ ਕਿੱਥੋਂ ਸ਼ੁਰੂ ਹੋਈ ਜਿਸ ਵੇਲੇ ਆਪਾਂ ਉੱਥੋਂ ਇੱਥੇ ਨੂੰ ਆ ਗਏ ਇੱਥੋਂ ਅਸੀਂ ਆਏ ਜਹਾਜ਼ ਵਿੱਚ ਜਦ ਅਸੀਂ ਬੈਠਣ ਲੱਗੇ ਤਾਂ ਅਸੀਂ ਆਪਣੇ ਖੇਤ ਵੀ ਉੱਥੇ ਛੱਡ ਆਏ ਅਸੀਂ ਆਪਣੇ ਘਰ ਵੀ ਉੱਥੇ ਛੱਡ ਆਏ ਜਾ ਕੇ ਅਸੀਂ ਉੱਥੇ ਗੱਲਾਂ ਹੋਰ ਵੀ ਛੱਡਿਆ ਜਾ ਕੇ ਚੀਜ਼ਾਂ ਜਿਹੜੀਆਂ ਸਾਡੇ ਦੋ ਪਿੰਡ ਵੀ ਉੱਥੇ ਛੱਡ ਗਏ ਪਰ ਜਿਹੜੇ ਸਾਡੀ ਥਿੰਕਿੰਗ ਸੀ ਵਿਚਾਰ ਸੀ ਉਹ ਜਹਾਜ਼ ਦੇ ਵਿੱਚ ਨਾਲ ਹੀ ਚੜ੍ਹ ਕੇ ਆ ਗਏ ਸਾਡੇ ਉਹ ਉੱਥੇ ਨਹੀਂ ਰਹੇ ਜਾ ਕੇ। ਹੁਣ ਤੁਸੀਂ ਦੇਖੋ ਅਸੀਂ ਜਿਹੜੇ ਇੱਕ ਫਿਊਡਲ ਸਿਸਟਮ ਤੋਂ 24 ਘੰਟੇ ਦੇ ਅੰਦਰ ਅੰਦਰ ਕੈਪੀਟਲ ਸਿਸਟਮ 'ਚ ਆ ਗਏ। ਹੁਣ 24 ਘੰਟਿਆਂ 'ਚ ਤਾਂ ਵਿਚਾਰ ਬਦਲਨੇ ਨਹੀਂ ਹੈ ਜਾ ਕੇ ਜੀ ਵਿਚਾਰ ਅਸੀਂ ਉਹੀ ਲੈ ਕੇ ਆਏ ਸਿਸਟਮ ਅਸੀਂ ਦੂਜੇ 'ਚ ਆ ਗਏ। ਐਗਰੀਕਲਚਰ ਤੋਂ ਜਾ ਕੇ ਸਾਨੂੰ ਇੱਥੇ ਫੈਕਟਰੀ 'ਚ ਕੰਮ ਕਰਨਾ ਪੈ ਗਿਆ ਜੀ ਸਾਨੂੰ ਇਸ ਸੁਸਾਇਟੀ ਵਿੱਚ ਰਹਿਣਾ ਪੈ ਗਿਆ ਸਾਨੂੰ ਇਹਨਾਂ ਕਾਇਦੇ ਕਾਨੂੰਨਾਂ ਦੇ ਵਿੱਚ ਰਹਿਣਾ ਪੈ ਗਿਆ ਆਹ ਜਿਹੜਾ ਹੈਗਾ ਇਹਨਾਂ ਕੋਰਟਾਂ ਦੇ ਵਿੱਚ ਸਾਨੂੰ ਪੈ ਗਿਆ ਜਾ ਕੇ ਇਹਨਾਂ ਦੇ ਲਾਜ਼ ਹੋਰ ਤਰ੍ਹਾਂ ਦੇ ਆ ਉਹ ਲਾਜ਼ ਦੇ ਵਿੱਚ ਐਡਜਸਟ ਕਰਨ ਦੀ ਪ੍ਰੋਬਲਮ ਸ਼ੁਰੂ ਹੋਈ ਹੋਈ ਹੈ ਜੀ। ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਸਟੂਡੀਓਜ਼ ਦੇ ਵਿੱਚ ਨੇ ਉਹ ਗੱਲ ਦੱਸ ਰਹੇ ਸਨ ਕਿ ਜਿਹੜੀ ਇਮੀਗ੍ਰੈਂਟ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਜਿੱਥੋਂ ਪਰਵਰਿਸ਼ ਹੋ ਕੇ ਆਏ ਨੇ ਔਰ ਉਹਨਾਂ ਦੇ ਜਿਹੜੇ ਸੋਚਣ ਦਾ ਤਰੀਕਾ ਔਰ ਔਰਤਾਂ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਹੈ ਉਹ ਬਿਲਕੁਲ ਵੱਖਰਾ ਹੈ ਇੱਥੋਂ ਦੇ ਕੈਨੇਡੀਅਨ ਜਾਂ ਜਿਹੜੇ ਵੈਸਟਰਨ ਬੋਰਨ ਬੱਚੇ ਨੇ ਜਾਂ ਐਡਲਟ ਨੇ ਉਹਨਾਂ ਨਾਲੋਂ ਔਰ ਉਹ ਕਈ ਦਿੱਕਤਾਂ ਪੇਸ਼ ਕਰ ਰਿਹਾ ਹੈ। ਉਸ ਰਵੱਈਏ ਨੂੰ ਕਿਸ ਤਰੀਕੇ ਨਾਲ ਟੋਨ ਡਾਊਨ ਕੀਤਾ ਜਾਏ ਜਾਂ ਉਸ ਨੂੰ ਕਿਵੇਂ ਇਸ ਤਰ੍ਹਾਂ ਸੈੱਟ ਕੀਤਾ ਜਾਏ ਕਿ ਇੱਥੇ ਇਸ ਸੁਸਾਇਟੀ ਦੇ ਵਿੱਚ ਅਕੋਮੋਡੇਟ ਹੋ ਸਕਣ ਵਰਨਾ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਘਰੇਲੂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਕਿ ਉਹ ਇਸ ਰਵੱਈਏ ਕਰਕੇ ਪੈਦਾ ਹੋ ਰਹੀਆਂ ਨੇ। ਪ੍ਰੋਫੈਸਰ ਸਾਹਿਬ ਦੇ ਕਈ ਥੀਸਿਸ ਨੇ ਇਸ ਬਾਰੇ 'ਚ। ਹੁਣ ਪਰਵਰਿਸ਼ ਦੀ ਗੱਲ ਤੁਸੀਂ ਕੀਤੀ ਖੂਬ ਗੱਲ ਕੀਤੀ ਯੈਸ ਸਾਡੀ ਪਰਵਰਿਸ਼ ਵੱਖਰੇ ਤਰੀਕੇ ਨਾਲ ਹੋਈ ਔਰ ਉੱਥੇ ਕਾਇਦਾ ਕਾਨੂੰਨ ਅਤੇ ਔਰਤ ਦੀ ਪੋਜੀਸ਼ਨ ਸੁਸਾਇਟੀ 'ਚ ਵੱਖਰੀ ਸੀ। ਹੁਣ ਜਿਹੜੀ ਇੱਥੇ ਆ ਕੇ ਅਸੀਂ ਮਿਸਫਿਟ ਹਾਂ ਇਸ ਸੁਸਾਇਟੀ ਦੇ ਵਿੱਚ ਇਹਦੇ ਇਹੀ ਕਾਰਨ ਨੇ ਸਾਡੀ ਪਰਵਰਿਸ਼ ਹੀ ਕਾਰਨ ਆ ਜਾਂ ਕਿ ਹੋਰ ਕਈ ਕਾਰਨ ਨੇ? ਸਿੰਘ ਸਾਹਿਬ ਦੇਖੋ ਬੜਾ ਕਾਰਨ ਪਰਵਰਿਸ਼ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਜਿਹੜੇ ਇੱਥੇ ਵਾਲਿਆਂ ਦੇ ਰਿਲੇਸ਼ਨ ਨਹੀਂ ਖਰਾਬ ਹੈਗੇ। ਦੇਖੋ ਜਿਹੜੇ ਰਿਲੇਸ਼ਨ ਹਸਬੈਂਡ ਵਾਈਫ ਦੇ ਆਪਸੀ ਸਵੀਟ ਰਿਲੇਸ਼ਨ ਆਪਾਂ ਜਿਹੜੇ ਉਹਨੂੰ ਕਹਿੰਦੇ ਆ ਉਹ ਕਾਫੀ ਘੱਟ ਆ ਕਾਫੀ ਘੱਟ ਪਰਿਵਾਰਾਂ ਦੇ ਵਿੱਚ ਆ ਜਿਹੜੇ ਹਸਬੈਂਡ ਵਾਈਫ ਦੇ ਬਹੁਤ ਸਵੀਟ ਰਿਲੇਸ਼ਨ ਹੋਣ ਆਪਣੇ ਦੇ। ਪਰ ਸਰ ਜਿਹੜੇ 40% ਡਿਵੋਰਸ ਰੇਟ ਆ ਉਹ ਤਾਂ ਕੈਨੇਡੀਅਨ ਬੋਰਨ ਕੈਨੇਡੀਅਨ ਘੜੇ ਨੇ। ਹਾਂਜੀ ਮੈਂ ਇੱਥੇ ਦੀ ਪਰਵਰਿਸ਼ ਹੋਈ ਉਹਨਾਂ ਦੀ। ਹਾਂ ਦੱਸਦਾ ਮੈਂ ਤੁਹਾਨੂੰ ਇੱਥੇ ਵੀ ਆਪਾਂ ਗੱਲ ਕਰਾਂਗੇ ਜਾਂ ਡਿਵੋਰਸ ਕਿਤੇ ਸੈਪਰੇਟ ਕਰ ਲਾਂਗੇ ਜਾਂ ਥੋੜ੍ਹੀ ਜਿਹੀ ਟਾਈਮ ਤੁਸੀਂ ਜਿਹੜੀ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹੋ ਨਹੀਂ ਉਹ ਡਿਵੋਰਸ ਦੇ ਰੀਜ਼ਨ ਆਪਾਂ ਦੇਖਾਂਗੇ ਕੀ ਹੋਏ ਨੇ। ਅੱਛਾ ਇਹਦੇ ਵਿੱਚ ਮੈਂ ਇੱਦਾਂ ਸਮਝਦਾ ਜੇ ਸਵੀਟ ਰਿਲੇਸ਼ਨ ਦੇ ਗੱਲ ਕਰੀਏ ਹੁਣ ਜਿਸ ਵੇਲੇ ਸ਼ਾਦੀ ਹੁੰਦੀ ਆ ਉਸ ਵੇਲੇ ਸਮਝਿਆ ਜਾਂਦਾ ਪੇ ਜਾ ਕੇ ਚਾਹ ਹੁੰਦਾ ਖੁਸ਼ ਹੁੰਦੇ ਸਾਰੇ। ਮੈਂ ਤੁਹਾਨੂੰ ਆਪਣੇ ਇੱਕ ਸਟੂਡੈਂਟ ਦੀ ਗੱਲ ਦੱਸਦਾ ਇਹ ਤਾਂ ਫਨੀ ਥੋੜ੍ਹੀ ਜਿਹੀ ਉਹ ਕਾਫੀ ਦੇਰ ਤੋਂ ਬਾਅਦ ਉਹਦਾ ਵਿਆਹ ਹੋਇਆ ਮੈਂ ਕਿਹਾ ਕਿੱਦਾਂ ਚੱਲਦਾ ਤੇਰਾ ਕੰਮਕਾਰ ਕਾਫੀ ਮੈਨੂੰ ਕਹਿੰਦਾ ਜੀ ਜਦੋਂ ਵਿਆਹ ਹੋਇਆ ਬਹੁਤ ਮੈਨੂੰ ਚਾਅ ਸੀ ਕਹਿੰਦਾ ਜਾ ਕੇ ਵੀ ਮੇਰੀ ਵਹੁਟੀ ਘਰ ਆਈ ਆ ਕਹਿੰਦਾ ਪਤਾ ਲੱਗਾ ਵੀ ਮੈਂ ਤਾਂ ਸ਼ੇਰਨੀ ਘਰ ਲੈਂਦੀ ਸ਼ੇਰਨੀ ਘਰ ਵਾਲ ਲਈ ਕਹਿੰਦਾ ਜਾ ਕੇ ਹੁਣ ਕਹਿੰਦਾ ਬੜਾ ਕੰਮ ਖਰਾਬ ਹੋਇਆ ਹੁਣ ਤਾਂ ਕੁਛ ਨਹੀਂ ਚੱਲਦੀ ਨਹੀਂ ਮੇਰੀ ਤਾਂ ਕਹਿੰਦਾ ਜਾ ਕੇ ਹੁਣ ਮੇਰਾ ਮਤਲਬ ਦੇਖੋ ਲਫ਼ਜ਼ ਕੀ ਵਰਤਾ ਸ਼ੇਰਨੀ ਆ ਕਹਿੰਦਾ ਜਾ ਕੇ ਹੁਣ ਮੇਰੇ ਇੱਦਾਂ ਦੇ ਰਿਲੇਸ਼ਨ ਹੋ ਗਏ। ਅੱਛਾ ਇੱਕ ਮੇਰਾ ਹੋਰ ਜਾ ਕੇ ਜੀ ਇੱਥੇ ਫਰੈਂਡ ਸਟੂਡੈਂਟ ਫਰੈਂਡ ਸੀ ਉਹ ਮੈਨੂੰ ਕਹਿੰਦਾ ਜੀ ਓਕੇ ਕਹਿੰਦਾ ਵੀ ਮੇਰੇ ਰਿਲੇਸ਼ਨ ਮੇਰੀ ਵਾਈਫ ਨਾਲ ਚੰਗੇ ਨਹੀਂ ਰਹੇ। ਕਹਿੰਦਾ ਪਹਿਲਾਂ ਤਾਂ ਜਿਸ ਵੇਲੇ ਸਾਡੀ ਸ਼ਾਦੀ ਹੋਈ ਜੀ ਤਾਂ ਉਸ ਵੇਲੇ ਮੇਰੀ ਵਾਈਫ ਮੈਨੂੰ ਇਹ ਕਹਿੰਦੀ ਉਹਦੇ ਪੇਕੇ ਕਹਿੰਦਾ ਕੁਛ ਤਕੜੇ ਸੀ ਉਹ ਕਹਿੰਦਾ ਮੈਨੂੰ ਇਹ ਕਹਿੰਦੀ ਰਹੀ ਵੀ ਮੇਰੇ ਭਰਾ ਇੱਦਾਂ ਮੈਂ ਤੈਨੂੰ ਠੀਕ ਕਰਾ ਦੂੰਗੀ ਜਾ ਕੇ ਮੇਰਾ ਬਾਪ ਇੱਦਾਂ ਤੂੰ ਬੰਦਾ ਬਣ ਕੇ ਰਿਹਾ ਕਰ ਨਹੀਂ ਮੈਂ ਤੈਨੂੰ ਐਂ ਕਰ ਦੂੰ ਮੈਂ ਤੈਨੂੰ ਐਂ ਕਰ ਦੂੰ ਜਾ ਕੇ। ਉਹਨਾਂ ਦਿਨਾਂ ਦੇ ਵਿੱਚ ਕਹਿੰਦਾ ਉਹਨੇ ਮੈਨੂੰ ਆਪਣੇ ਪੇਕਿਆਂ ਦਾ ਬਹੁਤ ਡਰਾ ਕੇ ਮੈਨੂੰ ਰੱਖਿਆ। ਫਿਰ ਉਹ ਕਹਿੰਦਾ ਵੀ ਮੇਰੇ ਜਿਹੜੇ ਹੈਗੇ ਆ ਮੇਰੇ 3 ਮੁੰਡੇ ਹੋ ਗਏ ਜੀ ਮੇਰੇ 3 ਮੁੰਡੇ ਹੋ ਗਏ ਜੀ ਤਾਂ ਕਹਿੰਦਾ ਉਹ ਫਿਰ ਮੈਨੂੰ ਇਹ ਕਿਹਾ ਕਰੇ ਜਾ ਕੇ ਫਿਰ ਮੁੰਡੇ ਤਕੜੇ ਹੋ ਲੈਂਦੇ ਥੋੜ੍ਹੇ ਜਿਹੇ ਜਾ ਕੇ ਤੇਰੇ ਜਾਣੇ ਧੌਣ 'ਤੇ ਗੋਡਾ ਨਾ ਰਖਾਇਆ ਇਹਨਾਂ ਤੋਂ ਨਾ ਤਾਂ ਮੈਂ ਇਹਨੂੰ ਤੈਨੂੰ ਠੀਕ ਕਰੂੰਗਾ ਜਾ ਕੇ ਠੀਕ ਕਰੂੰਗੀ ਜਾ ਕੇ। ਉਹ ਤਾਂ ਬੜੀ ਲਾਈਫ ਮਿਜ਼ਰੇਬਲ ਹੈ ਮੈਂ ਕੁਛ ਨਹੀਂ ਕਰ ਸਕਿਆ ਕਹਿੰਦਾ ਮੈਂ ਇਹਦੇ ਜੀ ਸਾਰਾ ਦਿਨ ਕਲੇਸ਼ ਪਿਆ ਰਿਹਾ ਕਰੇ ਘਰ ਜਾ ਕੇ ਅਤੇ ਉਹ ਫਿਰ ਕਹਿੰਦਾ ਜਾ ਕੇ ਜਿਸ ਵੇਲੇ 60 ਸਾਲ ਦੇ ਹੋ ਇੱਕ ਮੁੰਡੇ ਦਾ ਵਿਆਹ ਹੋ ਗਿਆ ਇੱਕ ਮੁੰਡੇ ਦਾ ਵਿਆਹ ਹੋ ਗਿਆ ਤਾਂ ਨੂੰਹ ਘਰ ਆ ਗਈ ਕਹਿੰਦਾ ਜਦ ਨੂੰਹ ਆ ਗਈ ਤਾਂ ਨੂੰਹ ਨੇ ਥੋੜ੍ਹਾ ਜਿਹਾ ਕਹਿੰਦਾ ਉਹਨੂੰ ਟਾਈਟ ਕੀਤਾ ਤਾਂ ਮੈਂ ਇੱਕ ਦਿਨ ਬੈਠਾ ਕਹਿੰਦਾ ਮੇਰੇ ਕੋਲ ਆ ਕੇ ਕਹਿੰਦੀ ਸਰਦਾਰ ਜੀ
ਆਪਾਂ ਦੋਨੋਂ ਠੀਕ ਰਹੀਏ, ਬਾਕੀ ਸਭ ਕੁਝ ਠੀਕ ਹੈ। ਕਹਿੰਦਾ ਮੈਂ ਕਿਹਾ ਵੀ ਗੱਲ ਤਾਂ ਠੀਕ ਹੈ ਪਰ ਬਹੁਤ ਲੇਟ ਕਹੀ ਜਾ ਕੇ, ਬਹੁਤ ਲੇਟ ਹੋਏ ਜਾ ਕੇ, ਕਿਉਂਕਿ ਇਹ ਰਿਲੇਸ਼ਨ ਜਿਹੜੇ ਮੈਂ ਤੁਹਾਨੂੰ ਦੱਸਦਾ, ਇਹ ਰਿਲੇਸ਼ਨ ਸਿੰਸ ਆਫ ਲਾਈਫ ਲੌਂਗ ਜਾਏ ਰਹਿੰਦੇ ਅੰਟਲ ਅੰਡਰ ਡਿਵੋਰਸ ਨਾ ਹੋਵੇ, ਠੀਕ ਹੈ। ਇੱਕ ਮੈਂ ਹੋਰ ਗੱਲ ਕਹਿ ਕੇ ਫੇਰ ਗਾਹਾਂ ਇਹਨੂੰ ਹੋਰ ਤੋਰਦੇ ਹਾਂ, ਉਹ ਵੀ ਇੱਦਾਂ ਦੀ ਗੱਲ ਹੈ ਜੀ। ਮੇਰੇ ਫਰੈਂਡ ਚੰਡੀਗੜ੍ਹ ਦੇ ਵਿੱਚ ਜੀ, ਮੈਂ ਉਹਨਾਂ ਦੇ ਇੱਕ ਲੜਕਾ ਇੱਕ ਲੜਕੀ, ਮੈਂ ਉਹਨਾਂ ਨੂੰ ਇਹ ਕਿਹਾ, ਬੜੇ ਇੰਟੈਲੀਜੈਂਟ ਬੰਦੇ ਜੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਤੁਹਾਨੂੰ ਇਹ ਗੱਲ ਦੱਸਾਂ ਵੀ ਤੁਹਾਡੇ ਜਿਹੜੇ ਇਹ ਬੱਚੇ ਆ, ਇਹ ਤੁਹਾਨੂੰ ਸਹੀ ਗਾਈਡ ਨਹੀਂ ਕਰਦੇ, ਇਹ ਤੁਹਾਨੂੰ ਗਲਤ ਗਾਈਡ ਕਰਦੇ ਆ, ਤੁਸੀਂ ਕੌਸ਼ੀਅਸ ਰਹੋ ਇਹਨਾਂ ਬਾਰੇ ਵੀ ਇਹ ਤੁਹਾਡੇ ਠੀਕ ਗੱਲ ਨਹੀਂ ਕਰਦੇ ਹੈ ਜਾ ਕੇ। ਉਹਨਾਂ ਦੇ ਆਪਣੇ ਬੱਚੇ ਮੈਂ ਕਿਹਾ ਤੁਹਾਨੂੰ ਇਹ ਸਹੀ ਗਾਈਡ ਨਹੀਂ ਕਰਦੇ, ਵੀ ਕੌਸ਼ੀਅਸ ਅਬਾਊਟ ਦੈਟ। ਮੈਨੂੰ ਕਹਿੰਦੇ ਮੈਨੂੰ ਪਤਾ ਵੀ ਮੈਨੂੰ ਸਹੀ ਗਾਈਡ ਨਹੀਂ ਕਰਦੇ ਹੈਗੇ, ਪਰ ਮਗਰੋਂ ਕਹਿੰਦੇ ਪਰ ਖਾਣਾ ਵੀ ਨਹੀਂ ਮੇਰੇ ਨਾਲ ਆ, ਤੇਰੇ ਵਰਗੇ ਨੇ ਸਲਾਹ ਦੇ ਕੇ ਚੱਲ ਜਾਣਾ, ਕਹਿੰਦੇ ਜਾ ਕੇ ਖਾਣਾ ਵੀ ਨਹੀਂ ਕਿਸੇ ਨਾਲ। ਅੱਛਾ, ਮੈਂ ਥੈਨ ਸਾਹਿਬ ਇਹ ਗੱਲ ਆਪਣੇ ਇੱਕ ਫਰੈਂਡ ਨੂੰ ਇੱਥੇ ਦੱਸੀ, ਮੈਂ ਕਿਹਾ ਆਹ ਹੈ ਹੀ ਆ। ਉਹ ਮੋਹਰੇ ਮੈਨੂੰ ਕਹਿੰਦਾ ਚੰਡੀਗੜ੍ਹ ਵਾਲੇ ਖੜ ਸਕਦੇ, ਇੱਥੇ ਵਾਲਿਆਂ ਤਾਂ ਉਹਨੇ ਵੀ ਨਹੀਂ ਖੜਨਾ, ਕਹਿੰਦਾ ਇੱਥੇ ਵਾਲੇ ਤਾਂ ਕਹਿੰਦਾ ਉਹਨੇ ਵੀ ਖੜਨਾ, ਉਹਨੇ ਕਹਿਣਾ ਨੋ ਡੈਟ ਇਜ਼ ਯੂਰ ਪ੍ਰੋਬਲਮ, ਤੇਰੀ ਪ੍ਰੋਬਲਮ ਹੈ ਜਾ ਕੇ ਯੂ ਸੋਲਵ ਇਟ, ਜਾ ਕੇ ਮੈਂ ਤਾਂ ਸੋਲਵ ਨਹੀਂ ਕਰ ਸਕਦਾ। ਸੋ ਥੈਨ ਸਾਹਿਬ ਇੱਥੇ ਆ ਕੇ ਮੈਂ ਸਮਝਦਾ ਜੇ ਤੁਹਾਡੇ ਰਿਲੇਸ਼ਨ ਠੀਕ ਰਹਿੰਦੇ ਆ ਤਾਂ ਇੱਕੋ ਹੀ ਚੀਜ਼ ਹੈ, ਜਿਹਨੇ ਐਂਡ ਤੱਕ ਤੁਹਾਡੇ ਨਾਲ ਖੜਨਾ, ਉਹ ਹੈਗਾ ਤੁਹਾਡਾ ਪਾਰਟਨਰ। ਜਿਹਨੇ ਐਂਡ ਤੱਕ ਤੁਹਾਡੇ ਨਾਲ ਖੜਨਾ, ਚੰਗਾ ਔਖਾ ਸਮਾਂ, ਛੋਟਾ ਸਮਾਂ, ਮਾੜਾ ਸਮਾਂ, ਉਹ ਨਾਲ ਚੱਲਦੇ। ਚਲੋ ਖੈਰ, ਅੱਛਾ ਇਹ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਜੀ, ਉਹਦੇ ਨਾਲ ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਇਹ ਇੰਨੀ ਵਾਈਡ ਸਪਰੈਡ ਆ ਰਿਲੇਸ਼ਨ, ਖਰਾਬ ਰਿਲੇਸ਼ਨ ਜਿਹੜੇ ਕਲੇਸ਼ ਘਰਾਂ ਦੇ ਵਿੱਚ ਇੰਨਾ ਆ। ਅੱਗੇ ਤੁਹਾਨੂੰ ਚੇਤਾ ਮੈਂ ਇੱਕ ਵਾਰ ਕਿਹਾ ਸੀ ਵੀ ਬੰਦਾ ਜਿਹੜਾ ਕਹਿੰਦੇ ਤੀਵੀਂ ਤੋਂ ਡਰਦਾ ਜਾਂ ਆਦਮੀ ਤੀਵੀਂ ਡਰਦੀ ਹੈ, ਤੀਵੀਂ ਤੋਂ ਆਦਮੀ ਡਰਦੇ ਨਹੀਂ, ਕਲੇਸ਼ ਤੋਂ ਡਰਦੇ ਹੈ, ਕਲੇਸ਼ ਤੋਂ ਡਰਦੇ ਆ, ਇੱਕ ਦੂਜੇ ਤੋਂ ਉੱਦਾਂ ਨਹੀਂ ਡਰਦੇ ਹੈ ਜਾ ਕੇ, ਠੀਕ ਹੈ। ਅੱਛਾ, ਇਹ ਇੰਨੀ ਵਾਈਡ ਸਪਰੈਡ ਆ ਜੀ ਵੀ ਇਹ ਅਮੀਰ ਦੇ ਵਿੱਚ, ਘੱਟ ਅਮੀਰ ਦੇ ਵਿੱਚ, ਕਿਉਂਕਿ ਇੱਥੇ ਗਰੀਬ ਤਾਂ ਮੈਨੂੰ ਕੋਈ ਲੱਗਦਾ ਹੀ ਨਹੀਂ ਫਾਈਨੈਂਸ਼ੀਅਲੀ, ਅਮੀਰ ਦੇ ਵਿੱਚ, ਨਾ ਅਮੀਰ ਦੇ ਵਿੱਚ, ਕਾਲੇ 'ਚ, ਗੋਰੇ 'ਚ, ਪਾਕਿਸਤਾਨੀ 'ਚ, ਹਿੰਦੁਸਤਾਨੀ ਵਿੱਚ, ਇਹ ਸਾਰਿਆਂ ਦੇ ਵਿੱਚ ਇਹ ਹੈਗੇ ਜੀ, ਸਾਰੇ ਇਹਦੇ ਵਿੱਚ ਹੈਗੇ ਆ। ਹੁਣ ਉਹਦੇ ਜਿਹੜੇ ਆ ਆਪਾਂ ਕੋਸ਼ਿਸ਼ ਇੱਥੇ ਕਰਦੇ ਹਾਂ ਵੀ ਉਹ ਰਿਲੇਸ਼ਨ ਜਿਹੜੇ ਹੈਗੇ ਆ ਥੋੜ੍ਹੇ ਜਿਹੇ ਠੀਕ ਰਹਿਣ ਜਾ ਕੇ ਜੀ। ਹੁਣ ਉਹਨਾਂ ਰਿਲੇਸ਼ਨ ਜਿਹੜੇ ਠੀਕ ਰਿਲੇਸ਼ਨ ਹੈਗੇ ਆ ਵਿੱਚ, ਉਹਨਾਂ ਵਿੱਚੋਂ ਨੰਬਰ 1 'ਤੇ ਜਿਹੜਾ ਮੈਂ ਰੱਖਦਾ ਜੀ, ਉਹ ਹੈਗੀ ਆ ਤੁਹਾਡੀ ਫੇਥਫੁਲਨੈਸ। ਜੇ ਤੁਸੀਂ ਫੇਥ ਕਰਦੇ ਆ ਇੱਕ ਦੂਜੇ ਦੇ ਉੱਤੇ, ਫੇਥ ਕਰਦੇ ਆ, ਜੇ ਤੁਹਾਡਾ ਫੇਥ ਹੈ ਨਹੀਂ ਇੱਕ ਦੂਜੇ ਦੇ ਜੀ, ਫਿਰ ਉਹ ਰਿਲੇਸ਼ਨ ਰਹਿਣੇ ਵੀ ਨਹੀਂ ਆ, ਔਰ ਮੈਂ ਇਹ ਸਮਝਦਾ ਫਿਰ ਰੱਖਣੇ ਵੀ ਨਹੀਂ ਚਾਹੀਦੇ, ਜੇ ਫੇਥ ਹੀ ਹੈ ਨਹੀਂ ਤੁਹਾਡਾ। ਕਿਉਂਕਿ ਫੇਥਫੁਲਨੈਸ ਜਿਹੜੀ ਆ, ਜਿਹੜਾ ਟਰਸਟ ਆ ਔਰ ਇੱਕ ਦੂਜੇ 'ਤੇ ਡਾਊਟ ਨਾ ਹੋਣੀ ਆ, ਇਹ ਮੇਨ ਚੀਜ਼ ਹੈ। ਹੁਣ ਇੱਥੇ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਜਿਹੜੀ ਡਾਊਟ ਆ, ਇਹ ਹਸਬੈਂਡ ਵਾਈਫ ਨੂੰ ਇਹਦੇ 'ਤੇ ਬਹੁਤ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਿਹੜੇ ਡਾਊਟ ਆ, ਡਾਊਟ ਨੇ ਬਹੁਤ ਘਰ ਜਿਹੜੇ ਹੈਗੇ ਆ ਬਰਬਾਦ ਕੀਤੇ ਆ ਜੀ, ਬਹੁਤ ਬਰਬਾਦ ਕੀਤੇ ਆ ਜਾ ਕੇ, ਬਹੁਤ ਫੈਮਲੀਆਂ ਤੋੜੀਆਂ ਇਸ ਗੱਲ ਨੇ ਡਾਊਟ 'ਤੇ। ਔਰ ਕਈ ਵਾਰ ਬਹੁਤੇ ਕੇਸਿਸ ਦੇ ਵਿੱਚ ਉਹ ਡਾਊਟ ਗਲਤ ਵੀ ਹੁੰਦੀਆਂ ਜਾ ਕੇ। ਸੋ ਜਦ ਡਾਊਟ ਆਉਂਦੀ ਆ, ਮੇਰੀ ਇਹ ਸਲਾਹ ਹੈ ਕਿ ਕੋਈ ਡਾਊਟ ਨੂੰ ਤੁਸੀਂ ਜਾ ਕੇ ਉਹ ਫਿਰ ਮੁਆਵਜ਼ੇ ਤੋਂ ਵਾਲੀ ਡੂ ਨਾਟ ਕਨਕਲੂਡ until and unless you are without full verification, ਵੈਰੀਫਿਕੇਸ਼ਨ ਤੋਂ ਬਿਨਾਂ ਨਾ ਕਰੋ ਜਾ ਕੇ। ਮੈਨੂੰ ਆਪਣੇ ਇੱਕ ਵਾਰ ਥਿੰਦ ਸਾਹਿਬ ਇੱਥੇ ਜਿਮ ਦੇ ਵਿੱਚ, ਉਹ ਤੁਹਾਡੇ ਵੀ ਮਿੱਤਰ ਆ ਉਹ ਬੰਦੇ, ਉਹ ਮੈਨੂੰ ਕਰਨ ਲੱਗੇ, ਮੈਨੂੰ ਕਹਿੰਦੇ ਪ੍ਰੋਫੈਸਰ ਸਾਹਿਬ ਤੁਹਾਡੇ 'ਤੇ ਵੀ ਕਦੇ ਡਾਊਟ ਹੋਇਆ? ਮੈਂ ਕਿਹਾ ਬੜਾ ਔਡ ਜਿਹਾ ਸਵਾਲ ਕਰ ਦਿੱਤਾ। ਅਤੇ ਮੈਂ ਕਿਹਾ ਵੀ ਮੈਂ ਤੈਨੂੰ ਸੱਚੀ ਦੱਸਾਂ ਜਾ ਕੇ ਵੀ 50 ਸਾਲ ਪਹਿਲਾਂ ਇੱਕ ਵਾਰ ਡਾਊਟ ਵੀ ਹੋਇਆ ਅਤੇ ਜਸੂਸੀ ਵੀ ਹੋਈ, ਅਤੇ ਪਰ ਮੈਂ ਕਿਹਾ ਚੰਗੀ ਗੱਲ ਸੀ ਵੀ ਦੋਨੋਂ ਦੀ ਰਿਪੋਰਟ ਨੈਗੇਟਿਵ ਆਈ, ਠੀਕ ਹੈ ਨਾ, ਨੈਗੇਟਿਵ ਹੋਈ। ਅੱਛਾ, ਉਹਦੇ 'ਚ ਇੱਕ ਹੁਣ ਮੈਂ ਤੁਹਾਨੂੰ ਪਿੱਛੇ ਦੱਸਦਾ, ਇਨਸਾਨ ਦੀ ਜਿਹੜੀ ਸਾਈਕੋਲੋਜੀ ਆ ਕਈ ਵਾਰ ਬੜੀ ਅਜੀਬ ਆ ਜੀ। ਇੱਕ ਸ਼ਰਲੌਕ ਹੋਮਸ ਦਾ ਨਾਵਲ ਆ, ਉਹ ਨਾਵਲ ਦਾ ਨਾਂ ਹੈਗਾ ਜੀ ਅੰਗਰੇਜ਼ੀ ਦੇ ਵਿੱਚ ਵਰਜਨ ਸੋਇਲ ਅਪਟੈਂਡ। ਉਹ ਵਰਜਨ ਸੋਇਲ ਅਪਟੈਂਡ ਵਾਲਾ ਮੈਂ ਥੋੜ੍ਹਾ ਚਲੋ ਜੇ ਟਾਈਮ ਲੈ ਲੈਂਦੇ ਹਾਂ ਥੋੜ੍ਹੇ। ਉਹਦੇ 'ਚ ਇੱਦਾਂ ਹੈ ਜੀ, ਜਾ ਕੇ ਜਿਸ ਵੇਲੇ ਰਸ਼ੀਅਨ ਰੈਵੋਲੂਸ਼ਨ ਆ ਜਾਂਦਾ ਤਾਂ ਉਹ ਜੇ ਕੋਈ ਬਿਲਕੁਲ ਸਾਰੀਆਂ ਚੀਜ਼ਾਂ ਸਾਂਝੀਆਂ ਕਰ ਦਿੰਦੇ ਆ, ਤਾਂ ਉਹ ਪਿੰਡ ਦੇ ਜਿਹੜੇ ਘੋੜੇ ਆ ਖੇਤੀ ਕਰਨ ਵਾਲੇ ਉਹ ਵੀ ਸਾਂਝੇ ਕਰ ਦਿੰਦੇ ਆ। ਉਹਦੇ ਵਿੱਚ ਇੱਕ ਕਰੈਕਟਰ ਆ ਸ਼ੁਸ਼ਕਾਰ। ਉਹ ਸ਼ੁਸ਼ਕਾਰ ਦੀ ਡਿਊਟੀ ਇਹ ਲੱਗਦੀ, ਬੁੜਾ ਹੈ ਜੀ ਉਹਦੀ ਡਿਊਟੀ ਇਹ ਲੱਗਦੀ ਆ ਵੀ ਤੈਂ ਰਾਤ ਨੂੰ ਇਹਨਾਂ ਘੋੜਿਆਂ ਕੋਲ ਸੌਣਾ, ਅਤੇ ਜਿਹੜੇ ਘੋੜੇ ਆ ਇਹਨਾਂ ਦੇ ਕੋਲ ਤਾਂ ਸੌਣਾ ਆ, ਅਤੇ ਇੱਥੇ ਜਾ ਕੇ ਆ ਇਹਨਾਂ ਦੀ ਰਾਖੀ ਕਰਨੀ ਆ। ਉਹ ਸ਼ੁਸ਼ਕਾਰ ਉੱਥੇ ਸੌਂਦਾ ਜੀ। ਉਹ ਸ਼ੁਸ਼ਕਾਰ ਜਿਹੜਾ ਬੁੜਾ ਹੈਗਾ ਜੀ, ਪਰ ਉਹਦੀ ਜਿਹੜੀ ਘਰ ਵਾਲੀ ਆ ਉਹਨੂੰ ਇਹ ਡਾਊਟ ਆ ਵੀ ਇਹਦੇ ਕੋਲ ਤੀਵੀਆਂ ਹੋਣੀਆਂ। ਉਹ ਨਾਵਲ ਦੇ ਵਿੱਚ ਇੱਦਾਂ ਹੈ ਜੀ। ਉਹ ਆ ਕੇ ਜੀ ਫਿਰ ਉਹਨੂੰ ਲੜਦੀ ਆ ਵੀ ਤੇਰੇ ਕੋਲ ਜਾ ਕੇ ਇੱਦਾਂ ਆਉਂਦੀਆਂ ਫਲਾਨੀਆਂ ਆਉਂਦੀਆਂ। ਉਹਦੇ ਉਹ ਸ਼ਰਲੌਕ ਹੋਮਸ ਲਿਖਦਾ, ਉਹ ਕਹਿੰਦਾ ਉਹ ਸ਼ੁਸ਼ਕਾਰ ਕੋਲ ਕੋਈ ਨਹੀਂ ਸੀ ਆਉਂਦੀ ਹੁੰਦੀ,
ਕੋਈ ਆਉਂਦੀ ਨਹੀਂ ਸੀ ਹੁੰਦੀ, ਪਰ ਉਹ ਇਹ ਨਹੀਂ ਸੀ ਮੰਨਦਾ ਵੀ ਉਹ ਕਹਿੰਦੇ ਉਹ ਨਹੀਂ ਉਹ ਤਾਂ ਐਵੇਂ ਆਪਣੇ ਘੋੜੇ ਨੂੰ ਪੁੱਛਣ ਆਈ ਸੀ ਵੀ ਘੋੜਾ ਦੇਖਣ ਆਈ ਸੀ। ਅਜੇ ਵੀ ਪਿਆਰ ਹੁੰਦਾ ਨਾ ਜਾਨਵਰ ਦੇ ਨਾਲ, ਘੋੜੇ ਨੂੰ ਦੇਖਣ ਆਈ ਸੀ। ਉਹ ਕਹਿੰਦੇ ਨਹੀਂ ਤੇਰੇ ਕੋਲ ਫਲਾਨੀ ਵੀ ਆਈ ਸੀ, ਉਹ ਵੀ ਆਪਣਾ ਘੋੜਾ ਦੇਖਣ ਆਈ ਸੀ। ਆਉਂਦਾ ਕੋਈ ਨਹੀਂ ਸੀ ਕਹਿੰਦਾ ਉਹਦੇ ਕੋਲ, ਪਰ ਉਹ ਇਹ ਸਮਝਦਾ ਸੀ ਵੀ ਇੱਦਾਂ ਕਹਿ ਕੇ ਮੇਰੀ ਥੋੜ੍ਹੀ ਜਿਹੀ ਇੱਜ਼ਤ ਬਣਦੀ ਆ ਵੀ ਮੈਂ ਬਿਲਕੁਲ ਹੀ ਨਹੀਂ ਰਹਿ ਗਿਆ ਵੀ ਮੈਂ ਕੋਈ ਦੇਖਣ ਡਿਆ। ਦੇਖੋ ਆਦਮੀ ਦੀ ਸਾਈਕੋਲੋਜੀ ਕਿੱਦਾਂ ਜਾਂ ਕਈ ਅਵੋਇਡ ਕਰਦੇ ਆ, ਕਈ ਜਾਣਬੁੱਝ ਕੇ ਡਾਊਟ ਪੈਦਾ ਕਰਦੇ ਆ ਵੀ ਜਾਣੀ ਅਸੀਂ ਵੀ ਹੈਗੇ ਕੁਛ ਜਾ ਕੇ। ਸੋ ਇੱਕ ਤਾਂ ਮੇਰੀ ਪਹਿਲੀ ਗੱਲ ਤਾਂ ਹੈ ਜੀ ਵੀ ਇਹਨੂੰ ਜਿਹੜਾ ਹੈਗਾ ਇਹਨੂੰ ਹੈਂਡਲ ਕਰੋ। ਜਿਹੜੇ ਡਾਊਟ ਆ, ਸ਼ੱਕ ਕਰੀ ਜਾਣਾ ਇੱਕ ਦੂਜੇ ਪਾਰਟਨਰ 'ਤੇ, ਉਹਨੂੰ ਹੈਂਡਲ ਕਰੋ ਕਿਸੇ ਤਰ੍ਹਾਂ। ਜੇ ਫਿਰ ਸ਼ੱਕ ਤੁਹਾਡੀ ਐਂ ਸੱਚ ਦੇ ਵਿੱਚ ਬਦਲ ਜਾਂਦੀ ਆ, ਫਿਰ ਉਹ ਰਿਸ਼ਤੇ ਨੂੰ ਰੱਖਣ ਦੀ ਕੋਈ ਲੋੜ ਨਹੀਂ। ਜੇ ਤੁਸੀਂ ਫੇਥਫੁਲ ਨਹੀਂ ਹੈ ਇੱਕ ਦੂਜੇ ਵੱਲ, ਫਿਰ ਰਿਸ਼ਤਾ ਰੱਖਣ ਦੀ ਕੋਈ ਲੋੜ ਨਹੀਂ। ਹੁਣ ਉਹਦੇ ਵਿੱਚ ਇੱਕ ਵਾਰ ਮੈਨੂੰ ਇੰਨੇ ਕਿਸੇ ਨੇ ਕਹਿ ਦਿੱਤਾ ਕਿ ਪ੍ਰੋਫੈਸਰ ਤੁਸੀਂ ਜਿਹੜੇ ਹੈਗਾ ਡਿਵੋਰਸ ਇਨਕਰੇਜ ਕਰਦੇ ਆ, ਤਾਂ ਮੈਂ ਉਹਨੂੰ ਜਵਾਬ ਦਿੱਤਾ ਸੀ, ਮੈਂ ਕਿਹਾ ਮੈਂ ਡਿਵੋਰਸ ਇਨਕਰੇਜ ਨਹੀਂ ਕਰਦਾ, ਮੈਂ ਡਿਵੋਰਸ ਨੂੰ ਕਤਲ ਕਰਨ ਨਾਲੋਂ ਪ੍ਰੈਫਰ ਕਰਦਾ। ਜਿਹੜੇ ਫਿਰ ਮਗਰੋਂ ਕਤਲ ਕਰਦੇ ਆ ਨਾ ਜਾ ਕੇ ਵੀ ਮੇਰੀ ਵਾਈਫ ਇੱਦਾਂ ਸੀ, ਵੀ ਉਹਦੇ ਨਾਲੋਂ ਫਿਰ ਬੈਟਰ ਆ ਵੀ ਤੁਸੀਂ ਡਿਵੋਰਸ ਕਰ ਲਓ ਜਾ ਕੇ। ਅੱਛਾ, ਅਗਲੀ ਗੱਲ ਜਿਹੜੀ ਹੈਗੀ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਹੈਗੀ ਫਾਈਨੈਂਸਸ। ਇੱਥੇ ਆ ਕੇ ਫਾਈਨੈਂਸਸ ਨੇ ਵੀ ਰਿਲੇਸ਼ਨ ਖਰਾਬ ਕੀਤੇ ਹੋਏ ਆ, ਕਲੇਸ਼ ਪਾਇਆ ਹੈ ਇਹਦੇ ਵਿੱਚ। ਬਹੁਤ ਥੋੜ੍ਹੀਆਂ ਫੈਮਲੀਆਂ ਹੈ ਜਿਹਨੇ ਫਾਈਨੈਂਸ ਨੂੰ ਚੰਗੀ ਤਰ੍ਹਾਂ ਹੈਂਡਲ ਕੀਤਾ। ਹੁਣ ਕਿਉਂ? ਹੁਣ ਫਿਊਡਲ ਸਿਸਟਮ ਦੇ ਵਿੱਚ ਔਰਤ ਕਮਾਉਂਦੀ ਨਹੀਂ ਹੈ, ਜਾਂ ਔਰਤ ਜਿਹੜੀ ਪੈਸੇ ਕਮਾਉਣ ਵਾਲਾ ਕੰਮ ਨਹੀਂ ਕਰਦੀ ਹੈ ਜਾ ਕੇ। ਇੱਥੇ ਜਿਹੜੀ ਹੈਗੀ ਹੈ, ਇੱਥੇ ਜਿਸ ਵੇਲੇ ਆਉਂਦੇ ਆ ਤਾਂ ਇੱਥੇ ਹਾਲਾਤ ਇੱਦਾਂ ਹੈ ਵੀ ਉਹ ਆਲਮੋਸਟ ਦੋਨੋਂ ਕੰਮ ਕਰਦੇ ਆ ਯੰਗ ਏਜ ਦੇ ਵਿੱਚ, ਦੋਨੋਂ ਕੰਮ ਕਰਦੇ ਆ। ਉਹ ਵੀ ਕਮਾ ਕੇ ਲਿਆਉਂਦੀ ਹੈ ਪੈਸੇ, ਉਹ ਵੀ ਕਮਾ ਕੇ ਲਿਆਉਂਦਾ ਪੈਸੇ। ਉਹ ਫਿਰ ਫਾਈਨੈਂਸਸ ਉਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਸੈੱਟ ਕਰਨੇ ਪੈਂਦੇ ਆ ਆਪਣੇ ਜਾ ਕੇ ਜੀ, ਕਿਉਂਕਿ ਉਹ ਫਿਊਡਲ ਵਾਲੇ ਸੈੱਟ ਨਹੀਂ ਹੋਣੇ ਨਾ ਉਹਨਾਂ ਦੇ ਇੱਥੇ ਜਾ ਕੇ। ਹੁਣ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ, ਉਹਦੇ 'ਚ 1934 ਦੇ ਵਿੱਚ ਜਿੱਦਾਂ ਤੁਸੀਂ ਕਿਹਾ ਬਰਟਨ ਰਸਲ ਨੇ ਇੱਕ ਬੁੱਕ ਲਿਖੀ ਹੋਈ ਹੈ ਜੀ, ਮੈਰਿਜ ਐਂਡ ਮੋਰਲਸ। ਉਹਦੇ ਵਿੱਚ ਉਹ ਲਿਖਦੇ ਆ, ਉਹ ਕਹਿੰਦੇ ਜਿਸ ਵੇਲੇ ਔਰਤ ਦੋ ਗੱਲਾਂ ਦੇ ਵਿੱਚੋਂ ਕਹਿੰਦੇ ਆਪਣੇ ਪੈਰੀਂ ਖੜ੍ਹ ਜਾਣਾ। ਇੱਕ ਗੱਲ ਕਹਿੰਦੇ ਜਿਸ ਵੇਲੇ ਔਰਤ ਨੂੰ ਪ੍ਰੈਗਨੈਂਟ ਹੋਣ ਦਾ ਡਰ ਹਟ ਜਾਣਾ, ਉਦੋਂ ਰੀਅਲ ਫਰੀਡਮ ਹੋਣੀ, ਉਦੋਂ ਫਰੀਡਮ ਹੋਣੀ ਆ। ਔਰ ਨਾਲ ਜਿਸ ਵੇਲੇ ਫਾਈਨੈਂਸ਼ੀਅਲੀ ਉਹਨਾਂ ਨੇ ਆਪਣੇ ਪੈਰਾਂ 'ਤੇ ਖੜ੍ਹ ਜਾਣਾ, ਫਿਰ ਉਹ ਰੀਅਲ ਫਰੀਡਮ ਲਊਗੀ ਜਾ ਕੇ। ਠੀਕ ਹੈ, ਹੁਣ 1934 ਦੀ ਗੱਲ ਲਿਖੀ, ਹੁਣ ਆਲਮੋਸਟ ਆਪਾਂ ਹੁਣ ਪੱਛਮੀ ਦੁਨੀਆ ਦੋਨੇ ਗੱਲਾਂ ਜਿਹੜੀਆਂ ਹੈਗੀਆਂ ਸੱਚ ਹੋਈਆਂ ਜਾ ਕੇ। ਹੁਣ ਇਹ ਜਿਹੜੇ ਫਾਈਨੈਂਸਸ ਆ, ਇਹ ਫਾਈਨੈਂਸਸ ਹੁਣ ਇਨੀ ਸਾਰਿਆਂ ਨੇ ਆਪਣੇ ਆਪਣੇ ਕੀਤੇ ਆ। ਕਈ ਇੱਦਾਂ ਕਿਸੇ ਨੇ ਕੀਤਾ ਜੀ ਵੀ ਉਹਦਾ ਆਪਣਾ ਅਕਾਊਂਟ ਹੈ, ਉਹਦਾ ਆਪਣਾ ਅਕਾਊਂਟ ਹੈ। ਠੀਕ ਹੈ ਨਾ, ਮੈਨੂੰ ਤਾਂ ਇਹ ਚੰਗਾ ਨਹੀਂ ਲੱਗਦਾ, ਪਰ ਠੀਕ ਹੈ ਜੇ ਉਹਨਾਂ ਦਾ ਠੀਕ ਚੱਲਦਾ ਤਾਂ ਚੱਲੇ, ਠੀਕ ਹੈ ਨਾ ਜਾ ਕੇ। ਉਹ ਕਈਆਂ ਦਾ ਇਹ ਕੀਤਾ ਹੈ ਵੀ ਇੰਨੇ ਤੂੰ ਪਾ ਇੰਨੇ ਮੈਂ ਪਾ, ਅਤੇ ਸਭ ਮੇਰੇ ਖਿਆਲ ਦੇ ਨਾਲ ਦਿਸ ਇਜ਼ ਨਾਟ ਏ ਵੇ ਟੂ ਰਨ ਏ ਫੈਮਿਲੀ। ਠੀਕ ਹੈ ਨਾ ਜੀ, ਮੇਰੇ ਖਿਆਲ 'ਚ ਇੱਦਾਂ ਲੱਗਦਾ ਜਾ ਕੇ। ਪਰ ਹੁਣ ਕੀ ਪਤਾ ਜੀ ਅਗਲੀ ਪੀੜ੍ਹੀ ਇੱਦਾਂ ਹੀ ਚੱਲੂਗੀ ਜਾ ਕੇ ਵੀ ਇੰਨੇ ਪਾਇਆ ਕਰੋ ਵੀ ਜਾ ਕੇ। ਹੁਣ ਇਹਦੇ ਵਿੱਚ ਕਿ ਇੰਨੇ ਤੂੰ ਪਾ ਇੰਨੇ ਪਾ ਮੈਂ ਪਾ, ਸਾਡੀ ਪੀੜ੍ਹੀ ਦੇ ਵਿੱਚ ਫਿੱਟ ਨਹੀਂ ਆਉਂਦੀ ਗੱਲ ਇਹ। ਪਰ ਹੁਣ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਸਾਡੀ ਪੀੜ੍ਹੀ ਵਾਲੀ ਗੱਲ ਠੀਕ ਆ। ਜੇ ਤੁਹਾਡਾ ਇੱਦਾਂ ਕਰਕੇ ਇੰਨੇ ਪਾ ਕੇ ਗਰੋਸਰੀ ਤੈਅ ਲਿਆਉਣੀ ਹੈ, ਇਹ ਬਿੱਲ ਮੈਂ ਕਰਨੇ ਆ, ਦੁਆ ਕਰਨੇ, ਫਿਰ ਡੂ ਇਟ। ਪਰ ਇਹਨੂੰ ਜਿਹੜਾ ਹੈਗਾ ਆ ਕਲੇਸ਼ ਦਾ ਮੁੱਦਾ ਨਾ ਬਣਾਓ, ਦਿਸ ਵੇ ਔਰ ਦੈਟ ਵੇ, ਇਹਨੂੰ ਸੈਟਲ ਕਰਕੇ ਇਹਨੂੰ ਚਲਾਓ। ਇਹ ਪਾਰਟ ਨਹੀਂ ਹੋਣਾ ਚਾਹੀਦਾ ਵੀ ਇਹਦੇ ਕਰਕੇ ਜਿਹੜਾ ਝਗੜਾ ਪੈਂਦਾ ਜਾਏਗੀ। ਓਕੇ ਸਰ, ਇੱਕ ਮਿੰਟ ਲਈ ਮੈਂ ਤੁਹਾਨੂੰ ਇੰਟਰਪਟ ਕਰਨਾ ਚਾਹੁੰਦਾ। ਜਿਹੜਾ ਤੁਹਾਡਾ ਸਾਰਾ ਥੀਸਿਸ ਆ ਉਹ ਹੈਗਾ ਕਿ ਜਿਹੜੇ ਫਿਊਡਲਿਜ਼ਮ ਦੇ ਵਿੱਚ ਐਡਲਟ ਬਣੇ ਨੇ, ਜਿਨ੍ਹਾਂ ਦਾ ਬਚਪਨ ਭਾਰਤ ਪਾਕਿਸਤਾਨ ਜਾਂ ਉਹਨਾਂ ਲੋਕਾਂ ਦੇ ਵਿੱਚ ਗੁਜ਼ਰਿਆ, ਫਿਰ ਉਹ ਇੱਥੇ ਅਚਾਨਕ ਆ ਕੇ ਇੰਡਸਟਰੀਅਲ ਏਜ 'ਚ ਆ ਗਏ, ਤਾਂ ਇਸ ਕਰਕੇ ਕਈ ਸਮੱਸਿਆਵਾਂ ਖੜੀਆਂ ਹੋ ਗਈਆਂ ਰਿਸ਼ਤਿਆਂ ਦੇ ਵਿੱਚ। ਨਤੀਜੇ ਦੇ ਤੌਰ 'ਤੇ ਉਹਨਾਂ ਦੇ ਪਤੀ ਪਤਨੀ ਦੇ ਸੰਬੰਧ ਵਿਗੜ ਗਏ, ਸ਼ੱਕ ਪੈਦਾ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ। ਪਰ ਇਹ ਥੀਸਿਸ ਇਸ ਕਰਕੇ ਮੈਂ ਰਿਜੈਕਟ ਕਰਦਾ ਕਿਉਂਕਿ ਜਿਹੜੇ ਲੋਕ ਇੰਡਸਟਰੀਅਲ ਯੁੱਗ ਦੇ ਵਿੱਚ ਕੈਨੇਡਾ ਅਮਰੀਕਾ ਵਰਗੇ ਮੁਲਕਾਂ 'ਚ ਹੀ ਪੈਦਾ ਹੋਏ, ਇੱਥੇ ਹੀ ਉਹਨਾਂ ਦਾ ਬਚਪਨ ਗੁਜ਼ਰਿਆ, ਇੱਥੇ ਹੀ ਉਹ ਐਡਲਟ ਹੋਏ, ਜਿਹੜੀਆਂ ਉਹਨਾਂ ਦੀਆਂ ਪਾਰਟਨਰਸ ਨੇ ਜਾਂ ਜਿਹੜੇ ਉਹਨਾਂ ਦੇ ਪਾਰਟਨਰਸ ਨੇ ਉਹ ਵੀ ਇਸੇ ਤਰ੍ਹਾਂ ਹੀ ਇਸੇ ਮਾਹੌਲ 'ਚ ਪੈਦਾ ਹੋਏ। ਲੇਕਿਨ 40% ਲੋਕਾਂ ਦੀਆਂ ਜਿਹੜੀਆਂ ਘਰੇਲੂ ਰਿਲੇਸ਼ਨਸ਼ਿਪ ਸੀ ਉਹ ਖਰਾਬ ਹੋਣ ਤੋਂ ਬਾਅਦ ਉਹ ਟੁੱਟ ਫੁੱਟ ਹੋ ਗਈ ਰਿਸ਼ਤਿਆਂ ਦੇ ਵਿੱਚ। ਇਸ ਲਈ ਫਿਊਡਲਿਜ਼ਮ ਨੂੰ ਜਾਂ ਪਰਵਰਿਸ਼ ਨੂੰ ਇਸ ਦੇ ਵਿਪਰੀਤ ਉਸ ਜਿਹੜੇ ਫਿਊਡਲਿਜ਼ਮ ਨੂੰ ਤੁਸੀਂ ਕੰਡੈਮ ਕਰ ਰਹੇ ਹੋ, ਉੱਥੋਂ ਦੇ ਜੰਮੇ ਪਲੇ ਵੱਡੇ ਹੋਏ ਲੋਕਾਂ ਦੀਆਂ ਸ਼ਾਦੀਆਂ 70 80 90 ਸਾਲ ਤੱਕ ਜ਼ਿੰਦਾ ਨੇ, ਹਾਲੇ ਉਹ ਚੱਲ ਰਹੀਆਂ ਨੇ। ਹਾਂਜੀ, ਹੁਣ ਇਹਦਾ ਮੈਂ ਤੁਹਾਨੂੰ ਦੱਸਦਾ ਜੀ, ਫਿਊਡਲਿਜ਼ਮ ਦਾ ਇੱਕ ਖਾਸਾ ਇਹ ਵੀ ਹੈ ਜੀ ਵੀ ਔਰਤ ਨੇ ਆਦਮੀ ਨੂੰ ਛੱਡ ਕੇ ਨਹੀਂ ਜਾਣਾ ਹੈ, ਇੱਕ ਖਾਸਾ ਹੈ ਉਹਦਾ। ਹੁਣ ਤੁਸੀਂ ਹੈਰਾਨ ਹੋਵੋਗੇ ਜਾ ਕੇ, ਫਿਊਡਲਿਸਟ ਸਿਸਟਮ ਦੇ ਵਿੱਚ ਡਿਵੋਰਸ ਲਈ ਸਾਡੀ ਭਾਸ਼ਾ ਵਿੱਚ ਲਫ਼ਜ਼ ਹੀ ਹੈ ਨਹੀਂ, ਲਫ਼ਜ਼ ਹੀ ਹੈ ਨਹੀਂ ਡਿਵੋਰਸ ਲਈ ਸਾਡੇ, ਕਿ ਡਿਵੋਰਸ ਹੈ ਹੀ ਨਹੀਂ ਸਾਡੇ ਛੱਡਿਆ ਨਹੀਂ, ਇਹ ਹੈ ਹੀ ਨਹੀਂ, ਇਹ ਛੱਡ ਦਿੱਤੀ ਜੀ।
ਤਲਾਕ ਅਰਬੀ ਉਰਬੀ ਦਾ ਸ਼ਬਦ ਨਹੀਂ, ਤਲਾਕ ਸਾਡਾ ਲਫ਼ਜ਼ ਨਹੀਂ ਹੈ, ਤਲਾਕ ਇੱਧਰ ਦਾ ਲਫ਼ਜ਼ ਹੈ। ਸਾਡੇ ਫਿਊਡਲਿਜ਼ਮ ਦਾ ਇੱਕ ਖਾਸਾ ਇਹ ਆ ਵੀ ਚਾਹੇ ਜਿੰਨਾ ਮਰਜ਼ੀ ਕੁੱਟ ਕਟਾਂਬਾ ਹੁੰਦਾ ਰਹੇ, ਜੋ ਮਰਜ਼ੀ ਹੁੰਦਾ ਰਹੇ, ਰਹਿਣਾ ਉੱਥੇ ਉਹਦਾ ਜਿਹੜੀ ਹੈਗੀ ਆ, ਇਹ ਬਸ ਹੁਣ ਤੇਰਾ ਫਿੰਦਰਲ ਹੀ ਨਿਕਲਣਾ ਚਾਹੀਦਾ ਉਸ ਘਰ 'ਚੋਂ, ਉਸ ਘਰ ਦੇ ਵਿੱਚ ਛੱਡਣਾ ਨਹੀਂ, ਸਾਡੇ ਲਈ ਤੂੰ ਗਈ ਆਈ ਬਸ ਆ ਕੇ, ਠੀਕ ਹੈ ਨਾ। ਇਹ ਖਾਸਾ ਵੀ ਨਾਲ ਸਾਡੇ ਆਉਂਦਾ, ਔਰ ਉਹ ਅਜੇ ਵੀ ਹੌਲੀ 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 ਨਿਕਲੂਗਾ। ਤਾਂ ਹੀ ਸਾਡੇ ਡਿਵੋਰਸ ਘੱਟ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਸਾਡੇ ਜਿਹੜੇ ਹੈਗੇ ਆ ਰਿਸ਼ਤੇ ਇਹਨਾਂ ਨਾਲੋਂ ਜ਼ਿਆਦਾ। ਇਹਨਾਂ ਦਾ ਕੀ ਹੈਗਾ ਜਾ ਕੇ ਵੀ ਜੇ ਤੁਹਾਡੇ ਤੰਗੀ ਆਉਂਦੀ ਹੈ ਥੋੜ੍ਹੀ ਜਿਹੀ, ਡੋਂਟ ਲਿਵ ਅਨਹੈਪੀ ਲਾਈਫ, ਗੋ ਫॉर ਹੈਪੀਨੈਸ, ਠੀਕ ਆ। ਸਾਡੇ ਹੈਗੀ ਆ ਗੋ ਫॉर ਰਿਲੇਸ਼ਨ ਲੈ ਜਾਓ, ਹੈਪੀਨੈਸ ਕੋਈ ਗੱਲ ਨਹੀਂ ਹੁੰਦੀ ਨਾ ਹੋਵੇ, ਠੀਕ ਹੈ ਨਾ। ਇਸ ਕਰਕੇ ਸਾਡੇ ਡਿਵੋਰਸ ਘੱਟ ਹੁੰਦੇ ਆ, ਕਿਉਂਕਿ ਅਸੀਂ ਉਹਦੀ ਪ੍ਰੋਡਕਟ ਆ ਉਸ ਸਿਸਟਮ ਦੀ, ਵੀ ਨਹੀਂ ਬਈ ਫੈਮਿਲੀ ਮੁੱਖ ਪ੍ਰਧਾਨ ਆ, ਇਹਨੂੰ ਕਾਇਮ ਰੱਖਣਾ, ਚਾਹੇ ਜਿੱਦਾਂ ਮਰਜ਼ੀ ਰੱਖੋ ਜਾ ਕੇ। ਸੋ ਇਸ ਕਰਕੇ ਇਹ ਦੂਜਾ ਜਿਹੜਾ ਹੈਗਾ, ਅਗਲੀ ਪ੍ਰੋਬਲਮ ਹੈਗੀ ਆ ਜੀ ਰਿਲੇਸ਼ਨ ਵਿਦ ਕਿਡਸ। ਬੱਚਿਆਂ ਨਾਲ ਰਿਲੇਸ਼ਨ ਤੁਹਾਡੇ ਕਿੱਦਾਂ ਹੈ? ਬੱਚਿਆਂ ਨਾਲ ਰਿਲੇਸ਼ਨ ਜਿੱਥੇ ਤੁਹਾਨੂੰ ਬੱਚੇ ਖੁਸ਼ੀ ਬਹੁਤ ਦਿੰਦੇ ਆ ਜਾ ਕੇ, ਅਨਹੈਪੀਨੈਸ ਵੀ ਦਿੰਦੇ ਆ, ਉੱਥੇ ਤੁਹਾਡੇ ਰਿਲੇਸ਼ਨ ਨੂੰ ਬਹੁਤ ਇਨਫਲੂਐਂਸ ਕਰਦੇ ਆ। ਤੁਸੀਂ ਇੱਕ ਹਿੱਸੇ ਦਾ ਜਵਾਬ ਦਿੱਤਾ, ਦੂਸਰੇ ਹਿੱਸੇ ਦਾ ਜਵਾਬ ਨਹੀਂ ਦਿੱਤਾ ਕਿ ਜਿਹੜੀ ਇੱਥੋਂ ਦੇ ਪਰਵਰਿਸ਼ ਹੋਏ ਐਡਲਟਸ ਦੀਆਂ ਸ਼ਾਦੀਆਂ ਨੇ, ਜਿਹੜੀ ਇੰਡਸਟਰੀਅਲ ਏਜ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਸਸਪੀਸ਼ਨ ਔਰ ਉਸ ਤੋਂ ਬਾਅਦ ਚੀਟਿੰਗ ਅਤੇ ਹੋਰ ਜਿਹੜੀਆਂ ਇਹੋ ਜਿਹੀਆਂ ਸਮੱਸਿਆਵਾਂ ਪੈਦਾ ਹੋ ਕੇ ਜਿਹਦੇ ਕਰਕੇ ਉਹਨਾਂ ਦੇ ਰਿਸ਼ਤੇ ਟੁੱਟ ਜਾਂਦੇ ਨੇ, ਉਹ ਵੀ ਕਾਮਨ ਨੇ। ਫਿਰ ਫ਼ਰਕ ਕੀ ਹੋਇਆ? ਜੇ ਤੁਸੀਂ ਕਹਿੰਦੇ ਹੋ ਕਿ ਉਹ ਜਿਹੜੇ ਫਿਊਡਲਿਜ਼ਮ ਦੇ ਪਰਵਰਿਸ਼ ਹੋਇਆਂ ਦੇ ਵਿੱਚ ਜ਼ਿਆਦਾ ਇਸ ਕਿਸਮ ਦੀ ਧਾਰਨਾ ਹੈ, ਤਾਂ ਇੱਥੋਂ ਦੇ ਇੰਡਸਟਰੀਅਲ ਏਜ ਦੇ ਪੈਦਾ ਹੋਏ ਲੋਕ ਜਿਹੜੇ ਨੇ, ਜਿਹੜੇ ਭਾਵੇਂ ਉਹ ਕਿਸੇ ਵੀ ਮੂਲ ਦੇ ਨੇ, ਉਹਨਾਂ ਦੇ ਵਿੱਚ ਵੀ ਸਮੱਸਿਆ ਤਾਂ ਸੇਮ ਆ। ਸੇਮ ਸਮੱਸਿਆ ਕਿਹੜੀ? ਕਲੇਸ਼ ਜ਼ਿਆਦਾ ਆ। ਕਲੇਸ਼ ਜ਼ਿਆਦਾ, ਆ ਜਿਹੜੀ ਤੁਸੀਂ ਗੱਲਾਂ ਕਰਦੇ ਹੋ, ਸ਼ੱਕ ਅਤੇ ਹੋਰ ਜਿਹੜੀ ਵੀ ਆ, ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਵੀ ਹੈਗੀਆਂ। ਉਹ ਮੈਂ ਤੁਹਾਨੂੰ ਇਹਨਾਂ ਵਿੱਚ ਵੀ ਹੈਗੀਆਂ, ਪਰ ਉਹ ਆ ਜਦ ਉਹਨਾਂ ਦੇ ਵਿੱਚ ਹੋਣਾ, ਉਹਨੇ ਸੈਪਰੇਟ ਹੋ ਜਾਣਾ ਜੀ। ਉਹਨੇ ਉਹ ਰਿਸ਼ਤੇ ਨੂੰ ਇੱਦਾਂ ਨਹੀਂ ਨਿਭਾਉਣਾ ਜਿੱਦਾਂ ਫਿਊਡਲ ਏਜ ਦਾ ਬੰਦਾ ਨਿਭਾਉਂਦਾ ਜਾ ਕੇ, ਵੀ ਚੱਲ ਕੋਈ ਗੱਲ ਨਹੀਂ, ਠੀਕ ਹੈ, ਕੋਈ ਗੱਲ ਨਹੀਂ, ਠੀਕ ਹੈ, ਚੱਲੀ ਜਾਂਦਾ ਕੰਮ, ਚੱਲੀ ਜਾਂਦਾ, ਕਾਹਨੂੰ ਕੀ ਆ, ਲੋਕ ਕੀ ਕਹਿਣਗੇ, ਆਹ ਹੋਊਗਾ ਜੇ, ਪਰ ਬੱਚਿਆਂ ਦਾ ਕੀ ਹੋਊਗਾ, ਠੀਕ ਹੈ ਨਾ। ਹੁਣ ਇਹ ਇੱਦਾਂ ਨਹੀਂ ਹੈ। ਇਹਨੀ ਜੇ ਅਨਹੈਪੀਨੈਸ ਹੋਣੀ ਸ਼ੁਰੂ ਹੋ ਗਈ ਤਾਂ ਦੇ ਵਿਲ ਕੁਇਟ, ਕਿਉਂਕਿ ਇਹਦੇ ਵਿੱਚ ਔਰਤ ਨੂੰ ਵੀ ਪਤਾ ਵੀ ਮੈਂ ਆਪਣਾ ਗੁਜ਼ਾਰਾ ਕਰ ਲੈਣਾ, ਉਹਨੂੰ ਪਤਾ ਮੈਂ ਵੀ ਆਪਣਾ ਗੁਜ਼ਾਰਾ ਕਰ ਲੈਣਾ। ਸਾਡੀ ਸੁਸਾਇਟੀ ਵਿੱਚ ਕਈ ਵਾਰ ਔਰਤ ਇਸ ਕਰਕੇ ਵੀ ਕੁਇਟ ਨਹੀਂ ਕਰਦੀ ਹੁੰਦੀ, ਉਹਨੂੰ ਕਹਿੰਦੇ ਮੈਂ ਕਿੱਥੇ ਜਾਊਂਗੀ, ਠੀਕ ਹੈ ਨਾ। ਉਹ ਇੱਥੇ ਸਿਸਟਮ ਤਾਂ ਮਿਲ ਗਿਆ ਉਹਨੂੰ ਜਾਣ ਦਾ, ਪਰ ਫਿਰ ਜੀ ਉਹਦੇ ਪਿੱਛੇ ਸੰਸਕਾਰ ਉਹੀ ਤੁਰੇ ਆਉਂਦੇ ਆ, ਅਜੇ ਜਿਹੜੇ ਹੈਗੇ ਆ, ਅਜੇ ਉਹੀ ਤੁਰੇ ਆਉਂਦੇ ਆ ਵੀ ਮੈਂ ਉਹ ਆਪਣੀ ਸਟੇਬਿਲਿਟੀ ਅਤੇ ਪ੍ਰੋਟੈਕਸ਼ਨ ਸਮਝਦੀ ਆ ਉਹਨੂੰ ਜਾ ਕੇ, ਅਜੇ ਵੀ ਉਹਦੇ ਵਿੱਚ। ਇਸ ਕਰਕੇ ਉਹ ਘੱਟ ਕਰਦੇ ਹੈ, ਇੱਥੇ ਵਾਲੇ ਨਹੀਂ ਸਮਝਦੇ ਸੀਗਾ, ਅਸੀਂ ਆਪਣਾ ਅਤੇ ਤੇਰਾ ਆਪਣਾ ਸੀਗਾ। ਅੱਛਾ, ਆਪਾਂ ਹੁਣ ਬੱਚਿਆਂ 'ਤੇ ਆ ਜਾਈਏ। ਹੁਣ ਜਿਹੜੇ ਬੱਚੇ ਹੈਗੇ ਆ, ਇਹ ਅਸੀਂ ਉਸ ਸਿਸਟਮ ਦੀ ਪ੍ਰੋਡਕਟ ਹਾਂ। ਜੇ ਤੁਸੀਂ ਕਹਿੰਦੇ ਵੀ ਚਲੋ ਥੀਸਿਸ ਤਾਂ ਮੇਰਾ ਨਹੀਂ, ਪਰ ਚਲੋ ਮੇਰੇ ਵਿਚਾਰ ਹੀ ਹੈ, ਜਿਹਦੇ ਵਿੱਚ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਆ ਸਾਡੀ ਓਲਡ ਏਜ ਦੇ ਵਿੱਚ ਸਾਡੇ ਬੱਚਿਆਂ ਨੇ ਸਾਡਾ ਸਾਥ ਦੇਣਾ, ਸਾਨੂੰ ਇਨੀ ਦੇਖਭਾਲ ਸਾਡੀ ਕਰਨੀ ਹੈ ਜਾ ਕੇ, ਅਸੀਂ ਬੱਚਿਆਂ ਤੋਂ ਇਹ ਐਕਸਪੈਕਟ ਕਰਦੇ ਹਾਂ ਜਾ ਕੇ। ਹੁਣ ਇਸ ਸਿਸਟਮ 'ਚ ਇੱਦਾਂ ਨਹੀਂ ਹੈ ਜਾ ਕੇ। ਇਸ ਸਿਸਟਮ ਦੇ ਵਿੱਚ ਜਿਹੜੇ ਬੱਚੇ, ਸਾਡੇ ਬੱਚੇ ਵੀ ਜਿਹੜੇ ਇੱਧਰ ਪੈਦਾ ਹੋਣੇ ਆ, ਅਸੀਂ ਤਾਂ ਉਹਨਾਂ ਤੋਂ ਇਹ ਐਕਸਪੈਕਟ ਕਰਨਾ ਵੀ ਇੱਦਾਂ ਕਰਨ। ਉਹ ਇਹ ਸਮਝਦੇ ਆ ਵੀ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ, ਇਹ ਤਾਂ ਸਟੇਟ ਦੀ ਜ਼ਿੰਮੇਵਾਰੀ ਹੈ। ਸਟੇਟ ਨੇ ਇਹਨਾਂ ਨੂੰ ਪੈਨਸ਼ਨ ਲਾਈ ਹੋਈ ਆ, ਸਟੇਟ ਇਹਨਾਂ ਨੇ ਓਲਡ ਹੋਮ ਬਣਾਇਆ ਹੋਇਆ, ਇਹਨਾਂ ਦੇ ਉਹ ਕੀਤਾ ਜਾ ਕੇ, ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ। ਸਾਡੀ ਜ਼ਿੰਮੇਵਾਰੀ ਆਪਣੇ ਬੱਚੇ ਪਾਲਣੇ ਆ, ਇਹਨਾਂ ਦੀ ਨਹੀਂ ਹੈ ਜਾ ਕੇ। ਸੋ ਉੱਥੋਂ ਸਾਡੇ ਫਿਰ ਬੱਚਿਆਂ ਨਾਲ ਵੀ ਰਿਲੇਸ਼ਨ ਖਰਾਬ ਹੁੰਦੇ ਆ। ਹੁਣ ਜਿੱਥੇ ਤੱਕ ਦੇਖੋ ਫਾਈਨੈਂਸ਼ੀਅਲੀ ਬੱਚਿਆਂ ਦੀ ਲਾਈਨ ਠੀਕ ਹੈ, ਬੱਚਿਆਂ ਠੀਕ ਹੈ, ਪੈਨਸ਼ਨਾਂ ਵੀ ਲੱਗੀਆਂ ਜਾ ਕੇ, ਉਹ ਦੂਜੇ ਵੀ ਹੈਗੇ, ਕੇਅਰ ਵੀ ਕਰਦੀ ਆ, ਫ੍ਰੀ ਮੈਡੀਕਲ ਵੀ ਹੈਗਾ, ਸਭ ਕੁਛ ਹੈਗਾ, ਉਹ ਠੀਕ ਹੈ ਇੱਥੇ ਤੱਕ ਜਾ ਕੇ। ਹੁਣ ਅਗਲੀ ਹੈਗੀ ਆ ਫਾਈਨੈਂਸ਼ੀਅਲ ਨੀਡ ਤੋਂ ਬਿਨਾਂ ਇੱਕ ਇਮੋਸ਼ਨਲ ਨੀਡ ਹੈ ਮਾਂ ਬਾਪ ਦੀ। ਹੁਣ ਇਮੋਸ਼ਨਲ ਨੀਡ ਉਹ ਆ ਵੀ ਉਹ ਮਾਂ ਬਾਪ ਇਹ ਚਾਹੁੰਦੇ ਆ ਵੀ ਇਹ ਮੇਰੇ ਕੋਲ ਰਹਿਣ, ਮੇਰੇ ਕੋਲ ਬਹੁਤ। ਮੈਜੋਰਿਟੀ ਆਫ ਸਾਡੇ ਪੀਪਲ ਜਿਹੜੇ ਹੈਗੇ ਆ, ਉਹ ਆਖਰੀ ਉਮਰ ਦੇ ਵਿੱਚ ਉਹਨਾਂ ਹੋਮ 'ਚ ਜਾਣਾ ਨਹੀਂ ਚਾਹੁੰਦੇ, ਠੀਕ ਹੈ ਨਾ। ਉਹ ਚਾਹੁੰਦੇ ਵੀ ਘਰ 'ਚ ਸਾਡੀ ਇਹ ਸੇਵਾ ਕਰਨ ਜਾ ਕੇ, ਉਹ ਘਰ 'ਚ ਸੇਵਾ ਕਰਦੇ ਨਹੀਂ ਹਜੇ। ਇਹ ਵੀ ਇੱਕ ਰੀਜ਼ਨ ਬਣਦਾ ਹੈਗਾ ਵੀ ਤੁਸੀਂ ਜਿਹੜੇ ਬੱਚੇ, ਕਿਉਂ ਬੱਚਿਆਂ ਦਾ ਕਸੂਰ ਕੋਈ ਨਹੀਂ ਹੈ, ਉਹ ਟ੍ਰੇਨ ਹੀ ਇੱਦਾਂ ਹੋਏ ਆ, ਉਹ ਦੇਖਦੇ ਇੱਦਾਂ, ਉਹ ਟ੍ਰੇਨ ਹੀ ਇੱਦਾਂ ਹੁੰਦੇ ਆ ਵੀ ਉਹਨਾਂ ਨੂੰ ਇਮੋਸ਼ਨਲ ਜਿਹੜੀ ਹੈਗੀ ਆ ਉਹਦਾ ਪਤਾ ਹੀ ਨਹੀਂ ਹੈ ਜਾ ਕੇ, ਵੀ ਇਹਨਾਂ ਨੂੰ ਇਮੋਸ਼ਨਲ ਨੀਡ ਵੀ ਹੈਗੀ ਬੱਚੇ। ਸੋ ਇਸ ਕਰਕੇ ਇਹ ਵੀ ਧਿਆਨ ਰੱਖ ਲੈਣਾ ਚਾਹੀਦਾ ਦੋਨਾਂ ਪਾਰਟਨਰ ਨੂੰ ਜਾ ਕੇ ਵੀ ਇਹ ਬੱਚਿਆਂ ਨੇ ਉੱਦਾਂ ਦੀ ਸਾਨੂੰ ਸਪੋਰਟ ਨਹੀਂ ਕਰਨੀ ਜਿੱਦਾਂ ਦੀ ਸਪੋਰਟ ਅਸੀਂ ਇਹਨਾਂ ਤੋਂ ਐਕਸਪੈਕਟ ਕਰਦੇ ਹਾਂ ਜਾ ਕੇ। ਇਹ ਰੀਜ਼ਨ ਨਹੀਂ ਬਣਨਾ ਚਾਹੀਦਾ ਹੈਗਾ ਜਿਹੜਾ ਆਪਸੀ ਜਿਹੜੇ ਰਿਲੇਸ਼ਨ ਖਰਾਬ ਹੁੰਦੇ ਆ ਜਾ ਕੇ, ਠੀਕ ਹੈ ਨਾ ਜੀ। ਇੱਕ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਦੀ ਥੋੜ੍ਹੀ ਘਾਟ ਆ ਜਾ ਕੇ ਜੀ, ਉਹ ਘਾਟ ਹੈਗੀ ਆ ਜੀ ਇੱਕ
ਐਪਰੀਸੀਏਸ਼ਨ ਦੀ ਜੀ ਤਾਂ ਇੱਕ ਗ੍ਰੈਟੀਟਿਊਡ ਦੀ ਜੀ। ਇਹ ਦੋਨਾਂ ਦੇ ਵਿੱਚ ਇਹ ਵਧਣੀ ਚਾਹੀਦੀ ਹੈ। ਇੱਕ ਤਾਂ ਜਿਹੜਾ ਪਾਰਟਨਰ ਆ ਦੋਹਾਂ ਦੀ ਇੱਕ ਦੂਜੇ ਪ੍ਰਤੀ ਐਪਰੀਸੀਏਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂ ਕੰਮ ਤਾਂ ਸਾਰੇ ਕਰਦੇ ਆ ਜਾ ਕੇ। ਉਹਦੇ ਵਿੱਚ ਐਪਰੀਸ਼ੀਏਟ ਜੇ ਆਦਮੀ ਕਰ ਦੇਵੇ, ਜੇ ਮੂੰਹੋਂ ਕੱਢ ਦੇਵੇ ਇਹ ਗੱਲ, ਤਾਂ ਉਹਦਾ ਅਸਰ ਬਹੁਤ ਚੰਗਾ ਹੁੰਦਾ ਜੇ ਤੁਸੀਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਹੋ। ਜੇ ਤੁਸੀਂ ਆਪਣੇ ਅੰਦਰੇ ਹੀ ਫੀਲ ਕਰੀ ਜਾਂਦੇ ਔਰ ਕਹਿੰਦੇ ਨਹੀਂ ਹੈ ਜਾ ਕੇ, ਫਿਰ ਉਹਦਾ ਉਹ ਅਸਰ ਨਹੀਂ ਹੁੰਦਾ। ਇਸ ਕਰਕੇ ਇੱਕ ਤਾਂ ਆਪਣੇ ਪਾਰਟਨਰ ਨੂੰ ਐਪਰੀਸ਼ੀਏਟ ਜ਼ਰੂਰ ਕਰੋ ਜਿਹੜਾ ਉਹ ਕੰਮ ਕਰਦਾ। ਮੇਰੇ ਖਿਆਲ ਤਾਂ ਜੇ ਥੋੜ੍ਹਾ ਗਲਤ ਵੀ ਐਪਰੀਸ਼ੀਏਟ ਹੋ ਜਾਵੇ ਤਾਂ ਕੋਈ ਬਹੁਤੀ ਮਾੜੀ ਗੱਲ ਨਹੀਂ ਉਹਦੇ ਵਿੱਚ ਹੈਗਾ। ਇੱਕ ਉਹਦੇ ਪ੍ਰਤੀ ਜਿਹੜਾ ਹੈਗਾ ਆ ਗ੍ਰੈਟੀਟਿਊਡ ਜਿਹੜਾ ਹੈਗਾ ਉਹ ਡਿਵੈਲਪ ਹੋਣਾ ਬਹੁਤ ਜ਼ਰੂਰੀ ਹੈ ਕਿ ਵੀ ਇਹਨੇ ਇਹ ਕੰਮ ਕੀਤਾ ਸ਼ੁਕਰ। ਇੱਕ ਇਹ ਹੁੰਦਾ ਵੀ ਇਹਨੇ ਕੰਮ ਕੀਤਾ ਆਈ ਐਮ ਵੈਰੀ ਥੈਂਕਫੁਲ। ਇੱਕ ਹੁੰਦਾ ਤਾਂ ਕੀ ਕਰਨਾ ਹੀ ਸੀਗਾ ਇਹਨੇ ਜਾ ਕੇ, ਇਹਦੀ ਜ਼ਿੰਮੇਵਾਰੀ ਕਰੇ ਇਹ ਜਾ ਕੇ। ਇਹ ਐਟੀਟਿਊਡ ਨਹੀਂ ਹੋਣਾ ਚਾਹੀਦਾ, ਥੈਂਕਫੁਲ ਹੋਣਾ ਚਾਹੀਦਾ। ਇਹਦਾ ਅਸਰ ਫਿਰ ਬੱਚਿਆਂ 'ਤੇ ਬਹੁਤ ਚੰਗਾ ਪੈਂਦਾ। ਇਹ ਗੱਲਾਂ ਬੱਚੇ 'ਚ ਇਹ ਗੱਲਾਂ ਜੇ ਹੁਣ ਅਸੀਂ ਇੱਕ ਦੂਜੇ ਨੂੰ ਕੇਅਰ ਨਹੀਂ ਕਰ ਰਹੇ ਜਾ ਕੇ, ਕਿਉਂਕਿ ਜਿੱਦਾਂ ਮੈਂ ਕਿਹਾ ਜੀ ਥਿੰਨ ਸਾਹਿਬ ਦੇਖੋ ਫੈਮਿਲੀ ਲਾਈਫ ਦਾ ਜਿਹੜਾ ਧੁਰਾ ਜਿਹਨੂੰ ਆਪਾਂ ਕਹਿੰਦੇ ਉਹ ਹਸਬੈਂਡ ਵਾਈਫ ਹੈ। ਬਾਕੀ ਚੀਜ਼ਾਂ ਤਾਂ ਹੋ ਰਿਹਾ ਜਾ ਕੇ ਇਹ ਪਿਵਟ ਆ, ਇਹਦੇ ਦੁਆਲੇ ਘੁੰਮਦੀ ਆ ਸਾਰੀ ਫੈਮਿਲੀ ਜਾ ਕੇ। ਇਸ ਰਿਲੇਸ਼ਨ ਨੇ ਫੈਮਿਲੀ ਨੂੰ ਹੈਲ ਬਣਾਉਣਾ, ਇਸੇ ਰਿਲੇਸ਼ਨ ਨੇ ਫੈਮਿਲੀ ਨੂੰ ਹੈਵਨ ਬਣਾਉਣਾ ਜਾ ਕੇ। ਸੋ ਇਹ ਮੇਨ ਚੀਜ਼ ਆ ਫੈਮਿਲੀ ਦਾ ਹਸਬੈਂਡ ਵਾਈਫ ਦੇ ਰਿਲੇਸ਼ਨ, ਜਿੱਥੇ ਆਪਾਂ ਅੱਜ ਗੱਲ ਕਰ ਰਹੇ। ਬਸ ਤੁਸੀਂ ਦੱਸ ਰਹੇ ਸੀ ਬਈ ਜਿਹੜਾ ਇਹ ਹਸਬੈਂਡ ਵਾਈਫ ਦੇ ਐਕਸਿਸ ਦੇ ਰਿਲੇਸ਼ਨ ਜਿਹੜੇ ਧੁਰੇ ਤੋਂ ਬਿਨਾਂ ਬੱਚਿਆਂ ਲਈ, ਅੱਗੇ ਤੁਸੀਂ ਇੱਕ ਵਾਰੀ ਦੱਸਿਆ ਸੀ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਬਹੁਤ ਸਟਰੋਂਗ ਫਾਦਰ ਸਮਝਦੇ ਨੇ, ਫੈਮਿਲੀ ਨੂੰ ਕੰਟਰੋਲ ਕਰਕੇ ਰੱਖਣਾ ਚਾਹੁੰਦੇ ਨੇ, ਬੱਚਿਆਂ ਦੇ ਉੱਤੇ ਉਹ ਚਾਹੁੰਦੇ ਨੇ ਕਿ ਡਿਸਿਪਲਿਨ ਦਾ ਡੰਡਾ ਪੂਰਾ ਕਾਇਮ ਕਰਕੇ ਰੱਖਿਆ ਜਾਏ, ਬੁਢਾਪੇ 'ਚ ਬਹੁਤ ਸਫਰ ਕਰਦੇ ਆ। ਕਹਿੰਦੇ ਹੁੰਦੇ ਸੀ ਉਹ ਬੰਦੇ, ਮੈਨੂੰ ਭਲਵਾਨ ਜੀ ਕਹਿੰਦੇ ਹੁੰਦੇ ਸੀ। ਉਹ ਮੈਨੂੰ ਇੱਕ ਵਾਰ ਕਹਿੰਦੇ ਭਲਵਾਨ ਜੀ ਤੁਹਾਨੂੰ ਮੈਂ ਗੱਲ ਦੱਸਾਂ, ਮੇਰੇ ਤੋਂ ਬੜੀ ਉਮਰ ਸੀ ਉਹਨਾਂ ਦੀ ਕਾਫੀ। ਮੈਂ ਕਿਹਾ ਹਾਂਜੀ ਦੱਸੋ। ਕਹਿੰਦੇ ਸਖਤ ਸੁਭਾਅ ਵਾਲੇ ਬੰਦੇ ਦੀ ਅਖੀਰ ਬਹੁਤ ਮਾੜੀ ਹੁੰਦੀ ਹੈ। ਅਤੇ ਉਹ ਗੱਲ ਮੈਂ ਸਮਝਦਾ ਠੀਕ ਹੈ ਜੀ, ਕਿਉਂਕਿ ਉਹ ਬੰਦੇ ਦਾ ਸੁਭਾਅ ਜਿਹੜਾ ਹੈਗਾ ਉਹ ਬਦਲਦਾ ਨਹੀਂ ਹੈ ਜਾ ਕੇ ਜੀ। ਅਤੇ ਉਹ ਬੰਦੇ ਦੂਜੇ ਬੰਦੇ ਉੱਦਾਂ ਟਰੀਟ ਨਹੀਂ ਉਹਨੂੰ ਕਰਦੇ, ਕਿਉਂਕਿ ਉਹਦੇ ਕੋਲ ਪਾਵਰ ਨਹੀਂ ਹੁੰਦੀ ਉਸ ਵੇਲੇ ਜਾ ਕੇ। ਪਾਵਰ ਹੁੰਦੀ ਨਹੀਂ ਹੈਗੀ, ਉਹ ਫਿਰ ਬਸ ਉਹ ਕਲੇਸ਼ੇ ਕਰਦਾ, ਦੁਖੀ ਹੁੰਦਾ ਜਾ ਕੇ। ਕਿਉਂਕਿ ਇੱਥੇ ਜਿਹੜੀ ਲੋੜ ਜ਼ਿਆਦਾ ਲੋੜ ਜਿਹੜੀ ਮੈਂ ਸਮਝਦਾ ਉਹ ਹੈਗੀ ਆ, ਜਿੰਨਾ ਵੀ ਹੋ ਸਕੇ, ਚਾਹੇ ਇਹ ਔਖਾ ਕੰਮ ਹੈ ਜਿਹੜਾ ਮੈਂ ਕਹਿ ਰਿਹਾ, ਥਿੰਕਿੰਗ ਨੂੰ ਬਦਲਣ ਦੀ ਲੋੜ ਆ। ਥਿੰਕਿੰਗ ਨੂੰ ਜਿੰਨਾ ਵੀ ਅਸੀਂ ਉਸ ਫਿਊਡਲ ਥਿੰਕਿੰਗ 'ਚੋਂ ਕੱਢ ਕੇ ਇਸ ਥਿੰਕਿੰਗ 'ਚ ਲਿਆ ਸਕਦੇ ਹਾਂ, ਜਿੰਨਾ ਕੁ ਲਿਆ ਸਕਦੇ ਸਾਨੂੰ ਲਿਆਉਣਾ ਚਾਹੀਦਾ ਜਾ ਕੇ, ਠੀਕ ਹੈ ਨਾ। ਉਹ ਤਾਂ ਹੀ ਫਿੱਟ ਹੁੰਦੀ ਹੈ ਗੱਲ। ਨਹੀਂ ਜੇ ਅਸੀਂ ਉਹਨਾਂ ਵੈਲਿਊਜ਼ ਨਾਲ ਜੁੜੇ ਰਹੀਏ ਤਾਂ ਫਿਰ ਔਖੇ ਬਹੁਤ ਹੋਵਾਂਗੇ ਜਾ ਕੇ, ਔਖੇ। ਅੱਛਾ, ਜਿਹੜੀ ਮੈਂ ਗੱਲ ਕਰ ਰਿਹਾ ਸੀ ਜੀ ਐਪਰੀਸੀਏਸ਼ਨ ਨੇ ਜੋ ਕੰਮ ਕਰਨਾ ਉਹ ਕ੍ਰਿਟਿਸਿਜ਼ਮ ਨੇ ਨਹੀਂ ਕਰਨਾ ਹੈ। ਗ੍ਰੈਟੀਟਿਊਡ ਹੋਣਾ ਚਾਹੀਦਾ। ਇੱਕ ਬਹੁਤ ਬੜੀ ਗੱਲ ਆਮ ਇਹ ਕਿਹਾ ਜਾਂਦਾ ਜੀ ਵੀ ਜੇ ਹਸਬੈਂਡ ਵਾਈਫ ਦੇ ਵਿੱਚ ਲਵ ਨਹੀਂ ਹੈ ਤਾਂ ਫਿਰ ਉਹ ਸਫਲ ਨਹੀਂ ਹੈ। ਮੇਰੇ ਖਿਆਲ ਦੇ ਵਿੱਚ ਲਵ ਬਹੁਤ ਜ਼ਰੂਰੀ ਆ। ਲਵ ਨਾਲੋਂ ਵੀ ਜ਼ਿਆਦਾ ਜ਼ਰੂਰੀ ਰਿਸਪੈਕਟ ਜ਼ਰੂਰੀ ਹੈ। ਜਿਹੜਾ ਦੋਹਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਆ। ਇਹ ਜਿਹੜਾ ਲਵ ਕਈ ਵਾਰ ਤੁਹਾਨੂੰ ਜਿਹੜਾ ਸਹੀ ਗਾਈਡ ਨਹੀਂ ਕਰਦਾ ਜਿੰਨਾ ਤੁਹਾਨੂੰ ਸਹੀ ਗਾਈਡ ਰਿਸਪੈਕਟ ਨਹੀਂ ਕਰਨਾ। ਤੁਸੀਂ ਰਿਸਪੈਕਟਫੁਲ ਹੋ ਇੱਕ ਦੂਜੇ ਵੱਲ ਨੂੰ। ਇਹ ਨਹੀਂ ਹੈ ਜਾ ਕੇ ਵੀ ਇਹਦੀ ਗੱਲ ਨੂੰ ਬਰਸ਼ ਸਾਈਡ ਕਰ ਦਿਓ ਤਾਂ ਇਹਦੀ ਨਾ ਬਰਸ਼ ਸਾਈਡ ਕਰ। ਇੱਕ ਦੂਜੇ ਪ੍ਰਤੀ ਸਤਿਕਾਰ ਜ਼ਰੂਰ ਹੋਣਾ ਚਾਹੀਦਾ। ਜੇ ਤੁਸੀਂ ਸਤਿਕਾਰ ਇੱਕ ਦੂਜੇ ਵੱਲ ਨੂੰ ਕਰੋਗੇ ਜਾ ਕੇ ਤਾਂ ਬੱਚੇ ਵੀ ਤੁਹਾਡਾ ਸਤਿਕਾਰ ਕਰੂਗੇ ਜੀ। ਅਦਰਵਾਈਜ਼ ਜੇ ਆਪਸ ਵਿੱਚ ਹੀ ਗਾਲ ਮਗਾਲੀ ਹੋਵਾਂਗੇ ਤਾਂ ਬੱਚਿਆਂ ਨੇ ਵੀ ਉਹੀ ਕੁਛ ਗੱਲ ਸਿੱਖਣੀ ਆ। ਇਹ ਜਿਹੜਾ ਸਤਿਕਾਰ ਜ਼ਰੂਰੀ ਹੋਣਾ ਚਾਹੀਦਾ ਲਵ ਦੇ ਨਾਲ। ਔਰ ਇੱਕ ਮੇਰਾ ਤਜਰਬਾ ਹੈ ਜੀ, ਇਹ ਜਿਹੜਾ ਵੀ ਫੈਸਲਾ ਆ ਉਹ ਇੱਕ ਬੰਦਾ ਨਾ ਲਵੇ ਕਦੇ ਵੀ। ਕੋਈ ਵੀ ਫੈਸਲਾ ਜਿਹੜਾ ਹੈਗਾ ਉਹ ਦੋਨੋਂ ਬੰਦੇ ਸਲਾਹ ਕਰਕੇ ਉਹ ਫੈਸਲਾ ਲੈਣ ਜਾ ਕੇ। ਮਤਲਬ ਇੱਕ ਪਾਰਟਨਰ ਨਾਲ, ਹਾਂ, ਇੱਕ ਨਾ ਲਵੇ। ਇੱਕ ਪਾਰਟਨਰ ਲੈ ਕੇ ਫੈਸਲਾ ਲੈ ਕੇ ਦੂਜੇ ਨੂੰ ਦੱਸ ਦੇਵੇ ਮੈਂ ਆਹ ਕੀਤਾ। ਨਹੀਂ, ਸਾਂਝਾ ਫੈਸਲਾ ਜਿਹੜਾ ਹੈਗਾ ਨਾ, ਸਾਂਝੇ ਫੈਸਲੇ ਦੇ ਵਿੱਚ ਸਟਰੈਂਥ ਬਹੁਤ ਹੁੰਦੀ ਹੈ। ਜਿਹੜਾ ਹਸਬੈਂਡ ਵਾਈਫ ਦੋਨਾਂ ਨੇ ਸਾਂਝਾ ਫੈਸਲਾ ਲਿਆ ਹੋਵੇ ਨਾ, ਇੱਕ ਤਾਂ ਉਹਦੇ 'ਚ ਤਾਕਤ ਬਹੁਤ ਹੁੰਦੀ ਆ, ਦੂਜਾ ਉਹ ਤੁਹਾਡੇ ਰਿਲੇਸ਼ਨ ਨੂੰ ਵੀ ਨੇੜੇ ਲਿਆਉਂਦਾ ਜਾ ਕੇ। ਕੋਈ ਇਹ ਗੱਲ ਹੁੰਦੀ ਹੈ ਜਾ ਕੇ, ਠੀਕ ਹੈ ਨਾ। ਉਹਦੇ ਵਿੱਚ ਥਿੰਨ ਸਾਹਿਬ ਉੱਦਾਂ ਮੈਂ ਆਈ ਡੋਂਟ ਫਲੈਟਰ ਮਾਈ ਸੈਲਫ ਹੁੰਦਾ ਨਾ, ਮੈਂ ਕਦੇ ਇਕੱਲੇ ਨੇ ਫੈਸਲਾ ਨਹੀਂ ਲਿਆ ਜੀ। ਅੱਛਾ, ਕਦੇ ਨਹੀਂ ਇਕੱਲੇ ਫੈਸਲਾ ਲਿਆ। ਜਿਹੜਾ ਹੈਗਾ ਦੋਨਾਂ ਦਾ ਸਾਂਝਾ ਫੈਸਲਾ ਹੋਊਗਾ। ਜਦ ਤੱਕ ਅਸੀਂ ਦੋਨੋਂ ਐਗਰੀ ਨਹੀਂ ਕਰ ਜਾਂਦੇ ਕਿਸੇ ਗੱਲ 'ਤੇ ਉਨੀ ਦੇਰ ਤੱਕ ਫੈਸਲਾ ਨਹੀਂ ਲੈਣਾ। ਸੋ ਸਾਂਝਾ ਫੈਸਲਾ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਹੈ। ਇਹਨੂੰ ਅਪਲਾਈ ਕਰੋ ਘਰ ਦੇ ਵਿੱਚ ਜਾ ਕੇ ਵੀ ਆਪਸੀ ਸਲਾਹ ਕਰਕੇ ਫਿਰ ਫੈਸਲਾ ਲਿਆ ਜਾਵੇ। ਉਹ ਫੈਸਲਾ ਜਿਹੜਾ ਹੈਗਾ ਘਰ ਦੇ ਵਿੱਚ ਕਲੇਸ਼ ਵੀ ਘਟਾਊਗਾ ਔਰ ਉਸ ਫੈਸਲੇ ਨੂੰ ਮਜ਼ਬੂਤੀ ਵੀ ਦੇਊਗਾ ਜਿਹੜਾ ਹੈਗਾ ਜਾ ਕੇ। ਫਿਰ ਉਹਦੇ ਨਾਲ
ਇੱਕ ਜਿਹੜੇ ਆਪਾਂ ਅੱਗੇ ਸਪੈਸ਼ਲੀ ਪ੍ਰੋਗਰਾਮ ਇਹਦੇ 'ਤੇ ਇਕੱਲੇ 'ਤੇ ਕੀਤਾ ਸੀਗਾ ਜਾ ਕੇ, ਉਹ ਜ਼ਰੂਰੀ ਆ ਵੀ ਖਿਲਾਫ ਸੁਣਨ ਦੀ ਸ਼ਕਤੀ ਜ਼ਰੂਰ ਵਧਾਓ। ਆਪਣੇ ਵਿਰੁੱਧ, ਹਾਂ ਆਪਣੇ ਵਿਰੁੱਧ ਜਿਹੜੀ ਗੱਲ ਜਾਂਦੀ ਆ ਉਹਨੂੰ ਸੁਣਨ ਦੀ ਸ਼ਕਤੀ ਅਤੇ ਬਰਦਾਸ਼ਤ ਕਰਨ ਦੀ ਸ਼ਕਤੀ, ਇਹ ਬਹੁਤ ਜ਼ਰੂਰੀ ਹੈ ਜਾ ਕੇ। ਹੁਣ ਸਾਨੂੰ ਕੀ ਹੁੰਦਾ ਜੀ ਜਾ ਕੇ, ਜਿੰਨੀ ਦੇਰ ਤੱਕ ਸਾਡੀ ਐਪਰੀਸੀਏਸ਼ਨ ਹੋਈ ਜਾਣੀ ਆ ਉਹ ਤਾਂ ਅਸੀਂ ਠੀਕ ਆ, ਬੜੇ ਖੁਸ਼ ਹੋਣਾ, ਬਹੁਤ ਜਦ ਵਿਰੋਧਤਾ ਹੋਣੀਆਂ ਤੇ ਉੱਥੇ ਕਲੇਸ਼ ਸ਼ੁਰੂ ਹੋਣਾ। ਇੱਕ ਤਾਂ ਉਹ ਸ਼ਕਤੀ ਸੁਣਨ ਦੇ ਵਿੱਚ ਇਹ ਗੱਲ ਭੜਕਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਸੋਚ ਲੈਣੀ ਚਾਹੀਦੀ ਆ ਵੀ ਇਹ ਗੱਲ ਇਹਦੀ ਠੀਕ ਤਾਂ ਨਹੀਂ ਹੈ, ਇਹ ਗੱਲ ਠੀਕ ਤਾਂ ਨਹੀਂ ਹੈ। ਤਾਂ ਜੇ ਫਰਜ਼ ਕਰ ਲਓ ਠੀਕ ਨਹੀਂ ਵੀ ਹੈ ਤਾਂ ਫਿਰ ਸ਼ੌਕਰ ਇੰਨੇ ਕੁ ਤਕੜੇ ਹੋਣੇ ਚਾਹੀਦੇ ਆ ਵੀ ਉਹ ਫਿਰ ਜਿਹੜੀ ਹੁਜਕੇ ਨਾ ਖਾਣ ਜਾ ਕੇ, ਠੀਕ ਹੈ ਨਾ, ਗੱਡੀ ਨੂੰ ਚੱਲਣ ਦੇਣ ਸਮੂਥ ਜਿਹੜੇ ਹੈਗੇ ਆ ਜਾ ਕੇ। ਇਹ ਸ਼ਕਤੀ ਔਰ ਬਰਦਾਸ਼ਤ ਕਰਨ ਦੀ ਸ਼ਕਤੀ ਜਿਹੜੀ ਹੈਗੀ ਆ ਜ਼ਰੂਰੀ ਹੈਗੀ ਆ। ਇਹ ਤੋਂ ਇੱਕ ਉੱਪਰਲੀ ਸਟੇਜ 'ਤੇ ਵੀ ਮੈਂ ਆਉਣਾ, ਇਹ ਉਹਦੀ ਵੀ ਬਹੁਤ ਲੋੜ ਹੈ। ਉਹ ਲੋੜ ਹੈਗੀ ਥਿੰਨ ਸਾਹਿਬ, ਆਪਣੀ ਜਿਹੜੀ ਹੈਗੀ ਆ ਗਲਤੀ ਮੰਨਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ। ਆਪਣੀ ਜਿਹੜੀ ਗਲਤੀ ਹੋ ਗਈ ਨਾ ਜੀ, ਉਹਦੀ ਫਿਰ ਜ਼ਰੂਰਤ ਹੋਣੀ ਚਾਹੀਦੀ ਆ ਇਹ ਮੰਨਣ ਦੀ ਵੀ ਹਾਂ ਮੇਰੇ ਤੋਂ ਹੋ ਗਈ। ਪੱਛਮੀ ਦੁਨੀਆ ਥਾਂ ਤੇ ਜਿਹੜੇ ਆ ਲੋਕ ਆਪਣੀ ਗਲਤੀ ਮੰਨੀ ਜਾਂਦੇ ਆ, ਮਾਫੀ ਵੀ ਮੰਗ ਲੈਂਦੇ, ਹਾਂ ਠੀਕ, apology ਚੰਗੀ ਗੱਲ ਹੈ, ਮਾਈ ਬੈਡ, ਹੋਰ ਕਈ ਉਹਨਾਂ ਦੇ ਬੜੇ ਸ਼ਬਦ ਉਹ ਤਾਂ ਬੜੀ ਕਾਮਨ ਗੱਲ ਹੋ ਗਈ। ਕਾਮਨ ਗੱਲ ਹੋ ਗਈ। ਇਹ ਮੈਂ ਤੁਹਾਨੂੰ ਦੱਸਾਂ ਥਿੰਨ ਸਾਹਿਬ, ਜਿੱਦਾਂ ਉਹ ਕੀ ਕਹਿੰਦੇ ਹੁੰਦੇ ਆ, ਰੱਬ ਕੋਲੋਂ ਗਲਤੀ ਮੰਨਣੀ ਬਹੁਤ ਸੌਖੀ ਆ, ਪਾਰਟਨਰ ਕੋਲੋਂ ਗਲਤੀ ਮੰਨਣੀ ਥੋੜ੍ਹੀ ਜਿਹੀ ਔਖੀ ਆ, ਠੀਕ ਹੈ ਨਾ। ਰੱਬ ਦੇ ਮੂਹਰੇ ਤਾਂ ਜਾ ਕੇ ਬਥੇਰਾ ਕਰੀ ਜਾਂਦੇ, ਸ਼ੁਕਰਗੁਜ਼ਾਰੀ ਵੀ ਬਹੁਤ ਹੁੰਦੀ, ਤੈਂ ਸਾਡਾ ਫਲਾਨਾ, ਤੈਂ ਉਹ ਕਰਤਾ, ਤੈਂ ਉਹ ਕਰਤਾ ਜਾ ਕੇ, ਤੂੰ ਫਲਾਨਾ ਸਾਨੂੰ ਬਖਸ਼ ਲੈ, ਜੇ ਆ ਤੇਰੇ ਤਾਂ ਸਾਡੇ 'ਤੇ ਬੜੀਆਂ ਮਿਹਰਾਂ ਤੇਰੀਆਂ ਜਾ ਕੇ। ਇਹ ਸਾਰੀਆਂ ਜਿਹਦੀਆਂ ਅਸਲ ਮਿਹਰਾਂ ਤੁਹਾਡੇ 'ਤੇ, ਉਹਦੇ 'ਤੇ ਕਰਦੇ ਨਹੀਂ ਹੈ। ਹਸਬੈਂਡ ਵਾਈਫ ਦੀ ਇੱਕ ਦੂਜੇ 'ਤੇ ਮਿਹਰ ਆ ਤਾਂ ਹੀ ਫੈਮਿਲੀ ਚਲਾਉਂਦੇ ਜਾ ਕੇ, ਉਹਦੇ 'ਤੇ ਨਹੀਂ ਕਰਦੇ ਹੈ ਜਾ ਕੇ, ਹੋਰਾਂ 'ਤੇ ਕਰਦੇ। ਸੋ ਇਹ ਮੈਂ ਜ਼ਰੂਰ ਸਮਝਦਾ ਜਾ ਕੇ ਵੀ ਗਲਤੀ ਮੰਨਣ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਜ਼ਰੂਰੀ ਆ। ਇਹ ਜ਼ਰੂਰਤ ਆ ਜਾਵੇ ਨਾ ਜੀ, ਇਹ ਜਿੱਦਾਂ ਕਹਿੰਦੇ ਹੁੰਦੇ ਬਲਦੀ ਦੇ ਉੱਤੇ ਪਾਣੀ ਸਿੱਟਣ ਵਾਲੀ ਗੱਲ ਆ। ਤੁਸੀਂ ਗਲਤੀ ਮੰਨ ਲਓ ਨਾ ਜਾ ਕੇ, ਉਹ ਅਗਰ ਦੂਜੇ ਪਾਰਟਨਰ ਦਾ ਜਿਹੜਾ ਗੁੱਸਾ ਹੈਗਾ ਆ ਉਹ ਮੈਨੂੰ ਲੱਗਦਾ 90% ਜਾਂਦਾ ਲੱਗਦਾ ਜਾ ਕੇ ਵੀ ਹੋ ਗਈ ਮੇਰੇ ਤੋਂ, ਹੁਣ ਮੈਂ ਕੀ ਕਰ ਸਕਦਾ, ਗਲਤੀ ਹੋ ਗਈ ਜਾ ਕੇ, ਠੀਕ ਹੈ। ਇਹ ਜ਼ਰੂਰਤ ਬਹੁਤ ਹੈ, ਇਹ ਰਿਲੇਸ਼ਨ ਨੂੰ ਠੀਕ ਰੱਖੂਗੀ, ਕਿਉਂਕਿ ਅੱਜ ਦਾ ਮੇਨਲੀ ਆਪਾਂ ਇਹਦੇ 'ਤੇ ਲਾ ਰਹੇ ਹਾਂ ਵੀ ਰਿਲੇਸ਼ਨ ਕਿੱਦਾਂ ਠੀਕ ਰਹਿਣ ਚਾਹੀਦੇ। ਤੇ ਸਾਹਿਬ ਮੈਂ ਸੱਚੀ ਫਿਰ ਦੱਸਾਂ, ਇਹ ਘਰਾਂ ਨੂੰ ਜਹੰਨਮ ਨਾ ਬਣਾਓ। ਇਹ ਬਣੇ ਹੋਏ ਆ, ਮੈਂ ਇਵੇਂ ਨਹੀਂ ਕਹਿ ਰਿਹਾ ਇੱਥੇ ਆ ਕੇ ਹਰ ਵਾਰ ਇੱਥੇ ਬੋਲਦਾ, ਮੈਂ ਦੇਖਦਾ ਹਾਂ ਬਹੁਤ ਜਹੰਨਮ ਬਣੇ ਹੋਏ, ਬਹੁਤ ਕਲੇਸ਼ ਘਰਾਂ ਦੇ ਵਿੱਚ ਚੱਲਦੇ ਆ, ਔਰ ਆਪਣੇ ਕਲੇਸ਼ ਕੀਤੇ ਹੋਏ ਆ। ਹਰ ਚੀਜ਼ ਅਵੇਲੇਬਲ ਹੈ ਇੱਥੇ, ਐਵਰੀਥਿੰਗ ਅਵੇਲੇਬਲ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਖਾਣ ਦੀ, ਪਹਿਨਣ ਦੀ, ਕਾਰਾਂ ਦੀ, ਘਰਾਂ ਦੀ, ਮੈਡੀਕਲ ਦੀ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਫਿਰ ਵੀ ਕਲੇਸ਼ ਹੈ ਜਾ ਕੇ। ਉਹ ਸਾਰੇ ਆਪਣੇ ਬਣਿਆ ਹੋਇਆ। ਉਹਨਾਂ ਨੂੰ ਜੇ ਸੋਚ ਲਿਆ ਜਾਵੇ, ਜੇ ਆ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਹੈਗੀਆਂ ਸਾਰੀਆਂ ਜਾ ਕੇ, ਇਹਨਾਂ ਦਾ ਕੁਛ ਵੀ ਧਿਆਨ, ਇਹਨਾਂ ਦਾ 20% ਵੀ ਧਿਆਨ ਦਿੱਤਾ ਜਾਵੇ ਜਾ ਕੇ, ਤਾਂ ਘਰਾਂ ਦੇ ਕਲੇਸ਼ ਹਟ ਜਾਂਦੇ ਆ। ਔਰ ਤੁਸੀਂ ਦੇਖੋ ਕਿੰਨਾ ਜਿੱਦਾਂ ਕਹਿੰਦੇ ਸਵਰਗ ਆ ਉਸ ਘਰ ਦੇ ਵਿੱਚ ਜਾ ਕੇ, ਜਿਸ ਘਰ ਦੇ ਬੜੇ ਘਰ ਆ ਥਿੰਨ ਸਾਹਿਬ ਬਣੇ ਹੋ, ਪਿੱਛੋਂ ਚੀਕਾਂ ਦੀਆਂ ਆਵਾਜ਼ਾਂ ਆ ਰਹੀਆਂ ਪਿੱਛੋਂ ਜਾ ਕੇ, ਠੀਕ ਹੈ ਨਾ। ਇਹ ਕਿਉਂ ਆ ਰਹੀਆਂ ਜਾ ਕੇ? ਚਲੋ ਕਿਤੇ ਗਰੀਬੀ ਹੋਵੇ, ਦੂਜੀ ਹੋਵੇ, ਸਮਝ ਆਉਂਦੀ ਹੈ ਜਾ ਕੇ, ਕਹਿੰਦੇ ਹੁੰਦੇ ਆ ਇਹਦੇ ਇੱਥੇ ਤਾਂ ਸਭ ਕੁਛ ਹੈ ਜਾ ਕੇ। ਅੱਛਾ, ਇੱਕ ਹੋਰ ਫੈਕਟਰ ਹੈ ਜਿਹੜਾ ਖਰਾਬੀ ਕਰ ਰਿਹਾ ਜੀ, ਉਹ ਹੈਗਾ ਹੈ ਜੀ ਰਿਲੇਸ਼ਨਸ ਵਿਦ ਇਨ ਲਾਜ਼। ਹਾਂਜੀ, ਉਹ ਜਿਹੜਾ ਤਾਲੁਕ ਹੈਗੇ ਆ, ਉਹ ਹੁਣ ਦੇਖੋ, ਉਹ ਅਸੀਂ ਇੱਥੇ ਕੀ ਆ, ਉਹ ਫਿਊਡਲ ਸਿਸਟਮ ਵਾਲੇ ਆ ਗਏ। ਫਿਊਡਲ ਸਿਸਟਮ ਹੈਗਾ ਜੁਆਇੰਟ ਫੈਮਿਲੀ, ਉਹਦੇ ਵਿੱਚ ਇੱਥੇ ਜਿਹੜੀ ਆ ਮੋਸਟਲੀ ਹੁਣ ਜਿਹੜੀ ਹੈਗੀ ਆ ਉਹ ਸਿੰਗਲ ਫੈਮਿਲੀ ਵਾਲੇ, ਇੰਡਸਟਰੀਅਲ ਲਾਈਫ ਜਿਹੜੀ ਆ ਉਹ ਸਿੰਗਲ ਫੈਮਿਲੀ ਬਣਾਉਂਦੀ ਆ ਜੀ। ਇਹ ਆ ਹੁਣ ਇੱਥੇ ਕੀ ਆ, ਅਸੀਂ ਉੱਥੋਂ ਆਏ ਹਾਂ ਜਾ ਕੇ, ਸਾਡੇ ਜਿਹੜੇ ਬਜ਼ੁਰਗ ਆ ਉਹ ਰਹਿਣਾ ਚਾਹੁੰਦੇ ਨਿਆਣਿਆਂ 'ਚ, ਉਹ ਕਹਿੰਦੇ ਵੀ ਅਸੀਂ ਅਸੀਂ ਨਿਆਣਿਆਂ ਦੇ ਵਿੱਚ ਹੀ ਰਹਿਣਾ। ਉਹ ਜਿਹੜੇ ਨਿਆਣੇ ਆ, ਉਹ ਨਿਆਣੇ ਜਿਹੜੇ ਹੈਗੇ ਆ, ਇੱਕ ਤਾਂ ਨਿਆਣੇ ਦੇ ਡੋਂਟ ਲਾਈਕ, ਇੱਕ ਗੱਲ ਮੈਜੋਰਿਟੀ ਆਫ ਦੈਮ, ਸਾਰੇ ਨਹੀਂ ਮੈਂ ਕਹਿੰਦੇ ਜਾ ਕੇ। ਅੱਛਾ, ਜਿੱਥੇ ਤੱਕ ਵਾਈਫ ਦਾ ਤਾਲੁਕ ਹੈ, ਹੁਣ ਜੋ ਸਿੰਗਲ ਫੈਮਿਲੀ ਦਾ ਇਹ ਪੋਜੀਸ਼ਨ ਹੋਣੀ ਨਹੀਂ ਹੈ। ਸਿੰਗਲ ਫੈਮਿਲੀ ਦੀ ਇਹ ਪ੍ਰੋਬਲਮ ਹੈ ਨਹੀਂ, ਇਹ ਪ੍ਰੋਬਲਮ ਹੈਗੀ ਆ ਜੁਆਇੰਟ ਫੈਮਿਲੀ ਦੀ ਪ੍ਰੋਬਲਮ। ਜੁਆਇੰਟ ਫੈਮਿਲੀਜ਼ ਬਹੁਤ ਨੇ ਆਪਣੀਆਂ, ਜੁਆਇੰਟ ਫੈਮਿਲੀ ਬਹੁਤ ਹੈ ਜੀ, ਕਿਉਂਕਿ ਅਸੀਂ ਉਹ ਵਿਚਾਰ ਉਹ ਲੈ ਕੇ ਆਏ ਹੋਏ ਹਾਂ, ਜੁਆਇੰਟ ਫੈਮਿਲੀ ਵਾਲੇ ਵਿਚਾਰ ਲੈ ਕੇ ਆਏ। ਅਸੀਂ ਕਹਿੰਦੇ ਵਿੱਚ ਰਹਿਣਾ ਅਸੀਂ ਜਾ ਕੇ, ਠੀਕ ਹੈ ਨਾ। ਜੇ 2 ਘਰ ਵੀ ਹੈਗੇ ਕਿਰਾਏ 'ਤੇ ਦੇ ਦਿਓ ਜਾ ਕੇ, ਰਹਿਣਾ ਇਕੱਠੇ ਜਾ ਕੇ, ਚਾਹੇ ਜਿੱਦਾਂ ਮਰਜ਼ੀ ਹੋਵੇ ਜਾ ਕੇ। ਹੁਣ ਉਹਦੇ ਵਿੱਚ ਫਿਰ ਜਿਹੜੇ ਹੈਗੇ ਪੈਰੈਂਟਲ ਲਵ ਆ ਜਾਂਦੇ ਆ ਜੀ, ਕਿਉਂਕਿ ਜਿਹੜਾ ਫੀਲਿੰਗਸ ਤੁਹਾਡੇ ਪੇਰੈਂਟਸ ਵੱਲ ਨੂੰ ਹੋਣੇ ਆ, ਉਹ ਤੁਹਾਡੀ ਵਾਈਫ ਦੀ ਤੁਹਾਡੇ ਪੇਰੈਂਟਸ ਵੱਲ ਨੂੰ ਉਹ ਫੀਲਿੰਗ ਨਹੀਂ ਹੋਣੀ, ਜਾਂ ਜਿਹੜੀਆਂ ਫੀਲਿੰਗਸ ਵਾਈਫ ਦੀਆਂ ਆਪਣੇ ਪੇਰੈਂਟਸ ਵੱਲ ਨੂੰ ਹੋਣੀਆਂ, ਉਹ ਸਾਡੀਆਂ ਨਹੀਂ ਉਹਦੇ ਵੱਲ ਨੂੰ ਹੋਣੀਆਂ ਜੀ। ਇਹ ਬੜਾ ਟੀਡੀਅਸ ਮਸਲਾ ਜਿਹੜਾ ਹੈਗਾ ਬਣਦਾ ਹੈਗਾ, ਸਿੰਗਲ ਫੈਮਿਲੀ 'ਚ ਹੈ ਨਹੀਂ ਪ੍ਰੋਬਲਮ ਇਹ। ਸੋ ਇੱਥੇ ਫੇਰ ਹੈਗੀ ਆ ਵੀ ਇੱਥੇ ਸੋਚ ਸਮਝ ਕੇ ਐਡਜਸਟਮੈਂਟ ਕਰਨੀ ਚਾਹੀਦੀ ਹੈ ਜਾ ਕੇ ਜੀ। ਇੱਥੇ ਦੇਖਣਾ ਚਾਹੀਦਾ ਵੀ ਕਮ ਸੇ ਕਮ ਅਸੀਂ ਇਸ ਰਿਲੇਸ਼ਨ ਨੂੰ ਹਿੱਲ ਤਾਂ ਨਾ ਬਣਾਈਏ ਜਾ ਕੇ,
ਜਿੱਦਾਂ ਐਡਜਸਟਮੈਂਟ ਹੁੰਦੀ, ਇਹ ਐਡਜਸਟਮੈਂਟ ਕਰਨ ਵਾਲੀ ਹੈ। ਅਸੀਂ ਸਾਡੀ ਪੀੜ੍ਹੀ ਨੇ ਐਡਜਸਟ ਹੀ ਕਰਨਾ, ਸੁਣਨ ਵਾਲਿਆਂ ਨੇ ਐਡਜਸਟਮੈਂਟ ਕਰਨੀ ਆ। ਸਾਡੀ ਲਾਈਫ ਦੇ ਵਿੱਚੋਂ ਨਹੀਂ ਉਹ ਗੱਲਾਂ ਨਿਕਲਣੀਆਂ। ਅਗਲੀ ਜਿਹੜੀ ਪੀੜ੍ਹੀ ਆ ਉਹਨਾਂ ਦੇ ਵਿੱਚੋਂ ਨਿਕਲਣੀਆਂ, ਠੀਕ ਹੈ। ਅਗਲੀ ਪੀੜ੍ਹੀ ਸਾਡੀ 'ਚ ਤਾਂ ਸਾਡਾ ਥੋੜ੍ਹਾ ਬਹੁਤ ਅਸਰ ਪਊਗਾ, ਉਦੋਂ ਅਗਲੀ ਦੇ ਵਿੱਚ ਬਿਲਕੁਲ ਨਿਕਲ ਜਾਣੀ। 3-4 ਪੀੜ੍ਹੀਆਂ ਹੋ ਗਈਆਂ ਇੱਥੇ ਵੀ, ਹਾਂ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਚੌਥੀ ਪੀੜ੍ਹੀ 'ਚ ਆਹ ਪ੍ਰੋਬਲਮਾਂ ਹੈ ਨਹੀਂ ਗੀਆਂ, ਉਹਨਾਂ 'ਚ ਹੈ ਨਹੀਂ ਇਹ ਪ੍ਰੋਬਲਮ, ਉਹਨਾਂ 'ਚ ਹੈ ਨਹੀਂ। ਇਹ ਸਾਡੀ ਪ੍ਰੋਬਲਮ ਉਹਨਾਂ 'ਚ ਹੋਈਆਂ ਜਿਹੜੇ ਅਸੀਂ ਉੱਥੋਂ ਰੇਜ਼ ਹੋ ਕੇ ਆਏ ਹਾਂ। ਔਰ ਇਹ ਮੇਰਾ ਤੁਹਾਡਾ ਪ੍ਰੋਗਰਾਮ ਸੁਣਦੇ ਹੋਈ ਹੈ ਜ਼ਿਆਦਾ ਜਿਹੜੇ ਉੱਥੋਂ ਰੇਜ਼ ਹੋ ਗਏ। ਇੱਥੇ ਵਾਲੇ ਤਾਂ ਨਾ ਉਹਨਾਂ ਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ, ਨਾ ਉਹ ਇੰਟਰਸਟਡ ਹੈ ਇੱਦਾਂ ਦੀਆਂ ਗੱਲਾਂ ਵਿੱਚ। ਉਹਨੂੰ ਤਾਂ ਇਹੀ ਹੈ ਵੀ ਇਹ ਕੀ ਮਾਰੀ ਜਾਂਦੇ ਕਿ ਇਹ ਬਿਲਕੁਲ ਇੱਦਾਂ ਦੀ ਗੱਲ ਹੈ ਨਹੀਂ। ਸੋ ਇਹ ਜਿਹੜੇ ਹੈਗੇ ਆ, ਇਹਨੂੰ ਜ਼ਰੂਰ ਜਿਹੜਾ ਹੈਗਾ ਧਿਆਨ 'ਚ ਰੱਖ ਕੇ ਐਡਜਸਟ ਕਰਨਾ ਚਾਹੀਦਾ। ਮੈਂ ਇਹਦੇ ਬਾਰੇ ਕੋਈ ਫਾਰਮੂਲਾ ਨਹੀਂ ਦੇ ਸਕਦਾ ਵੀ ਇੱਦਾਂ। ਮੇਰਾ ਮਤਲਬ ਹੈਗਾ ਵੀ ਜਿਹੜੇ ਬਜ਼ੁਰਗ ਆ, ਟਰੀਟ ਦੈਮ ਵਿਦ ਲਵ ਐਂਡ ਰਿਸਪੈਕਟ। ਕਿ ਉਹ ਰਿਸਪੈਕਟ ਜਿਹੜੀ ਚਾਹੁੰਦੇ ਆ, ਉਹ ਲਵ ਚਾਹੁੰਦੇ ਆ। ਉਹ ਉਹਨਾਂ ਦੀ ਫਾਈਨੈਂਸ਼ੀਅਲ ਲੋੜਾਂ ਤਾਂ ਬਹੁਤੀਆਂ ਹੁੰਦੀਆਂ ਨਹੀਂ ਜਾ ਕੇ ਉਹਨਾਂ ਦੀ ਜਾ ਕੇ। ਜਿਹੜੇ ਘਰਾਂ 'ਚ ਦੋਨੇ ਪਾਰਟਨਰਸ ਦੇ ਪੇਰੈਂਟਸ ਰਹਿੰਦੇ ਆ, ਉੱਥੇ ਵੀ ਜਿਹੜੀਆਂ ਟੈਨਸ਼ਨਸ ਨੇ ਉਹ ਵੱਖਰੀ ਕਿਸਮ ਦੀਆਂ ਨੇ, ਵੱਖਰੀ ਕਿਸਮ ਦੀ। ਠੀਕ ਹੈ। ਪਰ ਤੁਸੀਂ ਮੇਰੇ ਖਿਆਲ ਇੱਕ ਵਾਰੀ ਜ਼ਿਕਰ ਕੀਤਾ ਸੀ, ਮੇਰੇ ਖਿਆਲ ਤੁਸੀਂ ਦੱਸਿਆ ਸੀ ਵੀ ਜੇ ਥੋੜ੍ਹਾ ਜਿਹਾ ਵੀ ਉਹਦੇ ਵਿੱਚ ਨਾ ਕਿਤੇ ਗ੍ਰੈਟੀਟਿਊਡ ਆ ਜਾਵੇ, ਬਿਲਕੁਲ, ਉਹਦੇ ਨਾਲ ਕਈ ਮਸਲੇ ਹੱਲ ਹੋ ਸਕਦੇ। ਸਿੰਘ ਸਾਹਿਬ, ਮੈਂ ਕਈ ਵਾਰ ਸੋਚਦਾ ਹੁੰਦਾ ਵੀ ਬੁੱਧਿਜ਼ਮ ਦੇ ਵਿੱਚ ਉਹ ਆਪਣੇ ਕੰਪੈਸ਼ਨ ਨੂੰ ਨੰਬਰ 1 'ਤੇ ਰੱਖਦੇ ਆ। ਅਤੇ ਜੇ ਬੰਦੇ 'ਚ ਕੰਪੈਸ਼ਨ ਆ ਤਾਂ ਮੈਨੂੰ ਲੱਗਦਾ ਗ੍ਰੈਟੀਟਿਊਡ ਵੀ ਬਰਾਬਰ ਹੀ ਹੈ। ਅੱਛਾ, ਜੇ ਗ੍ਰੈਟੀਟਿਊਡ ਆ ਜਾਵੇ ਜਾ ਕੇ, ਫਿਰ ਰਿਲੇਸ਼ਨ ਜਿਹੜੇ ਆ ਬਹੁਤ ਸੁਧਰ ਸਕਦੇ। ਗ੍ਰੈਟੀਟਿਊਡ ਦੂਜੇ ਬੰਦੇ ਦਾ ਗੁਣ ਦਿਸਣ ਲੱਗ ਪਵੇ ਜੀ। ਸ਼ੁਕਰਗੁਜ਼ਾਰੀ ਜਿਹਨੂੰ ਕਹਿੰਦੇ ਆ। ਹੁਣ ਸਾਨੂੰ ਕੀ ਹੈ ਜੀ, ਸਾਨੂੰ ਦੂਜੇ ਬੰਦੇ ਦਾ ਗੁਣ ਦੇਖਣਾ ਬਹੁਤ ਔਖਾ ਲੱਗਦਾ ਜਾ ਕੇ। ਹੁਣ ਗੁਣ ਤੁਸੀਂ ਦੇਖ ਵੀ ਲਿਆ ਤਾਂ ਉਸ ਨੂੰ ਦੱਸਣਾ ਬਹੁਤ ਔਖਾ ਲੱਗਦਾ। ਉਹਨੂੰ ਦੱਸਣਾ ਬਹੁਤ ਔਖਾ ਲੱਗਦਾ। ਉਹ ਆਪਣੀ ਕਮਜ਼ੋਰੀ ਸਮਝੀ ਜਾਂਦੀ ਹੈ ਜਾ ਕੇ ਜੀ, ਵੀ ਮੈਂ ਦੂਜੇ ਦਾ ਗੁਣ ਜੇ ਦੱਸਿਆ, ਆਪਣਾ ਗੁਣ ਦੱਸਣਾ ਠੀਕ ਲੱਗਦਾ ਜਾ ਕੇ, ਵੀ ਮੇਰੇ 'ਚ ਆ, ਮੇਰੇ 'ਚ ਉਹ ਹੈ ਜਾ ਕੇ। ਠੀਕ ਹੈ। ਇੱਕ ਵਾਰ ਮੈਂ ਤੁਹਾਨੂੰ ਇੱਦਾਂ ਹੀ ਗੱਲ ਦੱਸਦੇ ਜੀ, ਬੈਠੇ ਪਲਾਨਦਾਰ ਉਹਨਾਂ ਦੀ ਗੱਲ ਜੀ, ਉਹ ਆ ਕੇ ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਵੀ ਜਿਹੜੇ ਬੰਦੇ ਆ ਕੇ ਦੱਸਦੇ ਰਹਿੰਦੇ ਆ ਜੀ ਵੀ ਮੇਰੇ ਕੋਲ ਇੰਨੇ ਘਰ ਆ, ਜਾਂ ਮੇਰੇ ਕੋਲ ਐਂਟੀ ਮੇਰੀ ਬਿਜ਼ਨਸ ਆ, ਜਾ ਕੇ ਉਹ ਆਪਣੀ ਫਾਈਨੈਂਸ਼ੀਅਲ ਬਰਤਰੀ ਜਿਹੜੀ ਦੱਸਦੇ ਆ, ਉਹ ਦੂਜੇ 'ਤੇ ਇਹ ਅਸਰ ਪਾਉਣਾ ਚਾਹੁੰਦੇ ਆ ਵੀ ਜਿਹੜਾ ਹੈਗਾ ਦੂਜਾ ਮੈਨੂੰ ਸਮਝੂਗਾ ਵੀ ਇਹ ਬਹੁਤ ਵਧੀਆ। ਮੈਂ ਕਿਹਾ ਹਾਲਾਂਕਿ ਅਸਰ ਉਲਟ ਪੈਂਦਾ। ਮੈਂ ਕਿਹਾ ਉਹ ਦੂਜੇ ਤਾਂ ਉਹ ਤਾਂ ਖਿੱਚਦਾ ਸਗੋਂ ਦੂਜਾ ਬੰਦਾ ਜਿਹੜਾ ਇੱਦਾਂ ਦੀਆਂ ਸੁਣ ਕੇ ਦੱਸਦੇ, ਉਹਦੇ ਕੋਲ ਜਾ ਕੇ ਵੀ ਇਹ ਕਿਉਂ ਕਰਦੇ ਇੱਦਾਂ ਦੀ ਗੱਲਾਂ, ਵੀ ਦੂਜਾ ਬੰਦਾ ਤਾਂ ਸਗੋਂ ਨਾ ਖੁਸ਼ ਹੋ ਜਾਂਦਾ। ਉਹ ਕਹਿੰਦੇ ਦੂਜਾ ਤਾਂ ਖੁਸ਼ ਹੋ ਜਾਂਦਾ, ਪਰ ਉਹ ਤਾਂ ਆਪ ਤਾਂ ਖੁਸ਼ ਹੋ ਜਾਂਦਾ। ਆਪ ਦੱਸ ਕੇ ਤਾਂ ਖੁਸ਼ ਹੋ ਜਾਂਦਾ ਵੀ ਮੇਰੇ ਕੋਲ ਇੰਨੇ ਘਰ ਆ, ਮੇਰੇ ਕੋਲ ਫਲਾਨਾ ਇੱਦਾਂ। ਪਰ ਇਹ ਪੱਕੀ ਗੱਲ ਹੈ ਵੀ ਜਿਹਨੂੰ ਤੁਸੀਂ ਦੱਸਦੇ ਹੁੰਦੇ ਨਾ ਵੀ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ, ਉਹ ਉਹਨੂੰ ਇੰਜੋਏ ਨਹੀਂ ਕਰਦਾ ਨਾ। ਤੁਹਾਡੀ ਇੱਜ਼ਤ ਵੱਧਦੀ ਆ ਇੱਦਾਂ ਦੀਆਂ ਗੱਲਾਂ ਦੱਸਣ ਦੇ ਵਿੱਚ ਜਾ ਕੇ। ਹੁਣ ਪਰ ਸਾਹਿਬ, ਇੱਕ ਜਿਹੜੀ ਨਵੀਂ ਗੱਲ ਚੱਲ ਰਹੀ ਹੈ, ਪਹਿਲਾਂ ਤਾਂ ਇਹ ਸੀ, ਹਾਲੇ ਵੀ ਕਈਆਂ ਦਾ ਵਿਚਾਰ ਇਹ ਆ ਵੀ ਸਾਡੀ ਜ਼ਿੰਦਗੀ ਕਾਹਦੀ ਆ, ਅਸੀਂ ਤਾਂ ਬੱਚਿਆਂ ਖਾਤਰ ਜਿਉਂਦੇ ਹਾਂ, ਅਸੀਂ ਤਾਂ ਬੱਚੇ ਪੜ੍ਹਾਉਣੇ ਆ, ਬੱਚਿਆਂ ਨੂੰ ਨੌਕਰੀਆਂ ਲੱਭ ਕੇ ਦੇਣੀਆਂ ਨੇ, ਜੋ ਵੀ ਬੱਚੇ ਚਾਹੁੰਦੇ ਆ, ਅਸੀਂ ਤਾਂ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੀ, ਸਾਡੀ ਤਾਂ ਸਾਰੀ ਜ਼ਿੰਦਗੀ ਦਾ ਦਾਰੋ ਮਦਾਰ ਆ ਜਿਹੜਾ ਉਹ ਬੱਚਿਆਂ ਦਾ। ਅਸੀਂ ਬੱਚਿਆਂ ਨੂੰ ਨਿਪੁੰਨ ਚੰਗੇ ਵਿਅਕਤੀ ਬਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਾਂ। ਸਾਡੀ ਆਪਣੀ ਕੋਈ ਜ਼ਿੰਦਗੀ ਨਹੀਂ, ਨਾ ਹੀ ਸਾਨੂੰ ਕੋਈ ਬਹੁਤਾ ਇਹਦਾ ਸਾਨੂੰ ਕੋਈ ਫਿਕਰ ਆ। ਹੁਣ ਜਦੋਂ ਉਹਨਾਂ ਦੇ ਬੱਚੇ ਰੀਅਲੀ ਐਡਲਟ ਬਣ ਗਏ, ਕਿਉਂਕਿ ਉਹ ਕਾਫੀ ਆਪਾਂ ਨੂੰ ਸਾਲ ਹੋ ਗਏ ਇੱਥੇ ਆਇਆਂ ਨੂੰ, 1902 ਦੇ ਲੋਕ ਬੈਠੇ ਆ, ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਉਹਨਾਂ ਬੱਚਿਆਂ ਦੇ ਵਿੱਚ ਗ੍ਰੈਟੀਟਿਊਡ ਦੀ ਕਮੀ ਸਮਝ ਲਓ ਜਾਂ ਸ਼ੁਕਰਗੁਜ਼ਾਰੀ ਦੀ ਕਮੀ ਸਮਝ ਲਓ, ਉਹਨਾਂ ਨੂੰ ਕਾਫੀ ਡਿਸਅਪੁਆਇੰਟਮੈਂਟਸ ਹੋਈਆਂ ਨੇ। ਹੁਣ ਜਦੋਂ ਉਹ ਗਾਹਾਂ ਨਸੀਹਤ ਦੇ ਰਹੇ ਨੇ, ਉਹ ਕਹਿੰਦੇ ਨੋ, ਆਪਣੇ ਬੱਚਿਆਂ ਦੀ ਬਹੁਤੀ ਪਰਵਾਹ ਨਹੀਂ ਕਰੀ ਦਿੰਦੀ, ਆਪਣਾ ਠੀਕ ਦੇਖੋ ਤੁਸੀਂ, ਇਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ, ਇਹਨਾਂ ਨੂੰ ਕੋਈ ਕਰਜ਼ਾ ਲੈ ਕੇ ਪੜ੍ਹਨ ਬਾਅਦ 'ਚ ਵਾਪਸ ਕਰੀ ਜਾਣ, ਇਹਨਾਂ ਨੂੰ ਪੂਰਾ ਜਿਹੜੀਆਂ ਤੁਸੀਂ ਕਹਿੰਦੇ ਕਾਰਾਂ ਲੈ ਕੇ ਦੇਣੀਆਂ, ਉਹਨੂੰ ਕਹਾਂ ਵੀ ਨਾਈਟ ਸ਼ਿਫਟ ਕੰਮ ਕਰਿਆ ਕਰ ਅਤੇ ਆਪਦੀ ਕਾਰ ਲੈ ਲਾ, ਜੇ ਤੁਹਾਡੇ ਕੋਲ ਪੈਸੇ ਆ ਉਹਦੇ ਪੈਸੇ ਸੰਭਾਲ ਕੇ ਰੱਖੋ, ਜੈਸੀ ਗਠੜੀ ਆਪਣੀ ਤੈਸਾ ਮਿੱਤ ਨਹੀਂ ਕੋਈ, ਇਹੋ ਜਿਹੀਆਂ ਗੱਲਾਂ ਸੁਣਾ ਦਿੰਦੇ ਆ। ਕਿਹੜਾ ਫਾਰਮੂਲਾ ਠੀਕ ਆ? ਸਿੰਘ ਸਾਹਿਬ ਦੇਖੋ, ਇੱਕ ਤਾਂ ਗੱਲ ਇਹ ਆਪਾਂ ਪੱਕੀ ਸਮਝ ਲੈਣੀ ਚਾਹੀਦੀ ਹੈਗੀ ਆ ਵੀ ਕੋਈ ਕਿਸੇ ਲਈ ਨਹੀਂ ਕਰਦਾ। ਇਹ ਹੁਣ ਤੁਸੀਂ ਕਹਿਣਾ ਤੂੰ ਬਹੁਤ ਸੈਲਫਿਸ਼ ਇਹ ਗੱਲ ਕਰੀ ਜਾਂਦਾ, ਇਹ ਮੈਂ ਦੱਸਦਾ ਕਿਉਂ ਨਹੀਂ ਕਰਦਾ ਜਾ ਕੇ ਜੀ। ਉਹਦਾ ਰੀਜ਼ਨ ਇਹ ਆ ਵੀ ਹਰ ਗੱਲ, ਹਰ ਕੰਮ, ਹਰ ਵਿਚਾਰ ਅਸੀਂ ਆਪਣੀ ਖੁਸ਼ੀ ਲਈ ਕਰਦੇ ਹਾਂ, ਆਪਣੀ ਖੁਸ਼ੀ ਲਈ ਕਰਦੇ ਹਾਂ, ਬੱਚਿਆਂ ਲਈ ਵੀ ਕਰਦੇ ਹਾਂ। ਤਾਂ ਉਹ ਬੱਚਿਆਂ ਦੀ ਖੁਸ਼ੀ ਨਹੀਂ, ਉਹ 'ਚ ਸਾਡੀ ਖੁਸ਼ੀ ਇਨਵੋਲਵ ਆ, ਸਾਨੂੰ ਖੁਸ਼ੀ ਮਿਲਦੀ ਆ ਇਹ ਕੰਮ ਕਰਕੇ ਜਾ ਕੇ। ਜਿਸ ਵੇਲੇ ਅਸੀਂ ਬੱਚੇ ਨੂੰ ਕਾਰ ਲੈ ਕੇ ਦਿੰਦੇ ਹਾਂ, ਅਸੀਂ ਔਖੇ ਫੀਲ ਕਰਕੇ, ਪਰ ਸਾਨੂੰ ਵਿੱਚੋਂ ਖੁਸ਼ੀ ਮਿਲਦੀ ਹੈ ਜਾ ਕੇ ਵੀ ਇਹਨੂੰ ਕਾਰ ਲੈ ਕੇ ਦਿੱਤੀ ਹੈ ਜਾ ਕੇ। ਠੀਕ ਹੈ ਨਾ ਜੀ। ਜਾਂ ਅਸੀਂ ਜਿਹੜੀ ਦੇਖੋ ਖੁਸ਼ੀ ਮਿਲਦੀ ਹੈ ਜਾਂ ਸ਼ੇਖੀ ਮਾਰਨੀ ਹੁੰਦੀ ਆ ਕਿ ਮੈਂ ਆਪਦੇ ਮੁੰਡੇ ਨੂੰ ਕਾਰ ਲੈ ਕੇ, ਉਹ ਵੀ ਖੁਸ਼ੀ ਆ।
ਸ਼ੇਖੀ ਮਾਰਨੀ ਵੀ ਖੁਸ਼ੀ ਹੈ ਨਾ, ਜੇ ਉਹ ਸਾਨੂੰ ਖੁਸ਼ੀ ਮਿਲਦੀ ਹੈ ਉਹਦੇ ਵਿੱਚ ਜਾ ਕੇ। ਸੋ ਉਹਦੇ ਵਿੱਚ ਇੱਕ ਗੱਲ ਹੈਗੀ ਆ ਵੀ ਕਦੇ ਵੀ ਬੱਚੇ ਨੂੰ ਇਹ ਨਾ ਕਹੋ ਮੈਂ ਤੇਰੇ ਲਈ ਆਹ ਕੀਤਾ, ਮੈਂ ਤੇਰੇ ਲਈ ਆਹ ਕੀਤਾ, ਕਿਉਂਕਿ ਤੁਸੀਂ ਉਹਦੇ ਲਈ ਕੀਤਾ ਨਹੀਂ, ਤੁਸੀਂ ਆਪਣੀ ਖੁਸ਼ੀ ਲਈ ਕੀਤਾ ਜਾ ਕੇ, ਤੁਹਾਨੂੰ ਖੁਸ਼ੀ ਮਿਲਦੀ ਹੈ ਜਾ ਕੇ। ਹੁਣ ਜਿਹੜੀ ਇਹ ਹੈਗੀ ਆ ਕਿੱਦਾਂ ਖੁਸ਼ੀ ਦਾ ਇਜ਼ਹਾਰ ਕਰਨਾ, ਕਾਰ ਲੈ ਕੇ ਕਰਨਾ ਜਾਂ ਨਾ ਕਾਰ ਲੈ ਕੇ ਕਰਨਾ ਹੈਗਾ ਜਾ ਕੇ, ਜਾਂ ਇਹਦੇ 'ਚ ਖੁਸ਼ੀ ਮਿਲਦੀ ਆ ਵੀ ਆਪੇ ਕਰਨ ਸਾਨੂੰ ਕੀ ਲਿਆ ਜਾ ਕੇ, ਉਹ ਵੀ ਤੁਹਾਡੀ ਖੁਸ਼ੀ ਇਨਵੋਲਵ ਹੈ। ਇੱਕ ਹੈਗਾ ਵੀ ਨਹੀਂ ਜੇ ਮੈਂ ਕੀ ਕਰਨੇ ਆ, ਜੇ ਹੈਗੇ ਆ ਇਹਨੂੰ ਦੇ ਦਿਓ ਜਿੰਨੇ ਕੁ ਹੈਗੇ, ਉਹ ਵੀ ਖੁਸ਼ੀ ਆ। ਸੋ ਇਨਸਾਨ ਦੀ ਬੇਸਿਕ ਜਿਹੜੀ ਸਾਈਕੋਲੋਜੀ ਆ ਉਹ ਇਹ ਹੈਗੀ ਆ, ਇਨਸਾਨ ਨੇ ਹਰ ਕੰਮ ਉਹ ਕਰਨਾ ਜਿਹਦੇ ਵਿੱਚ ਉਹਨੂੰ ਖੁਸ਼ੀ ਮਿਲਦੀ ਆ, ਜਾਂ ਮਜਬੂਰਨ ਉਹਨੂੰ ਜਿਹੜਾ ਕੰਮ ਕਰਨਾ ਉਹਨੂੰ ਤਾਂ ਕਰਨਾ ਵੀ ਜੇ ਮੈਂ ਨਾ ਕੀਤਾ ਤਾਂ ਮੈਨੂੰ ਆਹ ਦੁੱਖ ਆ ਜਾਣਾ। ਦੋਨੋਂ ਹੀ ਚੀਜ਼ਾਂ ਸੁੱਖ ਔਰ ਦੁੱਖ ਨਾਲ ਬੱਝੀਆਂ ਜੀ। ਪਰ ਹੁਣ ਫਿਰ ਰਿਪੈਂਟੈਂਸ ਕਿਉਂ ਹੋ ਰਹੀ ਉਹਨਾਂ ਨੂੰ ਬਈ ਆਪਦੇ ਪੈਸੇ ਆਪਦੇ ਕੋਲ ਰੱਖਣੇ ਚਾਹੀਦੇ ਆ, ਬੱਚਿਆਂ ਨੂੰ ਨਹੀਂ ਕੁਛ ਵੀ ਦੇਣਾ ਚਾਹੀਦਾ, ਜਿੰਨੀ ਦੇਰ ਤੱਕ ਤੁਹਾਡੀ ਪਾਵਰ ਖੋ ਜਾਂਦੀ ਆ ਤੁਸੀਂ ਆਪਣੇ ਆਪ ਪਾਵਰ ਲੂਜ਼ ਕਰ ਜਾਓਗੇ। ਇਹ ਗੱਲਾਂ ਠੀਕ ਨੇ ਤਿੰਨ ਸਾਹਿਬ? ਇਹ ਮੈਂ ਤਾਂ ਇਸ ਗੱਲ 'ਤੇ ਕਈ ਵਾਰ ਕਹੀ ਇਹ ਗੱਲ ਜਾ ਕੇ ਜਿਹੜੀ ਹੈਗੀ ਆ ਵੀ ਫਾਈਨੈਂਸ਼ੀਅਲੀ ਤੁਸੀਂ ਆਲਵੇਜ਼ ਤੁਹਾਡੇ ਕੋਲ ਹੋਣਾ ਚਾਹੀਦਾ, ਕੁਛ ਨਾ ਕੁਛ ਆਲਵੇਜ਼ ਹੋਣਾ ਚਾਹੀਦਾ ਤੁਹਾਡੇ ਕੋਲ। ਇੱਥੇ ਜਿਹੜੇ ਹੈਗੇ ਆ ਜਿਹੜੇ ਬੱਚੇ ਹੈਗੇ ਆ, ਦੇਖੋ ਜੇ ਤਾਂ ਬੱਚੇ ਲੈ ਕੇ ਆ ਜੀ ਤਾਂ ਉਹਨੇ ਕਾਫੀ ਕੁਛ ਤੁਸੀਂ ਘਰ ਬਣਾਇਆ ਉਹਨੇ ਵੀ ਬਣਾ ਲੈਣਾ, ਜੇ ਉਹ ਨਲਾਇਕ ਹੈ ਤਾਂ ਉਹਨੇ ਆਪ ਤੁਹਾਡਾ ਵੀ ਵੇਚ ਦੇਣਾ ਜੀ, ਠੀਕ ਹੈ। ਇਸ ਗੱਲ ਕਰਕੇ ਮੈਨੂੰ ਲੱਗਦਾ ਵੀ ਇਸ ਸੁਸਾਇਟੀ ਵਿੱਚ ਤਿੰਨ ਸਾਹਿਬ ਕਿਸੇ ਨੇ ਭੁੱਖਾ ਨਹੀਂ ਮਰਨਾ ਹੈ। ਇਸ ਸੁਸਾਇਟੀ ਵਿੱਚ ਬੱਚਿਆਂ ਦਾ ਫਿਕਰ ਕਰਨਾ ਮੈਨੂੰ ਲੱਗਦਾ ਆਪਣੇ ਆਪ ਨੂੰ ਦੁੱਖ ਦੇ ਵਿੱਚ ਪਾਉਣ ਵਾਲੀ ਗੱਲ ਆ। ਬੱਚਿਆਂ ਦਾ ਦੁੱਖ 'ਚ ਅੰਤਰ ਲੈਣਾ, ਸੋ ਡਰੱਗ ਡਰੋਗ 'ਚ ਨਾ ਚਲੇ ਜਾਣਗੇ, ਠੀਕ ਹੈ ਨਾ, ਜਾ ਫਿਰ ਪ੍ਰੋਬਲਮ ਹੈਗੀ ਹੈ, ਰੀਅਲ ਪ੍ਰੋਬਲਮ। ਬਾਕੀ ਉਹਨਾਂ ਨੂੰ ਛੋਟੀ ਜੋਬ ਮਿਲਦੀ ਆ, ਬੜੀ ਜੋਬ ਮਿਲਦੀ ਆ ਜਾ ਕੇ, ਇਹਦੇ ਨਾਲ ਕੋਈ ਗੱਲ ਨਹੀਂ ਹੈ ਜਾ ਕੇ, ਬਹੁਤ ਵਧੀਆ ਲਾਈਫ ਨਹੀਂ ਲਿਵ ਕਰਨੀ। ਇਸ ਮਤਲਬ ਸਾਡੇ ਨਾਲੋਂ ਜ਼ਿਆਦਾ ਹੈਪੀ ਹੋਣਾ ਉਹਨੇ, ਇਹ ਮੈਂ ਤੁਹਾਨੂੰ ਦੱਸ ਦਿੰਦਾ, ਸਾਡੇ ਨਾਲੋਂ ਜ਼ਿਆਦਾ ਹੈਪੀ ਰਹਿਣਾ ਉਹਨੇ ਇਸ ਲਾਈਫ। ਆਫ ਕੋਰਸ ਕਿਉਂਕਿ ਯੰਗਰ ਨੇ ਉਹਨਾਂ ਨੂੰ ਪ੍ਰੋਬਲਮਸ। ਪਰ ਪ੍ਰੋਫੈਸਰ ਦੂਸਰੇ ਪਾਸੇ ਜਿਹੜੀ ਤੁਸੀਂ ਇੱਕ ਪਾਸੇ ਦੀ ਗੱਲ ਕਰਦੇ ਹੋ ਵੀ ਲਗਾਓ ਹੋਣਾ ਚਾਹੀਦਾ ਬੱਚਿਆਂ ਨਾਲ ਮਾਤਾ ਪਿਤਾ ਨੂੰ, ਪਰ ਜੇ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਫਾਈਨੈਂਸ਼ੀਅਲੀ ਮਦਦ ਨਹੀਂ ਕਰਦੇ, ਲਾਈਕ ਸੋ ਬੱਚਾ $50,000 ਇਕੱਠਾ ਕਰੀ ਫਿਰਦੇ ਦੋਨੇ ਉਹ ਦਿਨ ਰਾਤ ਇੱਕ ਕਰਕੇ, ਜਿੰਨੀ ਦੇਰ 50,000 ਤੁਸੀਂ ਨਹੀਂ ਦਿੰਦੇ ਉਹ ਡਾਊਨ ਪੇਮੈਂਟ ਨਹੀਂ ਬਣਦੀ, ਉਹ ਘਰ ਨਹੀਂ ਲੈ ਸਕਦਾ, ਘਰੋਂ ਲੈਣ ਲਈ ਬਹੁਤ ਉਹਨਾਂ ਦੀ ਖੁਸ਼ੀ ਦਾ ਦਾਰੋ ਮਦਾਰ ਘਰ ਲੈਣ 'ਤੇ ਆ। ਜਾਂ ਹੋਰ ਇਹੋ ਜਿਹੀਆਂ ਬਹੁਤ ਪੇਰੈਂਟਸ ਨੇ ਮਦਦ ਕੀਤੀ ਹੈ ਇਸ ਤਰੀਕੇ ਨਾਲ। ਆਪਣੇ ਬੱਚਿਆਂ ਦੀ ਫਾਈਨੈਂਸ਼ੀਅਲੀ ਮਦਦ ਕਰਨਾ, ਜੇ ਤੁਸੀਂ ਫਾਈਨੈਂਸ਼ੀਅਲੀ ਸੌਖੇ ਹੋ ਤਾਂ ਕਿਸੇ ਤਰੀਕੇ ਨਾਲ ਮੇਰੇ ਤਾਂ ਖਿਆਲ ਗਲਤ ਨਹੀਂ ਹੈ। ਦੇਖੋ ਤਿੰਨ ਸਾਹਿਬ, ਪਹਿਲੀ ਗੱਲ ਤਾਂ ਮੈਂ ਫਾਈਨੈਂਸ਼ੀਅਲ ਐਡਵਾਈਜ਼ਰ ਤਾਂ ਹੈ ਨਹੀਂ, ਉੱਦਾਂ ਮੈਂ ਸਮਝਦਾ ਵੀ ਜੇ ਤੁਸੀਂ ਆਪਣੇ ਕੋਲ ਵੀ ਸਫੀਸ਼ੀਐਂਟ ਰੱਖ ਕੇ ਕੋਈ ਕਰ ਸਕਦੇ ਆ, ਤੁਹਾਨੂੰ ਉਹ 'ਚ ਖੁਸ਼ੀ ਮਿਲਦੀ ਆ, ਦੈਨ ਡੂ ਇਟ। ਜੇ ਤੁਹਾਨੂੰ ਖੁਸ਼ੀ ਮਿਲਦੀ ਆ ਤਾਂ, ਜੇ ਤੁਹਾਡੀ ਕੈਲਕੂਲੇਸ਼ਨ ਇਹ ਆ ਵੀ ਜੇ ਮੈਂ ਸਾਰੇ ਕੋਲੋਂ ਦੇ ਦਿੱਤੇ ਤਾਂ ਮਗਰੋਂ ਮੈਨੂੰ ਨਹੀਂ ਖੁਸ਼ੀ ਮਿਲਣੀ, ਫਿਰ ਡੋਂਟ ਡੂ ਇਟ। ਇਹ ਡਿਪੈਂਡਸ ਅਪੋਨ ਕਿੱਦਾਂ ਤੁਹਾਨੂੰ ਜੇ ਖੁਸ਼ੀ ਮਿਲਦੀ ਹੈ ਇਸ ਗੱਲ ਦੇ ਵਿੱਚ ਔਰ ਤੁਸੀਂ ਅਫੋਰਡ ਕਰ ਸਕਦੇ ਆ, ਦੈਨ ਡੂ ਇਟ। ਪਰ ਜੇ ਤੁਸੀਂ ਇਹ ਕਹਿੰਦੇ ਆ ਵੀ ਸਭ ਇੱਦਾਂ ਦੀਆਂ ਮਸਾਲਾ ਵੀ ਇੱਥੇ ਆਈਆਂ ਵੀ ਜੀਂਦੇ ਜੀ ਉਹਨੀ ਜਿਹੜੀ ਸਾਰੀ ਪ੍ਰੋਪਰਟੀ ਦੇ ਦਿੱਤੀ ਇਹ ਗੱਲ, ਔਰ ਮਗਰੋਂ ਬਾਅਦ ਦੇ ਵਿੱਚ ਰਿਪੈਂਟੈਂਸ ਹੋਈ ਇਸ ਗੱਲ 'ਤੇ, ਮੈਂ ਉਹੀ ਕਹਿਣਾ ਕਿ ਕਹਿੰਦੇ ਵੀ ਅਸੀਂ ਕਿਰਾਏ 'ਤੇ ਬੈਠੇ ਹਾਂ, ਦੈਨ ਡੋਂਟ ਡੂ ਇਟ। ਸੋ ਇਹ ਕੈਲਕੂਲੇਟ ਜ਼ਰੂਰ ਕਰਨਾ ਚਾਹੀਦਾ। ਆਪਣੀ ਦੇਖੋ ਆਪਣੀ ਸਿਕਿਉਰਿਟੀ ਜਿਹੜੀ ਆ ਉਹ ਮੈਂ ਸਮਝਦਾ ਨੰਬਰ 1 ਦੇ ਵਿੱਚ ਆ ਓਲਡ ਪੀਪਲ ਲਈ, ਠੀਕ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਬਾਕੀ ਜੇ ਆਪਣੇ ਆਪ ਨੂੰ ਸਿਕਿਉਰ ਕਰ ਸਕਦੇ, ਦੇਖੋ ਮੈਂ ਇੱਕ ਵਾਰ ਤੁਹਾਨੂੰ ਗੱਲ ਦੱਸਦਾ ਜੀ, ਮੇਰੇ ਫਾਦਰ ਉਹਨਾਂ ਦੀ ਗੱਲ ਹੈ, ਮੈਨੂੰ ਉਹ ਕਹਿੰਦੇ ਜਿਹੜੀ ਤੂੰ ਆਪਣੇ ਬੱਚਿਆਂ ਦੀ ਕਰਨੀ ਆ, ਤੈਂ ਮੇਰੀ ਸੇਵਾ ਉਨੀ ਨਹੀਂ ਕਰਨੀ ਜਿੰਨੀ ਤੇ ਉਹਨਾਂ ਨੇ। ਮੈਨੂੰ ਕਹਿੰਦੇ ਯੂ ਆਰ ਏ ਵੈਰੀ ਗੁੱਡ ਸਨ, ਮੈਂ ਬਹੁਤ ਵਧੀਆ ਸਨ ਹੈ ਤੁਝਾ, ਪਰ ਤੈਂ ਉਨੀ ਨਹੀਂ ਕਰਨੀ। ਮੈਂ ਕਿਹਾ ਜੀ ਕਿਉਂ? ਉਹ ਕਹਿੰਦੇ ਇਸ ਗੱਲ ਕਰਕੇ ਵੀ ਬੱਚਿਆਂ ਨੂੰ ਜਿਹੜਾ ਤਾਂ ਕਰਨਾ ਉਹ ਤੈਨੂੰ ਨੇਚਰ ਦੱਸਦੀ ਹੈ, ਨੈਚੁਰਲੀ ਹੈ ਕਰਨੀ, ਮੇਰੀ ਸੇਵਾ ਤੈਨੂੰ ਅਕਲ ਦੱਸਦੀ ਹੈ। ਤੇਰੀ ਇਹ ਕਹਿੰਦੀ ਹੈ ਵੀ ਨੋ ਬਈ ਮੇਰੇ ਫਾਦਰ ਹੈ, ਮੇਰਾ ਇਹਨੂੰ ਖਿਆਲ ਰੱਖਣਾ ਮੇਰਾ ਫਰਜ਼ ਬਣਦਾ, ਅੰਦਰੋਂ ਨਹੀਂ ਨਿਕਲਣੀ ਕਹਿੰਦੇ ਤੇਰੇ, ਉਹਨਾਂ ਲਈ ਤੇਰੇ ਅੰਦਰੋਂ ਨਿਕਲਣੀ ਹੈ ਕਹਿੰਦੇ। ਉਹ ਕਹਿੰਦੇ ਉਹਨਾਂ ਦੇ ਅੰਦਰ ਤੁਸੀਂ ਜਿੰਨਾ ਮਰਜ਼ੀ ਚੋਰ ਬਦਮਾਸ਼ ਜ਼ਾਲਮ ਬਾਪ ਕੁਛ ਵੀ ਹੋਵੇ, ਉਹਨਾਂ ਲਈ ਨਹੀਂ ਹੋਊਗਾ ਉਹ। ਜੇ ਕਹਿੰਦੇ ਮੁੰਡਾ ਇੱਦਾਂ ਦਾ ਹੋਵੇ ਖਰਾਬ ਤਾਂ ਉਹ ਪੇ ਨੂੰ ਕੁੱਟ ਵੀ ਦਊਗਾ ਜਾ ਕੇ ਉਹਨੂੰ ਖਰਾਬ ਵੀ ਕਰੂਗਾ ਬਹੁਤ, ਕਿਉਂਕਿ ਉਹਦੇ ਅੰਦਰੋਂ ਤਾਂ ਨਿਕਲਦੀ ਨਹੀਂ ਹੈ। ਉਹਦੀ ਅਕਲ ਦੱਸਦੀ ਹੈ ਉਹਨੂੰ, ਉਹਦੀ ਸਮਝ ਦੱਸਦੀ ਹੈ, ਉਹਦੀ ਗੁੱਡਨੈਸ ਦੱਸਦੀ ਹੈ ਉਹਨੂੰ ਜਾ ਕੇ। ਜੇ ਉਹ 'ਚ ਗੁੱਡਨੈਸ ਨਹੀਂ ਆਈ ਹੀ ਵਿਲ ਨਾਟ ਡੂ ਇਟ। ਪਰ ਦੂਜੇ ਪਾਸੇ ਚਾਹੇ ਉਹ ਗੋਡਿਆ ਚਾਹੇ ਉਹ ਬੈਠਿਆ, ਨਿਆਣਿਆਂ ਦਾ ਕਰੂ ਹੀ ਕਰੂ ਜਾ ਕੇ, ਉਹ ਨਿਆਣਿਆਂ ਦਾ ਕਰੂ ਹੀ ਕਰੂ। ਇਸ ਕਰਕੇ ਪੇਰੈਂਟਸ ਦੇ ਵਿੱਚ ਜੇ ਹੈਗੇ ਆ, ਜਿੱਥੇ ਤੱਕ ਆਪਾਂ ਕਹੀਏ ਜਾਂ ਨਾ ਕਹੀਏ ਤਿੰਨ ਸਾਹਿਬ, ਉਹਨੇ ਕਰਨਾ ਹੀ ਕਰਨਾ ਆ, ਉਹਨੇ ਕਰਨਾ ਜਿੰਨੇ ਮਰਜ਼ੀ ਤੁਸੀਂ ਉਹਨਾਂ ਨਾਲ ਲੜ ਲਓ ਝਗੜ ਲਓ ਮਾਰ ਲਓ ਕੁੱਟ ਲਓ ਜਾ ਕੇ, ਮੁੜ ਕੇ ਫਿਰ ਮੈਂ ਤਾਂ ਹੀ ਕਹਿੰਦਾ ਹੁੰਦਾ ਅਗਲੀ ਪੀੜ੍ਹੀ ਦੇ ਨਾਲ ਬਹੁਤਾ ਜਿਹੜਾ ਹੈਗਾ ਲੜਾਈ ਝਗੜਾ ਨਾ ਕਰੋ, ਕਿਉਂਕਿ ਤੁਸੀਂ ਹਾਰਨਾ ਹੀ ਹਾਰਨਾ ਹੈ। ਅਖੀਰ ਦੇ ਵਿੱਚ ਇਹ ਸਾਨੂੰ ਜ਼ਰੂਰ ਦੱਸ ਕੇ ਜਾਓ ਕਿ ਜਿਹੜੀ ਅੱਜ ਦੀ ਸਿਚੁਏਸ਼ਨ ਦੇ ਵਿੱਚ ਖ਼ਾਸ ਤੌਰ ਦੇ ਉੱਤੇ ਅੱਜ ਦੇ ਜਿਹੜੇ ਮਾਡਰਨ ਇੱਥੋਂ ਦੇ ਬੱਚੇ ਨੇ, ਉਹਨਾਂ ਦਾ
ਮਾਂ ਪਿਓ ਦੇ ਨਾਲ ਰਹਿਣਾ ਜਾਂ ਨਾ ਨਾਲ ਰਹਿਣਾ। ਹੁਣ ਕਈ ਪੇਰੈਂਟਸ ਜਿਹੜੇ ਨੇ ਉਹ ਬਜ਼ਿੱਦ ਨੇ ਕਿ ਸਾਡਾ ਬੱਚਾ ਸ਼ਾਦੀ ਤੋਂ ਬਾਅਦ ਵੀ ਸਾਡੇ ਨਾਲ ਇੱਕੋ ਹੀ ਘਰ 'ਚ ਇੱਕੋ ਛੱਤ ਹੇਠ ਰਹੇ, ਜਦ ਕਿ ਬੱਚੇ ਚਾਹੁੰਦੇ ਆ ਕਿ ਸ਼ਾਦੀ ਹੁੰਦੀ ਸਾਰ ਉਹ ਅੱਡ ਰਹਿਣਾ ਚਾਹੁੰਦੇ ਨੇ, ਅੱਡ ਹੋਣਾ ਚਾਹੁੰਦੇ ਨੇ। ਹੁਣ ਕਈ ਪੇਰੈਂਟਸ ਬਹੁਤ ਲੈਂਥ ਤੱਕ ਜਾਂਦੇ ਆ ਕਿ ਤੂੰ ਰਹਿ ਇੱਥੇ ਹੀ, ਅਸੀਂ ਆਹ ਵੀ ਕਰ ਲਾਂਗੇ, ਅਸੀਂ ਅਕੋਮੋਡੇਟ ਕਰਨ ਤੇ, ਪਰ ਅੱਡ ਨਾ ਹੋ ਸਾਡੀ ਬੇਇੱਜ਼ਤੀ ਹੋ ਜਾਏਗੀ। ਜਾਂ ਉਹਨਾਂ ਨੂੰ ਇਹ ਲੱਗਦਾ ਵੀ ਅੱਡ ਹੋਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖਾਲੀਪਣ ਆ ਜਾਏਗਾ। ਪਤਾ ਨਹੀਂ ਕਿਉਂ ਸ਼ਾਦੀशुदा ਐਡਲਟ ਬੱਚਿਆਂ ਨੂੰ ਜਿਹੜੇ ਕਿ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਆ, ਉਹਨਾਂ ਨੂੰ ਆਪਣੇ ਨਾਲ ਰੱਖ ਕੇ ਖੁਸ਼ ਨੇ ਔਰ ਉਹ ਇਹ ਤਿਆਗ ਨਹੀਂ ਸਕਦੇ, ਉਹ ਇੱਛਾ ਨੂੰ ਤਿਆਗ ਨਹੀਂ ਸਕਦੇ, ਉਹਦੇ ਲਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨੇ। ਉਹਨੂੰ ਨਾਲ ਰਹਿਣਾ ਚਾਹੀਦਾ ਜਾਂ ਕਿ ਉਹਨੂੰ ਉੱਡਣ ਦੇਣਾ ਚਾਹੀਦਾ। ਦੇਖੋ, ਜੇ ਤੁਸੀਂ ਜ਼ਬਰਦਸਤੀ ਫਰਜ਼ ਕਰ ਲਓ ਉਹਨਾਂ ਨੂੰ ਆਪਣੇ ਨਾਲ ਰੱਖ ਵੀ ਲਓਗੇ ਤਾਂ ਤੁਹਾਨੂੰ ਉਹ ਖੁਸ਼ੀ ਨਹੀਂ ਮਿਲਣੀ ਜਿਹੜੀ ਖੁਸ਼ੀ ਦੀ ਆਸ ਵਿੱਚ ਤੁਸੀਂ ਉਹਨਾਂ ਨੂੰ ਆਪਣੇ ਨਾਲ ਰੱਖਿਆ। ਰੱਖਣਾ ਤਾਂ ਹੀ ਚਾਹੁੰਦੇ, ਤੁਸੀਂ ਖੁਸ਼ ਰਹਿਣਾ ਚਾਹੁੰਦੇ ਆ ਜੀ, ਫਿਰ ਤੁਸੀਂ ਖੁਸ਼ ਨਹੀਂ ਰਹਿ ਸਕਦੇ, ਇੱਕ ਗੱਲ। ਦੂਜੀ ਗੱਲ ਇਹ ਹੈਗੀ ਹੈ, ਉਹਨੇ ਫਿਰ ਰਹਿਣਾ ਵੀ ਨਹੀਂ ਹੈ, ਕਿਉਂਕਿ ਨਵੀਂ ਪੀੜ੍ਹੀ ਨੂੰ ਤੁਸੀਂ ਇੱਦਾਂ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੇ। ਜੇ ਤੁਸੀਂ ਫਰਜ਼ ਕਰ ਲਓ ਫਾਈਨੈਂਸ਼ੀਅਲੀ ਇੰਨੇ ਕੁ ਤਕੜੇ ਹੈਗੇ ਆ ਵੀ ਸਾਰੇ ਬੱਚੇ ਆਪਣਾ ਆਪਣਾ ਘਰ ਲੈ ਸਕਦੇ, ਤਾਂ ਨੇੜੇ ਨੇੜੇ ਘਰ ਲੈ ਕੇ ਰਹਿ ਲਓ। ਜੇ ਨੇੜੇ ਤੁਸੀਂ ਰੱਖਣੇ ਚਾਹੁੰਦੇ ਆ, ਠੀਕ ਹੈ ਨਾ, ਨੇੜੇ ਨੇੜੇ ਘਰ ਰਹਿ ਕੇ ਤੁਹਾਨੂੰ ਹੋਵੇ, ਜਾਂ ਇੱਕ ਘਰ ਦੇ ਕੋਈ ਪੋਰਸ਼ਨ ਇੱਦਾਂ। ਰੌਲਾ ਥਨ ਸਾਹਿਬ ਉਦੋਂ ਪੈਣਾ ਜਿਸ ਵੇਲੇ 2-3 ਤੀਵੀਆਂ ਇੱਕ ਕਿਚਨ ਦੇ ਵਿੱਚ ਕੰਮ ਕਰਦੀਆਂ, ਠੀਕ ਹੈ ਨਾ ਜੀ। ਉਹਦੇ ਜਿਹੜਾ ਝਗੜਾ ਜ਼ਿਆਦਾ ਹੁੰਦਾ ਉਹਨੂੰ ਮੈਂ ਹੁਣ ਤੁਸੀਂ ਕਹਿੰਦੇ ਪ੍ਰੈਕਟੀਕਲ ਗੱਲ ਇਹ ਆ ਵੀ ਉਹਨੂੰ ਅਵੋਇਡ ਕੀਤਾ ਜਾਵੇ ਜਿਹੜਾ ਹੈਗਾ। ਜੇ ਇੱਕ ਘਰ ਵੱਡਾ ਕੈਂਪਸ, ਇੱਕ ਵੱਡਾ ਹੋਸਟਲ ਵਰਗਾ ਘਰ ਬਣਾਉਣਾ ਤਾਂ ਉਹ 'ਚ 2-3 ਰਸੋਈਆਂ ਹੋਣ, 2-3 ਰਸੋਈਆਂ ਹੋਣ ਤੇ ਮਰਜ਼ੀ ਨਾਲ ਜਿਹਦਾ ਚਿੱਤ ਕਰੇ ਮਿਲੇ, ਜਿਹਦਾ ਚਿੱਤ ਕਰੇ ਨਾਲ। ਇਹ ਨਾ ਹੋਵੇ ਵੀ ਬੈਡਰੂਮ 'ਚੋਂ ਨਿਕਲਿਆ ਤਾਂ ਮੂਹਰੇ ਉਹ ਦਿਸ ਪਿਆ, ਉਹਦੇ ਵਿੱਚੋਂ ਨਿਕਲਿਆ ਉਹ ਦਿਸ ਪਿਆ, ਕਲੈਸ਼ ਹੀ ਹੁੰਦਾ ਰਹੇ ਜਾ ਕੇ। ਸੋ ਹਰ ਹਾਲਤ ਵਿੱਚ ਦੇਖੋ, ਜਿੱਦਾਂ ਕਰਨੀ ਤਾਂ ਆਦਮੀ ਨੂੰ ਹੋਵੇ ਜਿੱਦਾਂ ਉਹਨੂੰ ਖੁਸ਼ੀ ਮਿਲਦੀ ਹੈ, ਪਰ ਖੁਸ਼ੀ ਮੈਨੂੰ ਲੱਗਦਾ ਐਸ ਸਿੰਗਲ ਫੈਮਿਲੀ ਇੰਡਸਟਰੀਅਲ ਲਾਈਫ ਦੇ ਵਿੱਚ ਜੁਆਇੰਟ ਫੈਮਿਲੀ ਫਿਊਡਲ ਲਾਈਫ ਵਾਲੀ ਫਿੱਟ ਨਹੀਂ ਹੋਣੀ, ਮੇਰੇ ਫੇਲ ਆ ਨਹੀਂ ਫਿੱਟ ਹੋਣੀ ਜਾ ਕੇ। ਮੇਰੇ ਖਿਆਲ ਖੁਸ਼ੀ ਨਹੀਂ ਮਿਲਣੀ ਉੱਦਾਂ ਦੀ। ਜੇ ਕਿਸੇ ਨੂੰ ਮਿਲਦੀ ਆ ਤਾਂ ਮੁਬਾਰਕ ਹੋਵੇ, ਉਹਨੂੰ ਲਵੇ, ਜ਼ਰੂਰ ਲਵੇ। ਜਿਹੜੇ ਜੁਆਇੰਟ ਫੈਮਿਲੀਜ਼ ਚੱਲ ਵੀ ਰਹੀਆਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਲੇਟੈਂਟ ਇਹ ਆ ਸਕੇ ਇਵੈਂਚੁਅਲੀ ਅੱਡ ਹੋਵਾਂਗੇ। ਮੈਨੂੰ ਇਹੀ ਹੈ ਜੀ, ਜ਼ਬਰਦਸਤੀ ਕਰ ਵੀ ਲਓਗੇ ਤੁਸੀਂ ਤਾਂ ਕੋਈ ਗੱਲ ਨਹੀਂ। ਦੇਖੋ, ਇਸ ਗੱਲ ਦੇ ਮੈਂ ਫਿਰ ਅਸੀਂ ਆਜ਼ਾਦ ਹੋਵਾਂਗੇ। ਬੇਸਿਕ ਚੀਜ਼ ਤਿੰਨ ਸਭ ਹੈ, ਤੁਸੀਂ ਹਾਊ ਯੂ ਕੈਨ ਬੀ ਹੈਪੀ। ਤੁਸੀਂ ਹੈਪੀ ਕਿੱਦਾਂ ਰਹਿ ਸਕਦੇ ਆ, ਡੂ ਇਟ। ਹਰ ਫੈਮਿਲੀ ਦਾ ਆਪਣਾ ਆਪਣਾ ਹੈਗਾ, ਸਾਰਿਆਂ ਨੂੰ ਇੱਕ ਸਲਾਹ ਤਾਂ ਦਿੱਤੀ ਨਹੀਂ ਜਾ ਸਕਦੀ, ਨਾ ਹੈਗੀ ਆ। ਹਰ ਫੈਮਿਲੀ ਇੱਕ, ਮੈਂ ਜੁਆਇੰਟ ਫੈਮਿਲੀ ਖੁਸ਼ ਵੀ ਦੇਖੀਆਂ, ਮੈਂ ਸਿੰਗਲ ਫੈਮਿਲੀ ਤੀਵੀਂ ਆਦਮੀ ਵੀ ਅਲੱਗ ਹੁੰਦੇ ਬਹੁਤ ਛੇਤੀ ਦੇਖੇ। ਇਹ ਕੋਈ ਨਹੀਂ ਹੈ, ਇਹ ਹਰ ਫੈਮਿਲੀ। ਤਾਂ ਹੀ ਮੈਂ ਪਹਿਲੇ ਸ਼ੁਰੂ ਇੱਥੋਂ ਕੀਤੀ ਸੀ ਵੀ ਥਿੰਕ ਕਰਨ ਦੀ ਆਦਤ ਪਾਓ, ਥਿੰਕ ਕਰਕੇ ਜਿਹੜੀ ਚੀਜ਼ ਠੀਕ ਲੱਗਦੀ ਹੈ ਡੂ ਫॉर दैट। ਇਹ ਨਹੀਂ ਹੈ ਜਾ ਕੇ ਵੀ ਇਹ ਰਜਿੰਦਰ ਥਿੰਦ ਨੇ ਕਹਿਤੀ ਹੈ ਜਾਂ ਕਸ਼ਮੀਰ ਅੰਸੂ ਨੇ ਕਹਿਤੀ ਹੈ ਜਾਂ ਫਲਾਣੇ ਨੇ ਕਹਿਤੀ ਹੈ। ਨੋ, ਤੁਹਾਡੇ ਦਿਮਾਗ ਨੂੰ ਜਿਹੜੀ ਚੀਜ਼ ਫਿੱਟ ਆਉਂਦੀ ਹੈ, ਕਿਉਂਕਿ ਯੂ ਆਰ ਟੂ ਲਿਵ ਲਾਈਫ ਤਾਂ ਤੁਸੀਂ ਲਿਵ ਕਰਨੀ ਹੈ, ਮੈਂ ਆਪਣੀ ਲਿਵ ਕਰਨੀ ਹੈ। ਸੋ ਇਹਦੇ ਨਾਲ ਥਿੰਕ ਕਰਨ ਦੀ ਆਦਤ ਬਹੁਤ ਜ਼ਰੂਰੀ ਹੈਗੀ ਹੈ। ਜੇ ਥਿੰਕ ਕਰਨ ਦੀ ਆਦਤ ਆਦਮੀ ਦੀ ਬਣ ਗਈ ਤਾਂ ਦੂਜੀ ਇਹ ਹੈਗੀ ਵੀ ਕਲੇਸ਼ ਤੋਂ ਹਰ ਹਾਲਤ ਦੇ ਵਿੱਚ ਬਚੋ। ਇਹ ਮੇਰੀ ਬਾਰ-ਬਾਰ ਅਪੀਲ ਹੈ। ਤੁਹਾਨੂੰ ਸੁਰਗ ਵਿੱਚ ਰਹਿਣ ਦਾ ਮੌਕਾ ਮਿਲਿਆ ਆ, ਇਹਨੂੰ ਨਰਕ ਨਾ ਬਣਾਓ। ਨਰਕ ਸਿਰਫ ਬਣਾ ਰਹੇ ਆ ਆਪਣੇ ਆਦਤਾਂ ਕਰਕੇ। ਬਾਹਰਲੀਆਂ ਪਰਿਸਥਿਤੀਆਂ ਜਿੱਦਾਂ ਕਹਿੰਦੇ ਹੁੰਦੇ ਆ ਸੁਰਗ 'ਚ ਨਹਿਰਾਂ ਵਗਦੀਆਂ ਦੁੱਧ ਦੀਆਂ, ਫਲਾਣੇ, ਉਹ ਸਭ ਕੁਛ ਹੈਗਾ ਇੱਥੇ, ਵਗਦਾ ਸਭ ਕੁਛ ਇੱਥੇ ਜਾ ਕੇ, ਠੀਕ ਹੈ ਨਾ। ਪਰ ਇੱਕ ਗੱਲ ਹੈਗੀ ਆ, ਜਿਹੜਾ ਸਿਰ ਹੈੱਡ ਨੂੰ ਠੀਕ ਰੱਖਣ ਦੀ ਲੋੜ ਹੈ। ਇੱਕ ਦੂਜੇ ਪ੍ਰਤੀ ਰਿਸਪੈਕਟ ਜਿਹੜੀ ਹੈ, ਰਿਸਪੈਕਟ ਬਹੁਤ ਜ਼ਰੂਰੀ ਹੈ। ਜਿਹੜੀਆਂ ਗੱਲਾਂ ਆਪਾਂ ਹੁਣ ਰਿਪੀਟ ਤਾਂ ਕੀ ਕਰਨੀਆਂ, ਕਾਫੀ ਕਰ ਲਈਆਂ, ਅਤੇ ਉਹ ਪੈਦਾ ਹੋ ਜਾਣ ਤਾਂ ਫੇਰ ਨਹੀਂ ਹੈ ਕੋਈ ਗੱਲ ਨਹੀਂ। ਜੇ ਤੁਹਾਡੇ ਖਿਲਾਫ ਵੀ ਗੱਲ ਕਹਿ ਗਿਆ, ਸੁਣਨ ਦੀ ਸ਼ਕਤੀ ਔਰ ਬਰਦਾਸ਼ਤ ਕਰਨ ਦੀ ਸ਼ਕਤੀ ਔਰ ਗਲਤੀ ਮੰਨਣ ਦੀ ਸ਼ਕਤੀ ਬਹੁਤ ਜ਼ਰੂਰੀ ਹੈ ਵੀ ਵਧਾਈਆਂ ਜਾਣ। ਸੋ ਥੈਂਕ ਯੂ। For more entertainment, download the Red FM app from the Google Play Store and Apple App Store now. Just one click.